श्री नानक अंगद गुरु अमरदास पद बंद। रामदास अर्जन गुरु बार श्री हर गोबिंद। हरि राय हर कृष्ण गुर तेग बहादुर चंद। दसवें गोबिंद सिंह गुरु नमो चरण अरविंद। जिसमें है अमृत ज्ञान है मानक भगत बैराग। श्री गुरु ग्रंथ साहिब उदद बंदों कर अनुराग। श्री गुरु शब्द कमाए जिना जीते पंच विकार। तिन संतन को बंदना सिर चरणन पर धार। एक ओंकारा सतगुरु तेह प्रसाद सच होए। वाहिगुरु जी की फतेह विघ्न विनाशन सोए। एक ओंकारा सतगुरु तेह प्रसाद सच होए। वाहिगुरु जी की फतेह विघ्न विनाशन सोए। सतनाम श्री वाहिगुरु साहिब जी। सुन राजा मन माहि विचारे। मंत्र करे मैं वृद्ध अगारे। हेत नृप मारन के बहु प्रेरे। नहीं सरे कारज तब मेरे। सोन राजा मन माहि विचारे। वाहिगुरु जी का खालसा वाहिगुरु जी की फतेह। परम सन्मान जोग चवर छत्र तख्त दे मालक गुरता गद्दी दे तख्त ते सुभाए मान। प्रगट गुरां की देह प्रताख हार। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਨੌਵੇਂ ਪਾਤਸ਼ਾਹ ਧਰਮ ਰੱਖਿਅਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਤਪ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਵਿਖੇ ਦਰਸ਼ਨ ਦਿਦਾਰੇ ਕਰ ਰਹੇ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਆਨੰਦ ਦਾ ਸਮਾਂ ਬਖਸ਼ਿਆ ਹੈ। ਆਪਣੀ ਸੰਗਤ ਦੇ ਵਿੱਚ ਹਾਜ਼ਰੀ ਭਰਾ ਕੇ ਸੇਵਾਵਾਂ ਦਰਸ਼ਨ ਦਿਦਾਰੇ ਕਰਾ ਕੇ ਆਪ ਹੀ ਸਤਿਗੁਰੂ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਰਹੇ ਹਨ। ਆਓ ਚੱਲ ਰਹੇ ਲੜੀਵਾਰ ਇਤਿਹਾਸ ਦੇ ਕਥਾ ਪ੍ਰਸੰਗ ਸਰਵਣ ਕਰੀਏ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਜੀਵਨ ਦੀ ਕਥਾ ਆਪਾਂ ਸਰਵਣ ਕਰ ਰਹੇ ਹਾਂ। ਕੱਲ ਸਾਖੀ ਇੱਥੋਂ ਤੀਕਰ ਸਰਵਣ ਕੀਤੀ ਹੈ। ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਗਤ ਦੀ ਕਲਿਆਣਹਾਰ ਸਤਿਗੁਰੂ ਜਦੋਂ ਬ੍ਰਹਮਪੁੱਤਰ ਨਦੀ ਤੇ ਨਵੇਂ ਪਾਤਸ਼ਾਹ ਬਿਰਾਜਮਾਨ ਹਨ। ਇੱਥੇ ਸਤਿਗੁਰੂ ਸਾਹਿਬ ਜੀ ਨੇ ਰਾਜੇ ਰਾਮ ਸਿੰਘ ਦੀ ਅਸਾਮ ਦੇ ਰਾਜੇ ਵੱਲੋਂ ਚਲਾਏ ਹੋਏ ਅਨੇਕਾਂ ਜੰਤਰਾਂ ਮੰਤਰਾਂ ਤੋਂ ਰੱਖਿਆ ਕੀਤੀ। ਪਾਤਸ਼ਾਹ ਨੇ ਹੱਥ ਦੇ ਕੇ ਰੱਖਿਆ। ਜਿਹੜੀਆਂ ਸ਼ਕਤੀਆਂ ਬੰਦੇ ਨੂੰ ਪਾਗਲ ਕਰ ਸਕਦੀਆਂ ਨੇ, ਸਰੀਰ 'ਚ ਬਿਮਾਰੀਆਂ ਪੈਦਾ ਕਰ ਦਿੰਦੀਆਂ ਹਨ, ਲੜਾਈਆਂ ਝਗੜੇ ਬਣਾ ਆਪਸ ਦੇ ਵਿੱਚ ਪਾ ਦਿੰਦੀਆਂ ਨੇ, ਸਰੀਰ ਦੇ ਅੰਗ ਵੱਖਰੇ ਹੋ ਜਾਂਦੇ ਹਨ, ਜ਼ੁਬਾਨ ਬੰਦ ਪੈ ਜਾਵੇ, ਇਹੋ ਜਿਹੇ ਅਨੇਕ ਹੀ ਤਰ੍ਹਾਂ ਦੇ ਜੰਤਰ ਮੰਤਰਾਂ ਦਾ ਅਸਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਕਿਰਪਾ ਦੇ ਨਾਲ ਰਾਮ ਸਿੰਘ ਰਾਜੇ ਦੇ ਉੱਤੇ ਨਹੀਂ ਹੋਇਆ। ਉਹਨੇ ਫਿਰ ਆਪਣੀਆਂ ਕੁਝ ਜਾਦੂਗਰਨੀਆਂ ਭੇਜੀਆਂ ਵੀ ਤੁਸੀਂ ਮਾਰ ਤਾਂ ਨਹੀਂ ਸਕਦੀਆਂ ਪਰ ਡਰਾ ਕੇ ਆਓ। ਆਈਆਂ ਡਰਾਉਣ ਵਾਸਤੇ। ਫੌਜ ਡਰ ਵੀ ਗਈ। ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨੀ ਪਏ। ਮਹਾਰਾਜ ਕਿਵੇਂ ਅਸੀਂ ਜਿੱਤ ਸਕਦੇ ਹਾਂ ਇਹਨਾਂ ਦੇ ਕੋਲੋਂ।
ਸਤਿਗੁਰੂ ਇਹ ਤਾਂ ਜਾਦੂ ਕਰਨ ਵਾਲੀਆਂ ਔਰਤਾਂ ਆਉਂਦੀਆਂ ਸਾਡੀ ਫੌਜ ਨੂੰ ਡਰਾਉਂਦੀਆਂ ਨੇ, ਜੇ ਉਹਨਾਂ ਵੱਲ ਗੋਲੇ ਮਾਰੇ ਆ ਤੇ ਉਹ ਮੁੜ ਕੇ ਸਾਡੀ ਫੌਜ ਦੇ ਸਿਪਾਹੀਆਂ ਦਾ ਹੀ ਆ ਕੇ ਲੱਗੇ ਨਾਸ ਸਾਡਾ ਹੀ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਵੀ ਤੁਸੀਂ ਭਰੋਸਾ ਰੱਖੋ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੇ ਉੱਪਰ। ਤੇ ਨਾਲ ਹੀ ਸਾਹਿਬ ਕਹਿੰਦੇ ਜਦੋਂ ਹੁਣ ਕੋਈ ਉਹ ਇਸਤਰੀ ਆਵੇਗੀ ਸਾਨੂੰ ਦੱਸਿਓ, ਸਾਡੀ ਦ੍ਰਿਸ਼ਟੀ ਪੈਣ ਦੇ ਨਾਲ ਉਹਦੀ ਸ਼ਕਤੀ ਹਰਨ ਹੋ ਜਾਏਗੀ। ਇਸੇ ਤਰ੍ਹਾਂ ਹੋਇਆ। ਅਗਲੇ ਦਿਨ ਇੱਕ ਧੋਬਣ ਜਾਦੂਗਰਨੀ ਰੁੱਖ ਦੇ ਅਸਵਾਰ ਹੋ ਕੇ ਜਦੋਂ ਫੌਜ ਵੱਲ ਨੂੰ ਆ ਰਹੀ ਸੀ, ਉਹਨਾਂ ਗੁਰੂ ਤੇਗ ਬਹਾਦਰ ਸਾਹਿਬ ਤੀਕਰ ਖਬਰ ਭੇਜੀ। ਨਾਵੇਂ ਪਾਤਸ਼ਾਹ ਬਾਹਰ ਆਏ ਆਪਣੇ ਬੰਗਲੇ ਚੋਂ, ਦ੍ਰਿਸ਼ਟੀ ਗਈ ਤਾਂ ਉਹਦੀ ਸਾਰੀ ਸ਼ਕਤੀ ਹਰੀ ਗਈ। ਉੱਥੇ ਡਿੱਗ ਪਈ, ਬਥੇਰਾ ਯਤਨ ਕੀਤਾ, ਫੜ ਲਈ ਸਿਪਾਹੀਆਂ ਨੇ, ਗੁਰੂ ਸਾਹਿਬ ਦੇ ਕੋਲ ਲੈ ਆਏ। ਆਉਂਦੇ ਮਹਾਰਾਜ ਦੇ ਚਰਨੀ ਪੈ ਗਈ ਵੀ ਪਾਤਸ਼ਾਹ ਤੁਹਾਡਾ ਸਰੂਪ ਵੇਖ ਕਰਕੇ ਇਹ ਮੈਨੂੰ ਅਨੁਭਵ ਹੋ ਰਿਹਾ ਹੈ ਵੀ ਤੁਸੀਂ ਪਰਮੇਸ਼ਰ ਦਾ ਹੀ ਸਰੂਪ ਆਏ ਹੋ, ਕਿਉਂਕਿ ਸਾਡੀਆਂ ਸ਼ਕਤੀਆਂ ਵੇਖ ਕੇ ਹੀ ਨਾਸ਼ ਕਰਨ ਦੀ ਸ਼ਕਤੀ ਤਾਕਤ ਕੋਈ ਬੰਦਾ ਆਮ ਨਹੀਂ ਰੱਖਦਾ। ਤੁਸੀਂ ਵੇਖਣੇ ਮਾਤਰ ਨਾਲ ਹੀ ਸਾਡੇ ਜੰਤਰ ਮੰਤਰ ਖਤਮ ਕਰ ਦਿੱਤੇ। ਚਰਨ ਫੜ ਲਏ, ਨਾਲ ਹੀ ਬੇਨਤੀ ਕੀਤੀ ਤੁਸੀਂ ਤਾਂ ਸਾਂਝੇ ਹੋ ਸਾਰਿਆਂ ਦੇ ਮਹਾਰਾਜ, ਫਿਰ ਇਸ ਰਾਜੇ ਦੀ ਸਹਾਇਤਾ ਤੇ ਕਿਉਂ ਆਏ ਹੋ? ਇਹਨੂੰ ਸਤਿਗੁਰਾਂ ਨੇ ਜਣਾਇਆ ਵੀ ਅਸੀਂ ਦੋਵਾਂ ਦੀ ਸੰਧੀ ਕਰਾਵਾਂਗੇ, ਤੇਰੇ ਰਾਜੇ ਦਾ ਵੀ ਨੁਕਸਾਨ ਨਹੀਂ ਹੋਣ ਦਿੰਦੇ। ਸੋ ਇਸ ਤਰ੍ਹਾਂ ਇਹ ਕਥਾ ਆਪਾਂ ਕੱਲ ਸੁਣੀ ਆ। ਹੋਰ ਜਾਦੂਗਰਨੀਆਂ ਜਿਹੜੀਆਂ ਹਨ ਉਹ ਡਰਦੀਆਂ ਮਾਰੀਆਂ ਨਹੀਂ ਫਿਰ ਆਈਆਂ ਵੀ ਧੋਬਣ ਫੜੀ ਗਈ ਹੈ। ਇੱਥੇ ਹੀ ਇਹਨੂੰ ਸਤਿਗੁਰਾਂ ਨੇ ਕਿਹਾ ਵੀ ਤੂੰ ਆਪਣਾ ਪਰਿਵਾਰ ਲਿਆ ਕੇ ਜਿੱਥੇ ਤੇਰਾ ਰੁੱਖ ਡਿੱਗਾ ਹੈ ਇੱਥੇ ਹੀ ਤੂੰ ਵਸਣਾ ਕਰ, ਤੇਰੇ ਨਾਮ ਦਾ ਨਗਰ ਵਸਾ ਕੇ ਜਾਵਾਂਗੇ। ਸਤਿਗੁਰੂ ਮਹਾਰਾਜ ਨੌਵੇਂ ਪਾਤਸ਼ਾਹ ਦੇ ਸੇਵਕ ਬਣ ਕੇ ਸਿੱਖੀ ਧਾਰਨ ਕਰਕੇ ਗੁਰਾਂ ਦੀ ਆਗਿਆ ਵਿੱਚ ਇਹ ਜਾਦੂਗਰਨੀ ਸੀ ਜਿਹੜੀ ਪਹਿਲਾਂ ਮਹਾਰਾਜ ਨੇ ਇਹਨੂੰ ਸਿੱਧੇ ਰਸਤੇ ਤੇ ਪਾਇਆ ਹੈ ਤੇ ਹੁਕਮ ਕੀਤਾ ਵੀ ਸਾਰੇ ਟੱਬਰ ਕਬੀਲੇ ਸਮੇਤ ਇੱਥੇ ਹੀ ਨਿਵਾਸ ਰੱਖ। ਇਸ ਪ੍ਰਕਾਰ ਦੇ ਨਾਲ ਰਾਜੇ ਕੋ ਖਬਰ ਕੀਤੀ ਜਾ ਕੇ ਜਾਦੂਗਰਨੀਆਂ ਨੇ ਵੀ ਹੁਣ ਸਾਡੀ ਰਾਜਾ ਵਾਹ ਪੇਸ਼ ਨਹੀਂ ਜਾਵੇਗੀ, ਤੂੰ ਹੋਰ ਕੋਈ ਯਤਨ ਕਰ ਲੈ ਨਹੀਂ ਤੇ ਤੇਰੀ ਹਾਰ ਹੋਣੀ ਤੈਅ ਹੈ, ਕਿਉਂਕਿ ਉਹਨਾਂ ਵੱਲ ਕੋਈ ਸਿੱਧ ਪੁਰਖ ਆਇਆ ਸ਼ਕਤੀਆਂ ਵਾਲਾ ਜਿਹਦੇ ਕਾਰਨ ਸਾਡਾ ਬਲ ਨਹੀਂ ਪੈ ਰਿਹਾ। ਇੱਥੋਂ ਤੱਕ ਆਪਾਂ ਕੱਲ ਕਥਾ ਸੁਣੀ ਹੈ। ਜਿਵੇਂ ਹੁਣ ਅਸਾਮ ਦਾ ਰਾਜਾ ਯਤਨ ਕਰਦਾ ਏ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਅਖੀਰ ਸ਼ਰਨ ਵਿੱਚ ਕਿਵੇਂ ਆਉਂਦਾ ਹੈ, ਇਹ ਕਥਾ ਆਪਾਂ ਸਰਵਣ ਕਰਾਂਗੇ। ਆਓ ਗੁਰੂ ਗ੍ਰੰਥ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਚਰਨ ਕਮਲਾਂ ਦਾ ਧਰੀਏ ਧਿਆਨ। ਰਸਨਾ ਕਰੋ ਪਵਿੱਤਰ ਸਾਰੀ ਸੰਗਤ ਹੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਨ ਰਾਜਾ ਮਨ ਮਾਹੇ ਵਿਚਾਰੇ। ਆ ਜਦੋਂ ਸਾਧ ਸੰਗਤ ਜੀ ਜਿਹੜੀਆਂ ਜਾਦੂਗਰਨੀਆਂ ਫੌਜ ਨੂੰ ਡਰਾਉਣ ਆਉਂਦੀਆਂ ਸਨ ਜੈਪੁਰ ਦੇ ਰਾਜੇ ਦੀ, ਉਹਨਾਂ ਜੋ ਧੋਬਣ ਮਹਾਰਾਜ ਸਾਹਿਬ ਜੀ ਦੇ ਕੋਲ ਫੜ ਕੇ ਲੈ ਆਏ, ਉਹ ਸ਼ਰਨ ਵੀ ਪੈ ਗਈ, ਪਰ ਉਹਨਾਂ ਨੂੰ ਤਾਂ ਡਰ ਪੈ ਗਿਆ ਨਾ ਵੀ ਉਹਨਾਂ ਫੜ ਲਈ ਹੈ, ਜਿਸ ਕਰਕੇ ਉਹਨਾਂ ਕਿਹਾ ਅਸੀਂ ਨਹੀਂ ਹੁਣ ਅੱਗੇ ਜਾਂਦੀਆਂ, ਸਾਨੂੰ ਵੀ ਨਹੀਂ ਤਾਂ ਫੜ ਲੈਣਗੇ। ਸਾਡੀ ਇੱਕ ਸਾਥਣ ਉਹਨਾਂ ਨੇ ਪਕੜ ਕੇ ਕੈਦ ਕੀਤੀ ਹੈ, ਤੂੰ ਆਪ ਹੀ ਆਪਣਾ ਯਤਨ ਕਰ। ਇਹ ਸੁਣ ਕੇ ਰਾਜਾ ਅਸਾਮ ਦਾ ਆਪਣੇ ਮਨ ਵਿੱਚ ਕਈ ਤਰ੍ਹਾਂ ਦੀਆਂ ਵਿਉਂਤਾਂ ਸੋਚਾਂ ਸੋਚਣ ਲੱਗ ਪਿਆ, ਵਿਚਾਰਦਾ ਹੈ। ਮੰਤਰ ਕਰੇ ਮੈਂ ਬ੍ਰਿੰਦ ਅਗਾਰੇ। ਕਹਿਣ ਲੱਗਾ ਵੀ ਇਹ ਚੰਗੀ ਗੱਲ ਬਣੀ ਹੈ ਵੀ ਹੁਣ ਮੈਂ ਕੀ ਕਰਾਂ, ਕਿਉਂਕਿ ਇਸ ਤੋਂ ਪਹਿਲਾਂ ਅਨੇਕਾਂ ਹੀ ਮੈਂ ਮੰਤਰ ਕੀਤੇ ਹਨ, ਅਨੇਕਾਂ ਹੀ ਯਤਨ ਕੀਤੇ ਨੇ ਦੁਸ਼ਮਣ ਨੂੰ ਖਤਮ ਕਰਨ ਵਾਸਤੇ। ਤੰਦਰਿਪ ਮਾਰਨ ਕੇ ਬਹੁ ਪ੍ਰੇਰੇ। ਆ ਜਿਹੜਾ ਰਾਮ ਸਿੰਘ ਜੈਪੁਰ ਦਾ ਰਾਜਾ ਚੜ ਕੇ ਆਇਆ, ਅਸਾਮ ਦਾ ਰਾਜਾ ਕਹਿੰਦਾ ਉਹਨੂੰ ਮਾਰਨ ਦੇ ਲਈ ਮੈਂ ਆਪਣਾ ਸਾਰਾ ਟਿੱਲ ਲਾਤਾ, ਜਿੰਨੇ ਵੀ ਸਾਡੇ ਜੰਤਰ ਮੰਤਰ ਜਾਣਨ ਵਾਲੇ ਸਨ ਸਾਰਿਆਂ ਦਾ ਕਹਿੰਦੇ ਪ੍ਰਯੋਗ ਕਰ ਲਿਆ ਹੈ। ਨਹੀਂ ਸਰੇ ਕਾਰਜ ਤਬ ਮੇਰੇ। ਪਰ ਫੇਰ ਵੀ ਮੇਰਾ ਕੰਮ ਨਹੀਂ ਸਵਰਿਆ, ਨਾ ਦੁਸ਼ਮਣ ਦੀ ਫੌਜ ਦਾ ਕੋਈ ਬਹੁਤਾ ਨੁਕਸਾਨ ਹੋਇਆ ਤੇ ਨਾ ਹੀ ਰਾਜਾ ਮਾਰਿਆ ਗਿਆ ਏ। ਮਹਾਪੁਰਖ ਹੈ ਤਿਨੋ ਸਹਾਇ। ਕਹਿੰਦੇ ਵੀ ਮਹਾਪੁਰਖ ਕੋਈ ਉਹਨਾਂ ਦੀ ਮਦਦ ਤੇ ਆਇਆ ਹੈ। ਇਸ ਤਰ੍ਹਾਂ ਰਾਜੇ ਨੂੰ ਇਹ ਖਬਰਾਂ ਤਾਂ ਪਹੁੰਚੀਆਂ ਨੇ,
ਹਜੇ ਚੰਗੀ ਤਰ੍ਹਾਂ ਸਪਸ਼ਟ ਨਹੀਂ ਹੈ ਵੀ ਉਹ ਕੌਣ ਹਨ। ਕਹਿੰਦੇ ਕੋਈ ਮਹਾਨ ਆਤਮਾ ਏ ਜਿਹੜਾ ਉਹਨਾਂ ਦੀ ਮਦਦ ਕਰ ਰਿਹਾ ਏ। ਮੰਤਰ ਸ਼ਕਤ ਨਹਿ ਪਹੁੰਚ ਸਕਾਏ। ਤੇ ਉਸੇ ਦੇ ਕਾਰਨ ਹੀ ਸਾਡੇ ਮੰਤਰਾਂ ਦੀ ਜਿਹੜੀ ਸ਼ਕਤੀ ਹੈ ਉਹ ਦੁਸ਼ਮਣ ਰਾਜੇ ਤੀਕਰ ਪਹੁੰਚ ਨਹੀਂ ਸਕੀ। ਰਾਮ ਸਿੰਘ ਰਾਜੇ ਦਾ ਕੋਈ ਮੈਂ ਨੁਕਸਾਨ ਨਹੀਂ ਕਰ ਸਕਿਆ ਕਿਉਂਕਿ ਉਹਨਾਂ ਵੱਲੋਂ ਕੋਈ ਮਹਾਂਪੁਰਖ ਸਿੱਧ ਪੁਰਖ ਰੱਖੇ ਘੋਰਿਆ ਏ। ਜੇ ਕਿਰਵਰ ਕੋ ਦੇਤ ਉਡਾਈ। ਨਹੀਂ ਤਾਂ ਅਸਾਮ ਦਾ ਰਾਜਾ ਕਹਿੰਦਾ ਸਾਡੇ ਇਹੋ ਜਿਹੇ ਮੰਤਰ ਹੈ ਜਿਹੜੇ ਵੱਡੇ ਵੱਡੇ ਪਹਾੜਾਂ ਨੂੰ ਹਵਾ 'ਚ ਉਡਾ ਦੇਣ। ਅਸੀਂ ਆਪਣੇ ਮੰਤਰ ਜਿਹੜੇ ਸਿੱਧ ਕੀਤੇ ਆ ਇਹਨਾਂ ਦੇ ਨਾਲ ਪਹਾੜ ਉਡਾ ਸਕਦੇ ਆ। ਅਚਲ ਚਲਾਵਤ ਚਲਤ ਥਿਰਾਈ। ਆ ਜਿਹੜੀਆਂ ਅਚਲ ਵਸਤੂਆਂ ਨੇ ਜਿਵੇਂ ਕਦੀ ਰੁੱਖ ਨਹੀਂ ਤੁਰਦੇ, ਜਿਹੜੀਆਂ ਜੜ ਵਸਤੂਆਂ ਪੱਥਰ ਆਦਿਕ, ਇਹਨਾਂ ਨੂੰ ਅਸੀਂ ਆਪਣੇ ਮੰਤਰਾਂ ਨਾਲ ਤੋੜ ਸਕਦੇ ਆ। ਜਿਹੜੇ ਤੁਰਨ ਵਾਲੇ ਹਨ ਪਸ਼ੂ ਪੰਛੀ ਮਨੁੱਖ, ਇਹਨਾਂ ਨੂੰ ਅਸੀਂ ਆਪਣੇ ਮੰਤਰਾਂ ਨਾਲ ਇੱਕ ਥਾਂ ਤੇ ਠਹਿਰਾ ਸਕਦੇ, ਰੋਕ ਸਕਦੇ ਆ। ਜਲ ਪ੍ਰਵਾਹ ਕੋ ਰੱਖੇ ਰੋਕ। ਇੱਥੋਂ ਤੀਕਰ ਵੀ ਨਦੀਆਂ ਦੇ ਪ੍ਰਵਾਹ ਨਹੀਂ ਕਹਿੰਦੇ ਕਿਸੇ ਕੋ ਰੁਕਦੇ, ਪਰ ਅਸਾਮ ਦਾ ਰਾਜਾ ਕਹਿੰਦਾ ਸਾਡੇ ਕੋ ਮੰਤਰ ਇਹੋ ਜਿਹੇ ਆ ਵੀ ਅਸੀਂ ਨਦੀਆਂ ਦੇ ਪਾਣੀ ਦੇ ਪ੍ਰਵਾਹ ਵੀ ਰੋਕ ਕੇ ਇੱਕ ਥਾਂ ਤੇ ਰੱਖ ਲਈਏ। ਤਿਨ ਆਗਿਆ ਕਿਆ ਬਪਰੇ ਲੋਕ। ਤੇ ਜਿਨ੍ਹਾਂ ਮੰਤਰਾਂ ਅੱਗੇ ਏਡੇ ਏਡੇ ਦਰਿਆ ਜਿਹੜੇ ਹਨ ਉਹ ਠਹਿਰ ਜਾਂਦੇ ਨੇ। ਇਹ ਵਿਚਾਰੇ ਲੋਕ ਕੀ ਹਨ ਜੇ ਅਸੀਂ ਮੰਤਰ ਚਲਾਈਏ ਤਾਂ। ਸੈਨਾ ਸਹਿਤ ਨਰੇਸ਼ਵਰ ਘਾਵਤ। ਜਿਹੋ ਜਿਹਾ ਬਲ ਵਿਖਾਇਆ, ਜਿੰਨੇ ਜੰਤਰ ਮੰਤਰ ਸਿੱਧ ਕੀਤੇ ਅਸੀਂ ਛੱਡੇ ਹਨ। ਜੇ ਕਿਤੇ ਅਸਾਮ ਦਾ ਰਾਜਾ ਕਹਿੰਦਾ ਵੀ ਉਹ ਸਿੱਧ ਪੁਰਖ ਕੋਈ ਸਹਾਈ ਨਾ ਹੁੰਦਾ, ਇਹ ਤਾਂ ਰਾਜੇ ਰਾਮ ਸਿੰਘ ਦੇ ਸਮੇਤ ਉਹਦੀ ਸਾਰੀ ਫੌਜ ਨੂੰ ਹੀ ਮਾਰ ਦਿੰਦਾ ਮੈਂ। ਜਤਨ ਸਮੇਤ ਨਾ ਬਚਪੇ ਪਾਵਤ। ਜਿੰਨਾ ਮਰਜੀ ਕੋਈ ਯਤਨ ਕਰ ਲੈਂਦਾ, ਕੋਈ ਹੀਲਾ ਵਸੀਲਾ ਕਰ ਲੈਂਦਾ, ਬਚਣਾ ਨਹੀਂ ਸੀ। ਜਿਵੇਂ ਇਹਦਾ ਦਾਦਾ ਮਾਨ ਸਿੰਘ ਇੱਥੇ ਕਮਲਾ ਹੋ ਕੇ ਮਰਿਆ, ਏਦਾਂ ਹੀ ਮਾਰਨਾ ਸੀ ਇਹਦੇ ਤਾਈ। ਸਭ ਨਿਸ਼ਫਲ ਹੋਏ ਇੱਕ ਵਾਰੀ। ਪਰ ਫੇਰ ਵੀ ਕਹਿੰਦੇ ਵੀ ਮੇਰੇ ਸਾਰੇ ਹੀ ਮੰਤਰ ਜਿਹੜੇ ਹਨ ਇੱਕੇ ਵਾਰ ਹੀ ਨਿਸ਼ਫਲ ਹੋ ਗਏ ਨੇ, ਇੱਕ ਵੀ ਚੱਲਿਆ ਨਹੀਂ। ਜਾਂਦੇ ਲਖਿਅਤ ਕੋ ਸਿੱਧ ਭਾਰੀ। ਇਸ ਕਰਕੇ ਅਸਾਮ ਦਾ ਰਾਜਾ ਸੋਚਦਾ ਵੀ ਕੋਈ ਭਾਰੀ ਸਿੱਧ ਪੁਰਖ ਹੈ, ਕੋਈ ਬਹੁਤ ਮਹਾਨ ਸ਼ਕਤੀਵਾਨ ਹੀ ਹੈ ਵੀ ਜਿਹਨੇ ਸਾਡਾ ਇੱਕ ਵੀ ਵਾਰ ਚੱਲਣ ਨਹੀਂ ਦਿੱਤਾ ਤੇ ਵੈਰੀ ਦਾ ਵਾਲ ਵੀ ਅਸੀਂ ਵਿੰਗਾ ਨਹੀਂ ਕਰ ਸਕੇ। ਆਪਕਾ ਮੱਖਿਆ ਕਰੇ ਸਹਾਈ। ਆ ਹੁਣ ਕਹਿੰਦਾ ਵੀ ਜੰਤਰ ਮੰਤਰ ਤਾਂ ਜਿੰਨੇ ਹੈਗੇ ਸਨ ਵਰਤ ਲਏ ਆ, ਹੁਣ ਕਮਖਿਆ ਦੇਵੀ ਦੀ ਸ਼ਰਨ ਜਾਣੇ ਆ, ਉਹੀ ਸਾਡੀ ਸਹਾਇਤਾ ਕਰ ਸਕਦੀ ਆ। ਹਾਰੇ ਕਰਤੇ ਅਪਰ ਉਪਾਏ। ਆ ਹੋਰ ਤਾਂ ਯਤਨ ਕਰਕੇ ਅਸਾਮ ਦਾ ਰਾਜਾ ਵਿਚਾਰਦਾ ਵੀ ਹਾਰ ਹੰਬ ਗਏ ਆ, ਆਪਣੀ ਤਾਂ ਕੋਈ ਹੋਰ ਹੀਲਾ ਵਸੀਲਾ ਕੋਈ ਯਤਨ ਚੱਲਿਆ ਨਹੀਂ। ਹੁਣ ਕਮਖਿਆ ਦੇਵੀ ਹੈ ਜੋ ਸਾਡੀ, ਜਿਹਦੇ ਅਸੀਂ ਪੂਜਕ ਹਾਂ, ਜਿਹਦਾ ਕਰਕੇ ਸਾਨੂੰ ਰਾਜ ਭਾਗ ਮਿਲਿਆ ਹੈ, ਉਹਦੀ ਸ਼ਰਨ ਵਿੱਚ ਪਈਏ। ਸਦਾ ਵਿਗਨ ਤੇ ਹਮਹਿ ਬਚਾਵਤ। ਸਦਾ ਹੀ ਜਦੋਂ ਤੋਂ ਵੀ ਵਿਗਣ ਕੋਈ ਪੈਂਦਾ ਰਿਹਾ, ਮੈਨੂੰ ਮੇਰੇ ਬਾਪ ਦਾਦਿਆਂ ਨੂੰ ਇਹ ਕਮਖਿਆ ਦੇਵੀ ਬਚਾਉਂਦੀ ਆਈ ਹੈ। ਕਬਹੁ ਨ ਜੀਤਿਓ ਜੋ ਚੜ ਆਵਤ। ਤੇ ਇਹਦੀ ਸ਼ਕਤੀ ਦਾ ਸਦਕਾ ਅਸਾਮ ਦਾ ਰਾਜਾ ਕਹਿੰਦਾ ਜਿਹੜਾ ਵੀ ਚੜ ਕੇ ਸਾਡੇ ਤੇ ਆਇਆ ਸਾਨੂੰ ਕਦੀ ਜਿੱਤ ਹੀ ਨਹੀਂ ਸਕਿਆ, ਭਾਵ ਕਿ ਸਾਡਾ ਨੁਕਸਾਨ ਨਹੀਂ ਕਰ ਸਕਿਆ। ਧਰਮ ਅਰਥ ਨਿਤ ਬਨਹਿ ਸਹਾਈ। ਆ ਧਰਮ ਅਰਥ, ਧਰਮ ਦੇ ਵਾਸਤੇ ਅਸੀਂ ਇਹਦੇ ਭਗਤ ਹੈ ਦੇਵੀ ਦੇ, ਤਾਂ ਇਹ ਸਾਡੇ ਧਰਮ ਦੇ ਵਾਸਤੇ ਰੱਖਿਆ ਕਰਦੀ ਸਹਾਈ ਬਣਦੀ ਹੈ। ਦਾਸਨ ਲਾਜ ਰਖੇ ਵਡਿਆਈ। ਸਾਨੂੰ ਆਪਣੇ ਦਾਸ ਜਾਣ ਕੇ ਕਮਖਿਆ ਦੇਵੀ ਸਦਾ ਹੀ ਸਾਡੀ ਸਹਾਇਤਾ ਕਰਕੇ ਵਡਿਆਈ ਦਿੰਦੀ ਆਈ ਹੈ। ਤਿਮ ਚਿੰਤਾ ਕਰ ਕਿਆ ਮਹਿ ਪਾਲਾ। ਸੋ ਇਸ ਤਰ੍ਹਾਂ ਅਸਾਮ ਦੇ ਰਾਜੇ ਨੇ ਚਿੰਤਾ ਕੀਤੀ ਹੈ ਵੀ ਮੇਰਾ ਕੋਈ ਜ਼ੋਰ ਕਿਉਂ ਨਹੀਂ ਚੱਲ ਰਿਹਾ ਰਾਮ ਸਿੰਘ ਦੇ ਉੱਤੇ। ਫਿਰ ਸੋਚਿਆ ਵੀ ਹੁਣ ਦੇਵੀ ਦਾ ਆਸਰਾ ਲੈਨੇ ਆ, ਜੇ ਉਧਰ ਕੋਈ ਸ਼ਕਤੀਆਂ ਵਾਲਾ ਪੁਰਖ ਮਦਦ ਕਰ ਰਿਹਾ, ਕਹਿੰਦੇ ਫਿਰ ਸਾਡੀ ਦੇਵੀ ਘੱਟ ਹੈ, ਅਸੀਂ ਦੇਵੀ ਦੇ ਸਹਾਰੇ ਲੜਾਂਗੇ। ਹੁਣ ਹੋਮ ਸਮਗਰੀ ਲੀਨ ਬਸਾਲਾ। ਉਸ ਵੇਲੇ ਹੋਮ ਕਰਨ ਦੇ ਲਈ, ਜਗ ਕਰਨ ਦੇ ਲਈ ਸਮੂਹ ਸਮਗਰੀ ਆਪਣੇ ਹੁਕਮ ਦੇ ਨਾਲ ਮੰਗਵਾਈ। ਮੰਤਰ ਪੌਨ ਨਰ ਸਕਲ ਬੁਲਾਏ। ਆ ਜਿੰਨੇ ਵੀ ਹੋਰ ਮੰਤਰੀ ਲੋਕ, ਮਾਂਦਰੀ ਲੋਕ ਸਨ, ਜਿਹੜੇ ਜੰਤਰ ਮੰਤਰ ਜਾਣਦੇ, ਜਿਨ੍ਹਾਂ ਨੂੰ ਪੂਜਾ ਕਰਨ ਦੇ ਸਾਰੀਆਂ ਵਿਧੀਆਂ ਦਾ ਪਤਾ ਹੈ, ਜਿਨ੍ਹਾਂ ਨੂੰ ਮੰਤਰ ਕੰਠ ਹਨ, ਜਿਹੜੇ ਹੋਮ ਜਗ ਕਰਨ ਲੱਗਿਆ ਪੜ੍ਹਨੇ ਨੇ, ਰਾਜੇ ਨੇ ਹੁਕਮ ਕਰਕੇ ਸਾਰਿਆਂ ਨੂੰ ਕਿਹਾ ਵੀ ਸਾਰੇ ਹੀ ਆਓ ਇਕੱਠੇ ਦੇਵੀ ਨੂੰ ਖੁਸ਼ ਕਰੀਏ। ਦੇਵੀ ਕੇ ਮੰਦਰ ਚਲ ਆਏ। ਚੱਲ ਕੇ ਉੱਥੇ ਗੁਹਾਟੀ ਤੋਂ ਵਾਰ-ਵਾਰ ਸ਼ਹਿਰ ਦੇ ਕਮਖਿਆ ਦੇਵੀ ਦਾ ਜਿੱਥੇ ਮੰਦਰ ਹੈ, ਰਾਜਾ ਅਸਾਮ ਦਾ ਆਪਣੀ ਮਦਦ ਲੈਣ ਵਾਸਤੇ
ਕਮਖਿਆ ਦੇਵੀ ਦੇ ਮੰਦਰ ਆਇਆ। ਹੋਏ ਪੁਨੀਤ ਅਰਾਧਤ ਸਾਰੇ। ਆਪਨੀਤ ਹੋ ਕੇ ਸਾਫ ਸੁਥਰੇ ਹੋਏ ਨੇ, ਇਸ਼ਨਾਨ ਕੀਤਾ ਪਹਿਲਾਂ, ਫਿਰ ਸਾਫ ਸੁਥਰੇ ਕੱਪੜੇ ਪਾ ਕੇ ਰਾਜੇ ਦੇ ਸਮੇਤ ਸਾਰੇ ਹੀ ਦੇਵੀ ਦਾ ਆਰਾਧਨ ਕਰ ਰਹੇ ਹਨ। ਪਾਵਕ ਬਿਖੈ ਦਰਬ ਕੋ ਡਾਰੇ। ਤੇ ਅੱਗ ਬਲ ਰਹੀ ਹੈ, ਉਹਦੇ ਵਿੱਚ ਦਰਬ ਨੂੰ ਪਾ ਰਹੇ ਨੇ। ਦਰਬ ਤੋਂ ਭਾਵ ਜੋ ਪੈਸੇ ਖਰਚ ਕੇ ਸਮੱਗਰੀ ਖਰੀਦੀ ਹੈ, ਜਿਵੇਂ ਜਗ ਕਰਨ ਦੇ ਸਮੇਂ ਜੋ ਸਮੱਗਰੀ ਪਾਉਂਦੇ ਹਨ ਪਾਂਡੇ ਲੋਕ, ਅੱਗ ਬਲ ਰਹੀ ਹੈ, ਦੇਵੀ ਨੂੰ ਖੁਸ਼ ਕਰਨ ਵਾਸਤੇ ਹਵਨ ਸਮੱਗਰੀ ਵਿੱਚ ਪਾ ਰਹੇ ਨੇ ਅੱਗ ਦੇ। ਕਾਮਖਿਆ ਕੋ ਕਰਿਓ ਅਵਾਹਨ। ਕਮਖਿਆ ਦੇਵੀ ਦਾ ਆਰਾਧਨ ਕਰ ਰਹੇ ਹਨ। ਕਮਖਿਆ ਨੂੰ ਕਹਿੰਦੇ ਨੇ ਵੀ ਹੇ ਦੇਵੀ ਮਾਤਾ ਸਾਡੀ ਰੱਖਿਆ ਕਰ। ਮੁਖ ਪੰਡੇ ਬੋਲੀ ਮਨ ਭਾਵਨ। ਤੇ ਜਦੋਂ ਸਾਧ ਸੰਗਤ ਏਦਾਂ ਫਿਰ ਜਗ ਕਰ ਰਹੇ ਸਨ ਨਾ, ਜਿਹੜਾ ਮੁੱਖ ਪਾਂਡਾ ਸੀ ਨਾ, ਜਿਹੜਾ ਮੁੱਖ ਪੁਜਾਰੀ ਸੀ ਇਸ ਮੰਦਰ ਦਾ, ਉਹਦੇ ਰਾਹੀਂ ਦੇਵੀ ਨੇ ਹੁਕਮ ਕੀਤਾ ਰਾਜੇ ਦੇ ਤਾਈ, ਤੇ ਪਾਂਡੇ ਦੇ ਵਿੱਚੋਂ ਬੋਲੀ ਪਉ ਭੂਪਤ ਚਿੰਤਾ ਮਤ ਕੀਜਹਿ। ਕਹਿਣ ਲੱਗੀ ਵੀ ਹੇ ਰਾਜਨ ਤੂੰ ਚਿੰਤਾ ਨਾ ਕਰ ਕਿਸੇ ਪ੍ਰਕਾਰ ਦੀ, ਨਹੀਂ ਖੇਦ ਤੋਹੇ ਧੀਰ ਧਰੀਜੈ। ਤੈਨੂੰ ਕਿਸੇ ਤਰ੍ਹਾਂ ਦਾ ਕੋਈ ਖੇਦ ਨਹੀਂ ਹੋਵੇਗਾ, ਤੂੰ ਧੀਰਜ ਦੇ ਸਹਿਤ ਰਹਿ, ਹੌਸਲਾ ਧਾਰਨ ਕਰਕੇ ਰੱਖ। ਇਵੇਂ ਦੇਵੀ ਮੁਖ ਪਾਂਡੇ ਦੇ ਰਾਹੀਂ ਬੋਲੀ ਹੈ। ਪਾਂਡਾ ਕਹਿ ਰਿਹਾ ਵੀ ਮੈਂ ਦੇਵੀ ਵੱਲੋਂ ਤੈਨੂੰ ਰਾਜਨ ਹੁਕਮ ਦਿੰਦਾ ਹਾਂ ਵੀ ਤੂੰ ਧੀਰਜ ਰੱਖ। ਰਾਜ ਸਹਿਤ ਕੁਸ਼ਲੀ ਤੂੰ ਆ ਰਹਿ। ਕੁਝ ਨਹੀਂ ਹੁੰਦਾ ਤੇਰੇ ਰਾਜ ਭਾਗ ਨੂੰ, ਤੇਰਾ ਰਾਜ ਵੀ ਰਹੇਗਾ ਤੇ ਤੂੰ ਵੀ ਜਿਉਂਦਾ ਰਹੇਗਾ, ਖੁਸ਼ੀ ਦੇ ਨਾਲ ਸਮਾਂ ਬਤੀਤ ਕਰੇਗਾ। ਰਿਪਤੇ ਨਹੀਂ ਪਰਾਜੈ ਲਹੈ। ਤੇ ਜਿਹੜਾ ਰਾਜਾ ਰਾਮ ਸਿੰਘ ਚੜ ਕੇ ਆਇਆ ਨਾ, ਉਹ ਤੋਂ ਤੇਰੀ ਹਾਰ ਨਹੀਂ ਹੋਵੇਗੀ। ਪੁਰਸ਼ੋਤਮ ਤੁਝ ਭਾਖੇ ਜਥਾ। ਪਰ ਏਦਾਂ ਕਰ ਵੀ ਪੁਰਸ਼ੋਤਮ ਜੋ ਹੈ ਨਾ, ਮਰਿਆਦਾ ਪੁਰਸ਼ੋਤਮ ਜੋ ਪਰਮੇਸ਼ਰ ਦਾ ਸਰੂਪ, ਸਿੱਧਾ ਤਾਂ ਸਪਸ਼ਟ ਤਾਂ ਨਹੀਂ ਕਿਹਾ, ਅੱਗੇ ਜਾ ਕੇ ਫਿਰ ਸਪਸ਼ਟ ਹੋਵੇਗੀ ਗੱਲ। ਭਾਵ ਇੱਥੇ ਗੁਰੂ ਸਾਹਿਬ ਵੱਲ ਇਸ਼ਾਰਾ ਕੀਤਾ ਵੀ ਜੋ ਸਿੱਧ ਪੁਰਖ ਤੂੰ ਕਹਿਣਾ ਹੈ ਨਾ, ਜਿਹੜੇ ਪਰਮਸ਼ੋਤਮ ਨੇ, ਮਰਿਆਦਾ ਪੁਰਸ਼ੋਤਮ ਭਾਵ ਪਰਮੇਸ਼ਰ ਦਾ ਰੂਪ ਹਨ, ਜਿਵੇਂ ਉਹ ਤੈਨੂੰ ਹੁਕਮ ਕਰਨ ਰਹੋ ਅਨੁਸਾਰ ਮਾਨੀ ਹੈ ਤਥਾ। ਉਹਨਾਂ ਦੇ ਅਨੁਸਾਰ ਹੀ ਹੋ ਕੇ ਉਸੇ ਤਰ੍ਹਾਂ ਮੰਨ। ਦੇਵੀ ਨੇ ਪਾਂਡੇ ਦੇ ਰਾਹੀਂ ਇਹ ਗੱਲ ਪਹਿਲਾਂ ਕਹਿ ਦਿੱਤੀ ਵੀ ਗੁਰੂ ਦੀ ਸ਼ਰਨ ਪੈ ਜਾ, ਤੇ ਜਿਵੇਂ ਉਹ ਕਹਿਣਗੇ ਮੰਨ ਲਾ, ਤੇਰਾ ਰਾਜ ਭਾਗ ਵੀ ਬਚ ਜੂਗਾ ਤੇ ਤੈਨੂੰ ਕੁਝ ਨਹੀਂ ਨੁਕਸਾਨ ਹੋਵੇਗਾ। ਤਿਮ ਕਹਿ ਤੋਸ਼ਨ ਭੀ ਜਗਰਾਨੀ। ਇਸ ਤਰ੍ਹਾਂ ਕਹਿ ਕਰਕੇ ਉਹ ਕਮਖਿਆ ਦੇਵੀ ਚੁੱਪ ਹੋ ਗਈ ਪਾਂਡੇ ਦੇ ਰਾਹੀਂ। ਸਚੇਵ ਸਮੇਤ ਨਿਰਪਤ ਨੈ ਮਾਨੀ। ਆ ਜਿੰਨੇ ਵੀ ਮੰਤਰੀ ਸਨ ਉਹਨਾਂ ਦੇ ਸਮੇਤ ਰਾਜੇ ਨੇ ਸਤ ਕਰਕੇ ਉਹ ਗੱਲ ਮੰਨ ਲਈ। ਕਰ ਬੰਧਨ ਨਿਜ ਭਵਨ ਆ ਸਿਧਾਏ। ਦੇਵੀ ਦੇ ਦੁਆਰੇ ਤੇ ਮੱਥਾ ਟੇਕ ਕੇ ਤੇ ਅਸਾਮ ਦਾ ਰਾਜਾ ਆਪਣੇ ਮਹਿਲਾਂ ਵਿੱਚ ਵਾਪਸ ਆ ਗਿਆ। ਚਿਤਵੈ ਚਿਤ ਕੈਸੇ ਹੋਇ ਜਾਏ। ਆ ਚਿੱਤ ਵਿੱਚ ਸੋਚਦਾ ਵੀ ਹੁਣ ਕਿਵੇਂ ਕਾਰਜ ਹੋ ਸਕਦਾ, ਮੈਨੂੰ ਕੀ ਕਰਨਾ ਚਾਹੀਦਾ ਹੈ। ਹਮ ਤੇ ਅਬ ਉਪਾਵ ਕਿਆ ਹੋਵੈ। ਆ ਕਈ ਕਹਿੰਦਾ ਮੈਂ ਉਪਾਵ ਕਰਾਂ, ਕੋਈ ਹੀਲਾ ਵਸੀਲਾ ਕਰਾਂ, ਜਿਸ ਤੇ ਸ਼ਤਰੂ ਕੋ ਡਰ ਖੋਵੈ। ਜਿਸ ਹੀਲੇ ਵਸੀਲੇ ਦੇ ਕਰਕੇ ਜਿਹੜਾ ਸ਼ਤਰੂ ਦਾ ਡਰ ਪਿਆ ਹੋਇਆ ਨਾ ਮੇਰੇ ਅੰਦਰ ਵੀ ਕਿਤੇ ਚੜ ਕੇ ਨਾ ਆ ਜੇ। ਦੇਵੀ ਦਾ ਪੂਜਕ ਵੀ ਹੈ, ਉਹਦੀ ਪੂਜਾ ਕਰਦਾ, ਉਹਨੂੰ ਪੂਜ ਵੀ ਆਇਆ, ਦੇਵੀ ਦਾ ਇਹਨੂੰ ਹੁਕਮ ਵੀ ਮਿਲ ਗਿਆ ਵੀ ਤੂੰ ਗੁਰੂ ਸਾਹਿਬ ਦੀ ਸ਼ਰਨ ਪੈ। ਪਰ ਫਿਰ ਵੀ ਉਹ ਗੱਲ ਜੀ ਚੰਗੀ ਤਰ੍ਹਾਂ ਮੰਨੀ ਨਹੀਂ, ਅਣਸੁਣੀ ਜੀ ਕਰਕੇ ਕਹਿੰਦਾ ਮੈਂ ਕੀ ਕਰਾਂ ਜਿਹਦੇ ਨਾਲ ਮੈਨੂੰ ਡਰ ਨਾ ਰਹੇ ਵੀ ਜਿਹੜਾ ਵੈਰੀ ਆਇਆ ਏ ਵੀ ਇਹ ਬ੍ਰਹਮਪੁੱਤਰ ਨਦੀ ਪਾਰ ਕਰਕੇ ਮੇਰੀ ਰਾਜਧਾਨੀ ਵਿੱਚ, ਮੇਰੇ ਦੇਸ਼ ਵਿੱਚ ਆ ਕੇ ਪ੍ਰਵੇਸ਼ ਨਾ ਕਰਨ। ਨਿਜ ਬਲ ਜੰਤਰ ਮੰਤਰ ਕਰ ਹਾਰੇ। ਕਿਉਂਕਿ ਆਪਣਾ ਬਲ ਜਿਹੜਾ ਸੀ ਜੰਤਰਾਂ ਮੰਤਰਾਂ ਦਾ, ਉਹ ਤਾਂ ਸਾਰਾ ਹੀ ਲਾ ਕੇ ਹਾਰ ਹੰਬ ਗਏ ਤਿਨ ਹਾਂ। ਤੇ ਕਛੂ ਨ ਕਾਰਜ ਸਾਰੇ। ਪਰ ਉਹਨਾਂ ਮੰਤਰਾਂ ਨਾਲ ਵੀ ਕੋਈ ਜੰਗ ਜਿੱਤਣ ਵਾਲਾ, ਵੈਰੀ ਨੂੰ ਖਤਮ ਕਰਨ ਵਾਲਾ ਕੋਈ ਕੰਮ ਸਾਡਾ ਸੌਰਿਆ ਨਹੀਂ ਅਬ ਹੈ। ਸੰਗਰਾਮ ਕਰਨ ਬਨ ਆਵੈ। ਇਹਦਾ ਕਈ ਦਿਨ ਸੋਚਦਾ ਰਿਹਾ, ਫਿਰ ਅਖੀਰ ਕਹਿੰਦਾ ਵੀ ਹੁਣ ਜੰਗ ਹੀ ਕਰਨੀ ਬਣ ਆਉਂਦੀ। ਕਹਿੰਦੇ ਲੜਨਾ ਚਾਹੀਦਾ ਦੁਸ਼ਮਣ ਦੇ ਨਾਲ ਮੈਦਾਨ ਵਿੱਚ। ਛੇ ਕਮਖਿਆ ਜੇ ਕਰਵਾਵੈ। ਆ ਸ੍ਰੀ ਕਮਖਿਆ ਦੇਵੀ ਸਾਡੀ ਆਪੇ ਹੀ ਜਿੱਤ ਕਰਾਉਗੀ, ਜਦੋਂ ਸਾਨੂੰ ਰਾਜ ਹੀ ਉਹਨੇ ਦਿੱਤਾ ਸੀ, ਉਹਦੇ ਭਗਤ ਹੈ, ਜੰਗ ਸ਼ੁਰੂ ਕਰੀਏ ਆਪੇ ਮਦਦ ਕਰੇਗੀ ਸਾਡੀ। ਹਿਮ ਮਸਲਤ ਕਰ ਸਚੇਵਨ ਸੰਗ। ਆਪਣੇ ਮੰਤਰੀਆਂ ਦੀ ਮੀਟਿੰਗ ਸੱਦ ਕੇ ਉਹਨਾਂ ਦੇ ਨਾਲ ਸਲਾਹ ਕਰਕੇ ਰਾਜੇ ਨੇ ਭਇਓ ਸੁਚੇਤ ਕਰਨ ਕੋ ਜੰਗ। ਜੰਗ ਕਰਨ ਵਾਸਤੇ
ਸੁਚੇਤ ਸਾਵਧਾਨ ਹੋ ਗਿਆ ਵੀ ਹੁਣ ਸਾਨੂੰ ਵੀ ਜੰਗ ਹੀ ਕਰਨੀ ਚਾਹੀਦੀ। ਜਿਹੜੇ ਚੜ ਕੇ ਆਏ ਨੇ ਉਹਨਾਂ ਨਾਲ ਰਣ ਸਾਮਗਰੀ ਬਹੁ ਵਰਤਾਈ। ਜਿਹੜੀ ਰਣ ਜੰਗ ਦੀ ਸਮੱਗਰੀ ਹੁੰਦੀ ਹੈ, ਜਿਵੇਂ ਸ਼ਸਤਰ, ਹੋਰ ਗੋਲੀ ਛਿੱਕਾ, ਗੋਲੇ ਆਦਿਕ, ਚੰਗੇ ਚੰਗੇ ਢਾਲੇ, ਜੋ ਵੀ ਜੰਗ ਵਿੱਚ ਕੰਮ ਆਉਣ ਵਾਲੇ ਸ਼ਸਤਰ ਤੇ ਅਸਤਰ ਹਨ, ਉਹ ਜੰਗ ਦੀ ਜਿਹੜੀ ਜੰਗ ਦੀ ਸਮੱਗਰੀ ਹੈ, ਜੰਗ ਦਾ ਸਾਜੋ ਸਮਾਨ ਹੈ, ਸਾਰਾ ਹੀ ਰਾਜੇ ਅਸਾਮ ਦੇ ਨੇ ਹੁਕਮ ਕਰਕੇ ਵਰਤਾ ਦਿੱਤਾ ਫੌਜ ਸੋ ਨੂੰ। ਭੱਟ ਸਕੇਲ ਕਰੇ ਇੱਕ ਥਾਈ। ਤੇ ਆਪਣੇ ਸਾਰੇ ਹੀ ਜਿਹੜੇ ਸੂਰਮੇ ਸਨ ਉਹ ਆਪਣੀ ਰਾਜਧਾਨੀ ਦੇ ਵਿੱਚ ਇਕੱਠੇ ਕਰ ਲਏ ਇੱਕ ਥਾਂ ਤੇ। ਤੋਪ ਤੁਪਕ ਕੋ ਕਰਕੇ ਸੁਧ। ਤੇ ਜਿਹੜੀਆਂ ਤੋਪਾਂ ਸਨ, ਬੰਦੂਕਾਂ ਸਨ, ਸੁੱਧ ਕਰਕੇ ਕਹਿੰਦਾ ਚੰਗੀ ਤਰ੍ਹਾਂ ਵੇਖੋ ਕੋਈ ਐਨ ਮੌਕੇ ਤੇ ਧੋਖਾ ਨਾ ਦਵੇ ਹੁਣ। ਪਟੀ ਸੈਨ ਵੱਡ ਕਰਬੇ ਜੁੱਧ। ਇਸ ਤਰ੍ਹਾਂ ਅਸਾਮ ਦੇ ਰਾਜੇ ਨੇ ਵੀ ਜੰਗ ਕਰਨ ਦੇ ਲਈ ਆਪਣੀ ਫੌਜ ਜਿਹੜੀ ਹੈ ਉਸ ਪਾਸੇ ਨੂੰ ਭੇਜੀ ਜਿੱਥੇ ਰਾਮ ਸਿੰਘ ਆ ਕੇ ਉਤਰਿਆ ਹੈ। ਹਮ ਕੇ ਤਿਕ ਦਿਨ ਚੜ੍ਹੇ ਪਿਛਾਰੀ। ਤੇ ਰਾਜਾ ਕਹਿੰਦਾ ਵੀ ਤੁਸੀਂ ਪਹਿਲਾਂ ਕਿਨਾਰੇ ਤੇ ਐਨ ਪਹਿਲਾਂ ਥੋੜੇ ਬਹੁਤ ਤਾਂ ਹੈਗੇ ਸੀ ਫੌਜੀ, ਤੁਸੀਂ ਤਿਆਰ ਬਰ ਤਿਆਰ ਹੋ, ਜਦੋਂ ਇਸ਼ਾਰਾ ਮਿਲੇਗਾ ਤਾਂ ਉਸੇ ਵੇਲੇ ਦਰਿਆ ਪਾਰ ਕਰ ਜਾਇਓ, ਫਿਰ ਕੁਝ ਕੁ ਦਿਨ ਤੁਹਾਡੇ ਮਗਰੋਂ ਮੈਂ ਵੀ ਚੜ ਕੇ ਆ ਜਾਵਾਂਗਾ। ਕਰ ਸੰਗਰਾਮ ਪਿਖੇ ਭੱਟ ਭਾਰੀ। ਆ ਵੇਖਦੇ ਆ ਵੀ ਕਿੱਡੇ ਕੁ ਵੱਡੇ ਸੂਰਮੇ ਆਏ ਨੇ ਜਿਹੜੇ ਜੈਪੁਰ ਤੋਂ ਚੜ ਕੇ ਆਏ ਹਨ। ਜਦੋਂ ਉਹਨਾਂ ਨਾਲ ਜੰਗ ਕਰਾਂਗਾ, ਸੰਗਰਾਮ ਕਰਾਂਗਾ ਦੋਏ ਹੱਥ ਕਰਕੇ, ਅਸਾਮ ਦਾ ਰਾਜਾ ਕਹਿੰਦਾ ਫਿਰ ਤਾਕਤ ਵੇਖ ਲਾਂਗੇ ਵੱਡੇ ਸੂਰਮਿਆਂ ਦੀ। ਦੋਹਰਾ ਇਤ ਧੋਬਨ ਜਬ ਗਹਿ ਲਹੀ। ਸੋ ਉਧਰ ਜੰਗ ਦੀ ਤਿਆਰੀ ਜਿਹੜੀ ਹੈ ਅਸਾਮ ਦੇ ਰਾਜੇ ਨੇ ਵੀ ਕਰਤੀ। ਇਧਰ ਜਦੋਂ ਧੋਬਣ ਗੁਰੂ ਸਾਹਿਬ ਦੀ ਸ਼ਕਤੀ ਦੇ ਨਾਲ ਇਹਦੇ ਮੰਤਰ ਜੰਤਰ ਸਭ ਨਾਸ ਹੋ ਗਏ ਤੇ ਫੜ ਕੇ ਗੁਰੂ ਸਾਹਿਬ ਜੀ ਦੇ ਕੋਲ ਲੈ ਆਂਦੀ। ਅਪਰ ਨਹੀਂ ਕੋ ਆਏ। ਤੇ ਹੋਰ ਕੋਈ ਜਾਦੂਗਰ ਨਹੀਂ ਫੌਜ ਨੂੰ ਡਰਾਉਣ ਵਾਸਤੇ। ਜਦੋਂ ਆਕਾਸ਼ ਵਿੱਚ ਨਾ ਆਈ ਜਿਹੜੀ ਕਈ ਦਿਨ ਫੌਜ ਨੂੰ ਡਰਾਉਂਦੀ ਸੀ ਤੇ ਫੌਜ ਭੱਜਣ ਨੂੰ ਤਿਆਰ ਹੋ ਗਈ ਰਾਮ ਸਿੰਘ ਦੀ। ਰਾਮ ਸਿੰਘ ਬਹੁ ਹਰਖ ਔਰ। ਆ ਜੈਪੁਰ ਦਾ ਰਾਜਾ ਜਿਹੜਾ ਰਾਮ ਸਿੰਘ ਹੈ ਨਾ, ਇਹ ਵੇਖ ਕੇ ਬੜਾ ਖੁਸ਼ ਹੋਇਆ। ਕਹਿੰਦਾ ਪਹਿਲਾਂ ਤਾਂ ਇਉਂ ਲੱਗਦਾ ਸੀ ਵੀ ਫੌਜ ਭੱਜ ਹੀ ਨਾ ਜਾਵੇ, ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ, ਹੁਣ ਜਾਦੂਗਰਨੀ ਨਹੀਂ ਕੋਈ ਆਈ। ਗੁਰ ਢਿਗ ਪਹੁੰਚਿਓ ਧਾਏ। ਆ ਦੌੜ ਕੇ ਸ਼ੁਕਰਾਨਾ ਕਰਨ ਵਾਸਤੇ ਦੂਰ ਸਤਿਗੁਰਾਂ ਨੇ ਜਿੱਥੇ ਉੱਚੇ ਥਾਂ ਡੇਰਾ ਕੀਤਾ, ਗੁਰੂ ਤੇਗ ਬਹਾਦਰ ਸਾਹਿਬ ਨੇ ਰਾਮ ਸਿੰਘ ਰਾਜਾ ਮਹਾਰਾਜ ਸਾਹਿਬ ਦੇ ਕੋਲ ਪਹੁੰਚਿਆ। ਚੌਪਈ ਕਰੀ ਬੰਦਨਾ ਬੈਠਿਓ ਆਨ। ਮਹਾਰਾਜ ਸਾਹਿਬ ਜੀ ਨੂੰ ਨਮਸਕਾਰ ਕੀਤੀ ਤੇ ਸਤਿਗੁਰਾਂ ਦੇ ਚਰਨੀ ਬੈਠ ਗਿਆ। ਬਿਨਤੀ ਕੇ ਜੁਤ ਕਰਤ ਬਖਾਨ। ਪਾਤਸ਼ਾਹ ਜੀ ਨੂੰ ਬੇਨਤੀ ਦੇ ਵਚਨ ਕਹਿਣ ਲੱਗਾ ਹੈ। ਰਾਵਰ ਕੇ ਪ੍ਰਤਾਪ ਤੇ ਜਾਨਾ। ਕਹਿਣ ਲੱਗਾ ਮਹਾਰਾਜ ਪਹਿਲਾਂ ਤਾਂ ਮੈਂ ਦਿਲ ਛੱਡੀ ਬੈਠਾ ਸੀ, ਪਰ ਤੁਹਾਡਾ ਤੇਜ ਪ੍ਰਤਾਪ ਵੇਖ ਕੇ ਮੈਂ ਇਹ ਗੱਲ ਜਾਣ ਗਿਆ, ਮੈਨੂੰ ਹੁਣ ਇਸ ਤਰ੍ਹਾਂ ਅਨੁਭਵ ਹੋਣ ਲੱਗ ਪਿਆ ਹੈ। ਤੇ ਹੋਏ ਮਮ ਕਾਜ ਮਹਾਨ। ਤੁਹਾਡੀ ਕਿਰਪਾ ਨਾਲ ਮਹਾਰਾਜ ਮੇਰਾ ਇਹ ਵੱਡਾ ਕਾਰਜ ਫਤਿਹ ਹੋ ਜਾਊਗਾ। ਇਹ ਜੋ ਮੈਂ ਮੁਹਿੰਮ ਤੇ ਆਇਆ ਹਾਂ, ਇਹ ਮਹਾਰਾਜ ਮੇਰੀ ਫਤਿਹ ਹੋ ਜਾਏਗੀ ਹੁਣ ਤੁਹਾਡੀ ਦਇਆ ਸਦਕਾ। ਤਉ ਸੁਨੋ ਪ੍ਰਭ ਜੀ ਮਮ ਅਰਜ਼ੀ। ਪਰ ਫੇਰ ਵੀ ਮਹਾਰਾਜ ਮੈਨੂੰ ਭਰੋਸਾ ਤਾਂ ਹੋਇਆ ਹੈ ਪੂਰਾ, ਪਰ ਇੱਕ ਅਰਦਾਸ ਹੈ, ਇੱਕ ਬੇਨਤੀ ਹੈ, ਉਹ ਸੁਣਨਾ ਕਰੋ ਮੇਰੀ। ਸਭ ਲਸ਼ਕਰ ਵਰਤੇ ਤੁਮ ਮਰਜੀ। ਮਹਾਰਾਜ ਜਿੰਨੀ ਵੀ ਮੇਰੀ ਫੌਜ ਹੈ ਨਾ, ਉਹ ਤੁਹਾਡੀ ਮਰਜ਼ੀ 'ਚ ਵਰਤਦੀ ਹੈ। ਭਾਵ ਕਿ ਅਸੀਂ ਸਾਰੇ ਤੁਹਾਡੇ ਮੂੰਹ ਵੱਲ, ਤੁਹਾਡੇ ਹੁਕਮ ਵੱਲ ਵੇਖਦੇ ਹਾਂ। ਜਿਵੇਂ ਤੁਸੀਂ ਮੁਖ ਤੋਂ ਵਚਨ ਕਹੋ ਅਸੀਂ ਉਸੇ ਤਰ੍ਹਾਂ ਹੀ ਮੰਨ ਰਹੇ ਆ। ਦੇਖ ਸਿਦਕ ਸਭ ਕੇ ਉਰ ਹੋਵਾ। ਪਾਤਸ਼ਾਹ ਤੁਹਾਡੀਆਂ ਸ਼ਕਤੀਆਂ ਵੇਖ ਕੇ ਸਭ ਦੇ ਦਿਲ ਵਿੱਚ ਸਿਦਕ ਭਰੋਸਾ ਆ ਗਿਆ। ਜਿਹੜਾ ਤੁਸੀਂ ਆ ਜਾਦੂਗਰਨੀ ਫੜੀ ਇੱਕ, ਬਾਕੀ ਡਰਦੀਆਂ ਹੀ ਭੱਜ ਗਈਆਂ, ਇਹ ਵੇਖ ਕੇ ਤਾਂ ਮਹਾਰਾਜ ਹਰ ਇੱਕ ਦੇ ਮਨ ਵਿੱਚ ਭਰੋਸਾ ਏ ਵੀ ਨਾਵੇਂ ਸਤਿਗੁਰੂ ਕਿਰਪਾ ਕਰਨਗੇ। ਮਹਾਰਾਜ ਦੇ ਚਰਨ ਫੜੀ ਰੱਖੋ, ਇਹਨਾਂ ਦਾ ਸਦਕਾ ਅਸੀਂ ਜਿੱਤਾਂਗੇ। ਮਹਾਤਰਾਸ ਮੰਤਰਨ ਕੋ ਖੋਵਾ। ਆ ਜਿਹੜਾ ਡਰ ਸੀ ਨਾ ਸਾਡੇ ਅੰਦਰ ਵੀ ਜੰਗ ਤਾਂ ਸ਼ਸਤਰਾਂ ਨਾਲ ਅਸੀਂ ਕਰ ਲਾਂਗੇ, ਮੰਤਰਾਂ ਨਾਲ ਅਸੀਂ ਕੀ ਕਰਾਂਗੇ ਅਸਾਮ ਵਾਲਿਆਂ ਦਾ, ਉਹ ਮਹਾਰਾਜ ਸਾਡਾ ਡਰ ਤੁਹਾਡੀ ਕਿਰਪਾ ਨਾਲ ਦੂਰ ਹੋ ਗਿਆ ਏ। ਬਹੁਤ ਕਾਲ ਬੀਤਿਓ ਹਮ ਆਏ। ਪਰ ਇਹ ਸਾਡੀ ਬੇਨਤੀ ਹੈ ਵੀ ਫੌਜ ਕਾਹਲੀ ਜੀ ਪੈਂਦੀ ਹੈ, ਕਿਉਂਕਿ ਬੜਾ ਲੰਮਾ ਸਮਾਂ ਹੋ ਗਿਆ ਇੱਥੇ ਮਹਾਰਾਜ ਆਇਆਂ ਨੂੰ। ਖਰਚੇ ਕੋਸ ਦਰਬ ਸਮੁਦਾਇ। ਜਿੰਨਾ ਵੀ ਖਜ਼ਾਨੇ ਦੇ ਵਿੱਚ ਧਨ ਸੀ ਉਹ ਸਾਰਾ ਹੀ ਤਕਰੀਬਨ ਖਰਚਿਆ ਹੀ ਗਿਆ ਹੈ। ਬਿਸਰੇ ਸਦਨ ਰਹੇ ਸਭ ਐਸੋ। ਮਹਾਰਾਜ ਸਾਹਿਬ ਜੀ ਇਸ ਤਰ੍ਹਾਂ ਇੱਥੇ ਰਹਿ ਰਹੇ ਆ ਵੀ ਜਿਵੇਂ ਸਾਰਿਆਂ ਨੂੰ ਆਪਣੇ ਘਰ ਹੀ ਸਾਨੂੰ ਭੁੱਲ ਗਏ ਹੋਣ, ਆਪਣੇ ਘਰ ਦਾ ਹੀ ਨਹੀਂ ਪਤਾ
ਇੰਨਾ ਚਿਰ ਘਰ ਛੱਡ ਕੇ ਆਇਆਂ ਨੂੰ ਹੋ ਗਿਆ ਰਿਪ ਹੈ। ਪਰ ਜੋਰ ਪਰਿਓ ਨਹਿ ਕੈਸੇ। ਆ ਉਂਝ ਤਾਂ ਠੀਕ ਹੈ, ਪਰ ਦੁਸ਼ਮਣ ਤੇ ਤਾਂ ਮਹਾਰਾਜ ਸਾਡਾ ਜ਼ੋਰ ਹਾਲਾਂ ਤੀਕ ਕੋਈ ਪਿਆ ਨਹੀਂ, ਕੋਈ ਇਹੋ ਜੀ ਤਾਂ ਖੇਡ ਵਰਤੀ ਨਹੀਂ ਜਿਹਦੇ ਨਾਲ ਦੁਸ਼ਮਣ ਜਿਹੜਾ ਸਾਡਾ ਡਰ ਮੰਨੇ, ਸਾਡੀ ਈਨ ਮੰਨੇ। ਨਹੀਂ ਬਾਹਨੀ ਪਾਰ ਉਤਾਰੀ। ਤੇ ਕਈ ਮਹੀਨੇ ਲੰਘ ਗਏ ਹਨ। ਰਾਮ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿੰਦਾ, ਸਤਿਗੁਰੂ ਫੌਜ ਵੀ ਨਹੀਂ ਪਾਰ ਕੀਤੀ ਆਪਾਂ ਬ੍ਰਹਮਪੁੱਤਰ ਤੋਂ, ਨਾ ਤੁਹਾਡੀ ਕੋਈ ਆਗਿਆ ਆਈ ਹੈ ਤੇ ਨਾ ਹੀ ਅਸੀਂ ਮਹਾਰਾਜ ਪਰਲੇ ਪਾਸੇ ਗਏ ਆ। ਸੰਗਰਾਮ ਮਚਿਓ ਭੈਕਾਰੀ। ਤੇ ਨਾ ਹੀ ਮਹਾਰਾਜ ਡਰ ਦੇ ਦੇਣ ਵਾਲਾ ਜਿਹੜਾ ਜੰਗ ਮਚਿਆ, ਜੇ ਜੰਗ ਮਚਦਾ ਤੇ ਤਾਂ ਵੀ ਦੁਸ਼ਮਣ ਜਿਹੜਾ ਡਰਦਾ ਸਾਡੇ ਤੋਂ। ਕਬ ਲਗ ਇਹ ਥਾਂ ਬੈਠੇ ਰਹਿ। ਤੇ ਮੈਂ ਇਹ ਬੇਨਤੀ ਕਰਦਾ ਵੀ ਤੁਸੀਂ ਦੱਸੋ ਕਿੰਨਾ ਕੁ ਚਿਰ ਇੱਥੇ ਬਹਿਣਾ ਪਊਗਾ, ਹੋਰ ਕਿੰਨੇ ਮਹੀਨੇ ਮਹਾਰਾਜ ਇਦਾਂ ਬੈਠੇ ਰਵਾਂਗੇ। ਰਾਮ ਜੇ ਅਕੁਲਾਵਤ ਆਹ। ਆ ਜਿਹੜੇ ਮੇਰੀ ਫੌਜ ਦੇ ਮੁਖੀ ਅਹਿਲਕਾਰ ਆ ਉਹ ਤਾਂ ਮਹਾਰਾਜ ਘਾਬਰੀ ਜਾਂਦੇ ਨੇ ਵੀ ਇੰਨੇ ਦਿਨ ਹੋ ਗਏ ਘਰੋਂ ਬਾਹਰ ਆਇਆ। ਜਿਉਂ ਜਿਉਂ ਕਰਨਾ ਤੁਮਰੀ ਜਿਉਂ ਆ ਬਸ ਇੰਨਾ ਹੈ ਵੀ ਜਿਵੇਂ ਜਿਵੇਂ ਤੁਹਾਡੀ ਕਰਨਾ ਕਿਰਪਾ, ਤੁਹਾਡੀ ਮਹਾਰਾਜ ਰਹਿਮਤ ਦੀ ਨਿਗਾਹ ਕੋਈ ਕੌਤਕ ਵੇਖਦੇ ਹਨ। ਇਸ ਮੁਹਿੰਮ ਤੇ ਛੁਟਬੋ ਹੋਵੇ। ਤਿਉਂ ਸਾਨੂੰ ਤੇ ਸਾਰਿਆਂ ਨੂੰ ਭਰੋਸਾ ਹੁੰਦਾ ਹੈ ਵੀ ਇਸ ਮੁਹਿੰਮ ਤੋਂ ਸਾਡਾ ਮਹਾਰਾਜ ਛੁਟਕਾਰਾ ਹੋ ਜਾਊਗਾ, ਅਸੀਂ ਜਿੱਤ ਕੇ ਆਪਣੇ ਝੰਡੇ ਝੁਲਾ ਕੇ ਜਾਵਾਂਗੇ। ਉਹ ਕਾਲੇ ਪੈ ਜਾਂਦੇ ਨੇ, ਸਾਰੇ ਘਾਬਰ ਰਹੇ ਨੇ, ਪਰ ਤੁਹਾਡੀ ਕਿਰਪਾ ਹੁੰਦੀ ਜਿਵੇਂ ਜਿਵੇਂ ਅਸੀਂ ਵੇਖਦੇ ਹਾਂ, ਜਿਵੇਂ ਪਾਣੀ ਤੋਂ ਸਾਨੂੰ ਮਹਾਰਾਜ ਬਚਾਇਆ, ਕਈ ਜੰਤਰਾਂ ਮੰਤਰਾਂ ਤੋਂ ਰੱਖਿਆ ਕੀਤੀ, ਆ ਜਾਦੂਗਰਨੀਆਂ ਮਹਾਰਾਜ ਜਿਵੇਂ ਭਜਾਈਆਂ, ਇਹ ਤੁਹਾਡੀ ਕਿਰਪਾ ਸਾਡੇ ਤੇ ਹੁੰਦੀ ਵੇਖ ਕੇ ਸਾਨੂੰ ਹੌਸਲਾ ਤੇ ਹੁੰਦਾ ਏ ਵੀ ਇਸ ਮੁਹਿੰਮ ਤੋਂ, ਇਹ ਜੰਗ ਤੋਂ ਸਾਡਾ ਛੁਟਕਾਰਾ ਛੇਤੀ ਹੋਵੇਗਾ। ਦੀਨ ਬੰਦ ਜੀ ਕਰੋ ਸਹਾਈ। ਪਰ ਇਹ ਅਸੀਂ ਅਰਦਾਸ ਕਰਦੇ ਆ, ਇਹ ਦੀਨਾ ਬੰਧੂ ਗੁਰੂ ਤੇਗ ਬਹਾਦਰ ਸਾਹਿਬ ਸਾਡੀ ਮਹਾਰਾਜ ਸਹਾਇਤਾ ਕਰੋ। ਰਾਮ ਸਿੰਘ ਕਹਿੰਦਾ, ਬੜ ਕਲੇਸ਼ ਤੇ ਲਿਹੋ ਬਚਾਈ। ਮਹਾਰਾਜ ਆ ਕਲੇਸ਼ ਆ ਜਿਹੜਾ ਝਗੜਾ ਹੈ ਨਾ ਜੰਗ ਦਾ, ਇਹ ਤੋਂ ਬਚਾ ਹੀ ਲਓ, ਆਪਣੀ ਰਹਿਮਤ ਕਰੋ। ਲੋਕ ਹਜ਼ਾਰਾਂ ਤੁਮ ਦੇ ਸ਼ਹਿਰ। ਹਜ਼ਾਰਾਂ ਹੀ ਲੋਕ ਮਹਾਰਾਜ ਮੇਰੀ ਫੌਜ ਦੇ ਤੁਹਾਡੇ ਵੱਲ ਹੀ ਵੇਖ ਰਹੇ ਨੇ ਵੀ ਤੁਸੀਂ ਕਿਰਪਾ ਕਰਕੇ ਆ ਜੰਗ ਯੁੱਧ ਤੋਂ ਬਚਾ ਹੀ ਲਵੋਗੇ ਸਾਨੂੰ। ਕਹਿਬੇ ਹੇਤ ਮੋਹੇ ਕੋ ਪ੍ਰੇਰਤ। ਆਪ ਤਾਂ ਮਹਾਰਾਜ ਤੁਹਾਡੇ ਕੋਲ ਕੋਈ ਆਉਂਦਾ ਨਹੀਂ, ਤੁਹਾਡਾ ਡਰ ਮੰਨਦੇ ਨੇ ਤੇ ਮੈਨੂੰ ਪ੍ਰੇਰਦੇ ਰਹਿੰਦੇ, ਮੈਨੂੰ ਆ ਕੇ ਕਹਿੰਦੇ ਰਹਿੰਦੇ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿ ਵੀ ਸਾਡਾ ਖਹਿੜਾ ਛਡਾਵੋ ਇੱਥੋਂ। ਸਗਰੋ ਲਸ਼ਕਰ ਸ਼ਰਨ ਤੁਮਾਰੀ। ਸਾਡੀ ਫੌਜ ਮਹਾਰਾਜ ਮੇਰੀ ਤੁਹਾਡੀ ਸ਼ਰਨ ਪਈ ਹੈ, ਤੁਹਾਡੇ ਮਹਾਰਾਜ ਚਰਨ ਮਨਾਉਂਦੀ ਹੈ। ਮਹਾਰਾਜ ਕੀ ਜੈ ਰਖਵਾਰੀ। ਰਾਮ ਸਿੰਘ ਰਾਜਾ ਕਹਿੰਦਾ, ਹੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਸਾਡੀ ਰਖਵਾਲੀ ਕਰੋ ਜਿਵੇਂ ਪਹਿਲਾਂ ਕੀਤੀ ਹੈ। ਰਾਵਰ ਕੋ ਭਰੋਸੋ ਹੈ ਭਾਰ। ਕਿਉਂਕਿ ਆਪ ਦੇ ਚਰਨ ਕਮਲਾਂ ਦਾ ਹੀ ਸਾਨੂੰ ਇੱਕ ਭਾਰੀ ਭਰੋਸਾ ਏ। ਸਗਰੇ ਚਾਹਤ ਸਰਨ ਪਰੇ ਕੋ ਬਿਰਦ ਤੇ ਸੰਭਾਲੋ। ਤੁਸੀਂ ਵੀ ਮਹਾਰਾਜ ਤੋਂ ਆਪਣੇ ਸ਼ਰਨ ਪਿਆਂ ਦਾ ਜੋ ਲਾਜ ਰੱਖਣ ਦਾ ਬਿਰਦ ਹੈ ਨਾ, ਤੁਹਾਡਾ ਜੋ ਪ੍ਰਾਣ ਹੈ ਵੀ ਜਿਹੜਾ ਸ਼ਰਨ ਪਵੇ ਉਹਦੀ ਬਾਹ ਫੜ ਕੇ ਮਦਦ ਕਰਨੀ, ਤੁਸੀਂ ਵੀ ਮਹਾਰਾਜ ਆਪਣੇ ਹੁਣ ਬਿਰਦ ਦੀ ਸੰਭਾਲ ਕਰੋ। ਜਬ ਕਬ ਕਾਰਜ ਤੁਮ ਹੀ ਕਰਨਾ। ਕਿਉਂਕਿ ਜਦੋਂ ਕਦੋਂ ਵੀ ਸਤਿਗੁਰੂ ਜੀ ਆਏ ਜੰਗ ਕਲੇ ਕਲੇਸ਼ ਮੁਕਾਉਣ ਵਾਲਾ ਜਿੱਤਣ ਵਾਲਾ ਕੰਮ ਹੋਣਾ ਹੈ, ਅਸੀਂ ਤਾਂ ਨਹੀਂ ਕੁਝ ਕਰ ਸਕਦੇ। ਰਾਮ ਸਿੰਘ ਕਹਿੰਦਾ ਤੁਸੀਂ ਹੀ ਕਰਨਾ, ਅੱਜ ਕਰ ਦਿਓ ਕੱਲ ਕਰ ਦਿਓ, ਹੋਣਾ ਤੇ ਤੁਹਾਡੀ ਕਿਰਪਾ ਨਾਲ ਹੀ ਹੈ ਸਤਿਗੁਰੂ ਜੀ। ਸਗਰੇ ਚਾਹਤ ਰਾਵਰ ਸ਼ਰਨ। ਤੇ ਸਾਰੇ ਇਸੇ ਕਰਕੇ ਤੁਹਾਡੀ ਸ਼ਰਨ ਚਾਹੁੰਦੇ ਆ ਵੀ ਜਿਵੇਂ ਤੁਸੀਂ ਸਾਨੂੰ ਇਹਨਾਂ ਦੇ ਮੰਤਰਾਂ ਤੋਂ ਬਚਾਇਆ, ਐਵੇਂ ਜੰਗ ਤੋਂ ਵੀ ਬਚਾ ਕੇ ਮਹਾਰਾਜ ਤੇ ਦੁਸ਼ਮਣ ਨੂੰ ਵੀ ਸ਼ਰਨ ਪਾ ਦਿਓ। ਸੁਨ ਸ਼੍ਰੀ ਤੇਗ ਬਹਾਦਰ ਕਹਿਓ। ਹੁਣ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਮਹਾਨਤਾ ਦਰਸਾਉਣ ਦੇ ਲਈ ਤੇ ਦੇਵੀ ਦੀ ਸ਼ਕਤੀ ਦਾ ਵਰਣਨ ਕਰਦਿਆਂ ਹੋਇਆਂ ਨਾਵੇਂ ਪਾਤਸ਼ਾਹ ਜੀ ਰਾਮ ਸਿੰਘ ਨੂੰ ਕਹਿਣ ਲੱਗੇ, ਅਤਸ਼ੈ ਕਠਨ ਕਾਜ ਹਮ ਲਹਿਓ। ਕਹਿਣ ਲੱਗੇ, ਹੇ ਰਾਮ ਸਿੰਘ ਬੜਾ ਔਖਾ ਹੈ ਇਸ ਇਲਾਕੇ ਨੂੰ ਜਿੱਤਣਾ, ਇਹ ਅਸੀਂ ਜਾਣ ਲਿਆ ਚੰਗੀ ਤਰ੍ਹਾਂ। ਕਾਮਖਿਆ ਦੇਵੀ ਬਰਦਾਨੀ। ਕਿਉਂਕਿ ਜਿਹੜਾ ਅਸਾਮ ਦਾ ਰਾਜਾ ਹੈ ਉਹ ਦੇਵੀ ਦਾ ਭਗਤ ਹੈ, ਤੇ ਕਾਮਖਿਆ ਦੇਵੀ ਜਿਹਨੇ ਉਹਨਾਂ ਨੂੰ ਵਰ ਦਿੱਤਾ ਹੈ, ਜੋ ਉਹਨਾਂ ਦੀ ਵਰਦਾਤੀ ਤੇ ਰੱਖਿਆ ਕਰਨ ਵਾਲੀ ਹੈ। ਇਸ ਦੀ ਸੇਵਾ ਕੀਨ ਮਹਾਨੀ। ਉਸ ਦੇਵੀ ਦੀ ਸੇਵਾ ਅਸਾਮ ਦਾ ਜਿਹੜਾ ਰਾਜਾ ਹੈ ਇਹਨੇ ਤੇ ਇਹਦੇ ਬਜ਼ੁਰਗਾਂ ਨੇ ਬਹੁਤ ਮਹਾਨ ਸੇਵਾ ਕੀਤੀ ਹੈ। ਇਨਕੇ ਬੜੇ ਪ੍ਰਸੰਨ ਕਰੀ ਹੈ। ਆ ਜਿਹੜਾ ਹੁਣ ਇਸ ਵੇਲੇ ਮਹਾਰਾਜ ਕਹਿੰਦੇ ਰਾਜਾ ਹੈ ਨਾ ਅਸਾਮ ਦਾ ਰਾਮ ਸਿੰਘ, ਇਹਦੇ ਜਿਹੜੇ ਵੱਡੇ ਬਜ਼ੁਰਗ ਹੋਏ ਨੇ
ਉਹਨਾਂ ਨੇ ਕਾਮਰੂਪ ਦੇਸ਼ ਦੇ ਰਾਜਿਆਂ ਨੇ ਕਮਖਿਆ ਦੇਵੀ ਦੀ ਬਹੁਤ ਹੀ ਪ੍ਰਸੰਨਤਾ ਖੁਸ਼ੀ ਲਈ ਹੈ ਸੇਵਾ ਪੂਜਾ ਕਰਕੇ। ਵਰਦੇਵਨ ਕੋ ਸ਼ਿਵਾ ਢਲੀ ਹੈ। ਤੇ ਜਿਸ ਕਰਕੇ ਜਦੋਂ ਦੇਵੀ ਕਮਖਿਆ ਖੁਸ਼ ਹੋਈ ਹੈ ਤੇ ਖੁਸ਼ ਹੋ ਕਰਕੇ ਵਰ ਦੇਣ ਵਾਸਤੇ ਕਹਿੰਦੇ ਢਲ ਗਈ। ਇਹਨਾਂ ਦੀ ਭਾਵਨਾ ਵੇਖ ਕੇ ਇਸ ਰਾਜੇ ਦੇ ਵੱਡਿਆਂ ਦੀ ਤਾਂ ਕਮਖਿਆ ਦੇਵੀ ਇਹਨਾਂ ਦੇ ਢਲ ਗਈ, ਇਹਨਾਂ ਦੇ ਖੁਸ਼ ਹੋ ਗਈ। ਚੱਲ ਰਾਜ ਹਮਰੀ ਕੁਲ ਰਹਿ। ਤੇ ਉਦੋਂ ਨੇ ਕਿਹਾ ਵੀ ਤੁਸੀਂ ਕੀ ਮੰਗਦੇ ਹੋ? ਤਾਂ ਇਹਨਾਂ ਨੇ ਕਮਖਿਆ ਦੇਵੀ ਦੇ ਕੋਲ ਮੰਗਿਆ ਵੀ ਸਾਡਾ ਰਾਜ ਅਚਲ ਰਹੇ, ਇਹਨੂੰ ਕੋਈ ਨਾਸ ਨਾ ਕਰ ਸਕੇ। ਸ਼ਤਰੂ ਆਏ ਪਰਾਜੈ ਲਹੈ। ਜਿਹੜਾ ਵੀ ਕੋਈ ਵੈਰੀ ਚੜ ਕੇ ਸਾਡੇ ਤੇ ਆਵੇ ਆ ਕਮਖਿਆ ਦੇਵੀ ਉਹ ਸਾਡੇ ਕੋ ਹਾਰ ਕੇ ਵਾਪਸ ਜਾਵੇ। ਰਾਜ ਹਮਾਰੋ ਭ੍ਰਸ਼ਟ ਨਾ ਹੋਏ। ਸਾਡਾ ਰਾਜ ਕਦੀ ਵੀ ਭ੍ਰਿਸ਼ਟ ਨਾ ਹੋਵੇ, ਗਿਰਜਿਆਂ ਦੇ ਅਧੀਨ ਨੇ ਨਾ ਗਿਲਜਿਆਂ ਦੇ ਅਧੀਨ ਨਾ ਸਾਨੂੰ ਆਉਣਾ ਪਵੇ। ਇਹ ਬਰ ਲਿਓ ਦੇਸ਼ ਨਿਰਪ ਜੋਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਵੀ ਇਸ ਰਾਜੇ ਦੇ ਜਿਹੜੇ ਬਜ਼ੁਰਗ ਉਸ ਸਮੇਂ ਸਨ ਉਹਨਾਂ ਨੇ ਕਮਖਿਆ ਦੇਵੀ ਦਾ ਆਰਾਧਨ ਪੂਜਨ ਕਰਕੇ ਤੇ ਇਹ ਵਰ ਲਿਆ ਹੋਇਆ ਵੀ ਅਸੀਂ ਕਿਸੇ ਕੋ ਹਾਰੀਏ ਨਾ, ਕੋਈ ਸਾਡਾ ਨਾਸ ਨਾ ਕਰੇ। ਇਸ ਬਰ ਕੋ ਕੂਰੋ ਕਿਮ ਕਰੈ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਵੀ ਦੱਸੋ ਇਹ ਰਾਮ ਸਿੰਘ ਇਹ ਜਿਹੜਾ ਦੇਵੀ ਦਾ ਇਹਨਾਂ ਨੂੰ ਵਰ ਮਿਲਿਆ ਇਹਨੂੰ ਝੂਠਾ ਕਿਵੇਂ ਅਸੀਂ ਹੁਣ ਪਾ ਦਈਏ। ਜਾਂਦੇ ਪਖ ਦੇਵੀ ਤਿਨ ਧਰੈ। ਇਸ ਕਰਕੇ ਔਖਾ ਹੋ ਰਿਹਾ ਕੰਮ ਵੀ ਕਮਖਿਆ ਦੇਵੀ ਉਹਨਾਂ ਦਾ ਪੱਖ ਲੈ ਰਹੀ ਹੈ, ਉਹਨਾਂ ਦੀ ਸ਼ਕਤੀ ਜਿਹੜੀ ਹੈ ਨਾ ਸਹਾਇਤਾ ਕਰ ਰਹੀ ਹੈ ਸਾਮ ਵਾਲਿਆਂ ਦੀ। ਅਪਰ ਕੌਣ ਦੇਵੀ ਬਰ ਖੋਵੈ। ਹੋਰ ਕਿਹੜਾ ਹੈ ਸੰਸਾਰ ਵਿੱਚ ਜਿਹੜਾ ਉਸ ਦੇਵੀ ਦੀ ਸ਼ਕਤੀ ਨੂੰ ਨਾਸ ਕਰ ਦਵੇ, ਵਰ ਨੂੰ ਖਤਮ ਕਰ ਦਵੇ। ਜਾਂਦੇ ਕਾਜ ਕਠਨ ਹੀ ਹੋਵੈ। ਇਸ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ ਰਾਮ ਸਿੰਘ ਇਹ ਜੰਗ ਜਿੱਤਣ ਦਾ ਜਿਹੜਾ ਕਾਰਜ ਹੈ ਨਾ ਬੜਾ ਔਖਾ ਹੀ ਹੋਵੇਗਾ, ਸਾਨੂੰ ਤਾਂ ਐਵੇਂ ਪ੍ਰਤੀਤ ਹੋ ਰਿਹਾ ਹੈ। ਦੇਵੀ ਪਰ ਸਕਹਿ ਮਿਟਾਏ। ਹਾਂ ਇੱਕ ਦੇਵੀ ਦਾ ਵਰ ਜਿਹੜਾ ਹੈ ਨਾ ਇਹਨੂੰ ਕੋਈ ਮੇਟ ਨਹੀਂ ਸਕਦਾ। ਪ੍ਰਭ ਕੀ ਸ਼ਕਤ ਸਕਲ ਜਗ ਮਾਏ। ਆ ਜਿਵੇਂ ਪ੍ਰਭੂ ਦੀ ਸ਼ਕਤੀ ਹੈ ਮਾਇਆ ਰੂਪ ਹੈ, ਜਿਵੇਂ ਹਿੰਦੂ ਕਹਿੰਦੇ ਵੀ ਸਾਡੀ ਮਾਂ ਹੀ ਆਏ, ਮਹਾਰਾਜ ਕਹਿੰਦੇ ਕਈ ਇਹ ਤਾਂ ਸਾਰੇ ਨੂੰ ਆਪਣੀ ਮਾਂ ਹੀ ਮੰਨਦੇ ਆ। ਤੇ ਦੱਸੋ ਵੀ ਇਹਦਾ ਹੁਣ ਅਸੀਂ ਕਿਵੇਂ ਜਿਹੜਾ ਵਰ ਹੈ ਉਹਨੂੰ ਖਤਮ ਕਰ ਦਈਏ। ਸੁਣੋ ਤੁਮ ਕਹਿਓ ਹਮਾਰੋ। ਆ ਇਸ ਤਰ੍ਹਾਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹਨੂੰ ਦੱਸ ਦਿੱਤਾ, ਕਿਉਂਕਿ ਇਹ ਵੀ ਦੇਵੀ ਪੂਜਕੀ ਸਨ ਨਾ ਪਹਿਲਾਂ ਸਾਰੇ, ਤੇ ਸਤਿਗੁਰਾਂ ਜਣਾ ਦਿੱਤਾ ਵੀ ਜਿਹੜੀ ਦੇਵੀ ਦੀ ਸ਼ਕਤੀ ਬੜੀ ਮਹਾਨ ਤੁਸੀਂ ਮੰਨੀ ਹੈ ਉਹ ਅਸਾਮ ਦੇਸ਼ ਦੇ ਰਾਜੇ ਦੀ ਮਦਦ ਕਰਦੀ ਹੈ। ਉਹ ਸ਼ਕਤੀ ਨੂੰ ਦੱਸ ਕੌਣ ਮੇਟੇ, ਹੁਣ ਬੜੀ ਤਗੜੀ ਸ਼ਕਤੀ ਹੈ। ਪਰ ਫੇਰ ਹੁਣ ਗੁਰੂ ਸਾਹਿਬ ਜੀ ਜਿਹੜੀ ਗੁਰੂ ਨਾਨਕ ਦੇ ਘਰ ਦੀ ਵਡਿਆਈ ਆ ਨਾ, ਗੁਰੂ ਨਾਨਕ ਸਾਹਿਬ ਜੀ ਦੀ ਉੱਤਮਤਾ ਹੈ ਉਹ ਦੱਸਣ ਲੱਗੇ ਨੇ। ਕਹਿੰਦੇ ਰਾਮ ਸਿੰਘ ਹੈ ਤਾਂ ਬੜਾ ਔਖਾ, ਤਉ ਸੁਨੋ ਤੁਮ ਕਹਿਓ ਹਮਾਰੋ, ਪਰ ਫੇਰ ਵੀ ਸਾਡਾ ਹੋਇਆ ਬਚਨ ਸੁਣ ਤੋਂ। ਸ੍ਰੀ ਨਾਨਕ ਕੋ ਨਾਮ ਚਿਤਾਰੋ। ਕੋਈ ਹੋਰ ਇਹੋ ਜੀ ਤਾਕਤ ਨਹੀਂ ਹੈ ਜਿਹੜਾ ਦੇਵੀ ਦੀ ਸ਼ਕਤੀ ਨੂੰ, ਦੇਵੀ ਦੇ ਵਰ ਨੂੰ ਨਾਸ ਕਰ ਸਕੇ। ਪਰ ਇੱਕ ਢੰਗ ਹੈਗਾ, ਉਹ ਕਿਹੜਾ ਹੈ ਮਹਾਰਾਜ ਕਹਿੰਦੇ ਸ੍ਰੀ ਨਾਨਕ ਕੋ ਨਾਮ ਚਿਤਾਰੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਕਹਿੰਦੇ ਨਾਮ ਜਪ, ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਚੇਤੇ ਕਰ। ਸਤਨਾਮ ਕੋ ਸਿਮਰਨ ਕਰੀਐ। ਜੋ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਤਨਾਮ ਦਾ ਸਿਮਰਨ ਬਖਸ਼ਿਆ ਜਗਤ ਦੀ ਕਲਿਆਣ ਦੇ ਲਈ, ਗੁਰੂ ਸਾਹਿਬ ਅੱਗੇ ਅਰਦਾਸਾਂ ਕਰ, ਬੇਨਤੀਆਂ ਕਰਦੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰ। ਰਿਦੇ ਸੰਦੇਹਨ ਕੋ ਪਰ ਹਰੀਐ। ਤੇ ਜਿਹੜੇ ਤੇਰੇ ਦਿਲ ਵਿੱਚ ਸੰਦੇਹ ਜੇ ਉੱਠਦੇ ਆ ਨਾ ਵਾਰ-ਵਾਰ ਕਿ ਕਈ ਮਹੀਨੇ ਹੋ ਗਏ ਨੇ, ਸਿਮਰਨ ਕਰੋ। ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਨੂੰ ਅਰਾਧੋ, ਆਪੇ ਗੁਰੂ ਸਾਹਿਬ ਦਾ ਜਦੋਂ ਸਿਮਰਨ ਕਰੋਗੇ ਤਾਂ ਤੁਹਾਡੇ ਸੰਦੇਹ ਸ਼ੰਕੇ ਖਤਮ ਹੋ ਜਾਣਗੇ। ਜੇ ਕੋਈ ਤੁਹਾਡੇ ਅੰਦਰ ਕੋਈ ਸ਼ਰਧਾ ਤੋਂ ਰਹਿਤ ਵਿਚਾਰ ਆਉਂਦਾ ਉਹਨੂੰ ਦੂਰ ਕਰੋ, ਐਨ ਸੰਦੇਹ ਸ਼ੰਕੇ ਤੋਂ ਰਹਿਤ ਹੋ ਕੇ ਗੁਰੂ ਨਾਨਕ ਸਾਹਿਬ ਦੀ ਸ਼ਰਨ ਪਵੋ। ਨਿਸ਼ਚੈ ਹੋਏ ਹੈ ਵਿਜੈ ਤੁਮਾਰੀ। ਜੇ ਇਸ ਤਰ੍ਹਾਂ ਗੁਰੂ ਨਾਨਕ ਦੇਵ ਸਾਹਿਬ ਅੱਗੇ ਅਰਦਾਸਾਂ ਕਰੋਗੇ ਤਾਂ ਨਿਸ਼ਚੈ ਹੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਰਾਮ ਸਿੰਘ ਤੁਹਾਡੀ ਜਿੱਤ ਹੋਵੇਗੀ। ਇੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਤਿਗੁਰਾਂ ਨੇ ਦੇਵੀ ਦੀ ਸ਼ਕਤੀ ਤੋਂ ਵੱਡਿਆਂ ਦਰਸਾਇਆ ਹੈ। ਦਰਸਾਇਆ ਵੀ ਕਿਉਂ ਨਹੀਂ, ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਕਰਤਾਰਪੁਰ ਸਾਹਿਬ ਨਿਵਾਸ ਰੱਖ ਰਹੇ ਸਨ, ਭਾਈ ਲਹਿਣਾ ਦੇ ਰੂਪ ਵਿੱਚ ਗੁਰੂ ਅੰਗਦ ਦੇਵ ਸਾਹਿਬ ਆਏ ਤਾਂ ਇੱਕ ਬੀਬੀ ਦੇਖੀ, ਉਹਨਾਂ ਨੇ ਝਾੜੂ ਦੇ ਰਹੀ ਹੈ ਅੰਮ੍ਰਿਤ ਵੇਲੇ। ਉਸ ਵੇਲੇ ਪੁੱਛਿਆ ਵੀ ਤੂੰ ਕੌਣ ਹੈ? ਉਹ ਕਹਿਣ ਲੱਗੀ ਵੀ ਮੈਂ ਦੇਵੀ ਹੈ ਜਿਹਦਾ ਤੂੰ ਭਗਤ ਸੀ ਪਹਿਲਾਂ ਇੱਥੇ ਆਉਣ ਤੋਂ।
ਕਹਿੰਦੇ ਇੱਥੇ ਕੀ ਕਰਦੀ ਹੈ? ਕਹਿੰਦੀ ਗੁਰੂ ਨਾਨਕ ਦੇ ਘਰ ਵਿੱਚੋਂ ਬਖਸ਼ਿਸ਼ਾਂ ਲੈ ਕੇ ਜਾ ਕੇ ਅੱਗੇ ਆਪਣੇ ਮੈਂ ਸੇਵਕਾਂ ਨੂੰ ਵੰਡਦੀ ਹਾਂ ਵੀ ਮੇਰੇ ਪਾਸ ਤਾਂ ਹੈ ਨਹੀਂ ਕੁਝ, ਸਾਰਾ ਕੁਝ ਗੁਰੂ ਨਾਨਕ ਦੇਵ ਸਾਹਿਬ ਪਰਮੇਸ਼ਰ ਦਾ ਰੂਪ ਨੇ, ਇਹਨਾਂ ਦੇ ਘਰ ਚੋਂ ਮੈਨੂੰ ਮਿਲਦਾ। ਜਿਹੜੀ ਸ਼ਕਤੀ ਹੈ ਨਾ ਮਾਇਆ ਪਰਮੇਸ਼ਰ ਦੀ, ਉਹ ਦੇਵੀ ਰੂਪ ਵਿੱਚ ਕਹਿ ਲਓ, ਕਿਸੇ ਰੂਪ ਵਿੱਚ ਵੀ ਹੈ ਤਾਂ ਬਹੁਤ ਤਗੜੀ ਹੈ। ਉਹ ਕੋਈ ਆਮ ਸਧਾਰਨ ਨਹੀਂ, ਪਰ ਪਰਮੇਸ਼ਰ ਅਕਾਲ ਪੁਰਖ ਦੀ ਹੈ ਤਾਂ ਦਾਸੀ ਹੋਈ ਹੈ ਨਾ, ਭਾਵੇਂ ਜਿੰਨੀ ਮਰਜ਼ੀ ਉਹਦੇ ਵਿੱਚ ਤਾਕਤ ਹੈ, ਪਰ ਹੈ ਤਾਂ ਵਾਹਿਗੁਰੂ ਦੀ ਸੇਵਕਾ ਹੀ ਹੈ। ਇਸੇ ਕਰਕੇ ਸ਼ਕਤੀ ਤਾਂ ਬਹੁਤ ਹੈ। ਮਹਾਰਾਜ ਕਹਿੰਦੇ ਕਮਖਿਆ ਦੇਵੀ 'ਚ ਉਹ ਅਸਾਮ ਦੇ ਰਾਜੇ ਦੀ ਮਦਦ ਕਰਦੀ ਹੈ। ਪਰ ਰਾਮ ਸਿੰਘ ਜੇ ਤੂੰ ਸ਼ੰਕਾ ਛੱਡ ਕੇ ਗੁਰੂ ਨਾਨਕ ਸਾਹਿਬ ਅੱਗੇ ਅਰਦਾਸ ਬੇਨਤੀ ਕਰੇ, ਸਿਮਰਨ ਕਰੇ, ਤਾਂ ਨਿਸ਼ਚੈ ਹੀ ਤੇਰੀ ਜਿੱਤ ਹੋਵੇਗੀ। ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ। ਸੰਦੇਹਨ ਕੋ ਪਰ ਹਰੀਐ ਨਹਿ ਬੀਤੈ ਚਿਰਕਾਲ ਅਗਾਰੀ, ਬਹੁਤਾ ਸਮਾਂ ਨਹੀਂ ਹੋਰ ਲੱਗੇਗਾ, ਝਾਟੀ ਤੁਸੀਂ ਜਿੱਤ ਕੇ ਜਾਵੋਗੇ। ਕਿਤਕ ਦਿਨ ਨਮਹਿ ਆਪਣੇ ਦੇਸ਼। ਗੁਰੂ ਨਾਨਕ ਦੇਵ ਸਾਹਿਬ ਜੇ ਪ੍ਰਸੰਨ ਹੋ ਗਏ ਤਾਂ ਕਿੰਨੇ ਕੁ ਦਿਨਾਂ 'ਚ ਤੁਸੀਂ ਆਪਣੇ ਦੇਸ਼, ਆਪਣੇ ਘਰ ਦੇ ਵਿੱਚ ਗਮਨੇ ਤਿਆਗੋ ਸਗਲ ਕਲੇਸ਼। ਸਾਰੇ ਕਲੇਸ਼ ਝਗੜੇ ਤਿਆਗ ਕੇ ਆਪਣੇ ਘਰ ਨੂੰ ਚਲੇ ਜਾਓਗੇ। ਕਹਿੰਦੇ ਵੀ ਤੁਸੀਂ ਵੀ ਆਸਰਾ ਕਰੋ ਨਾ, ਹੁਣ ਗੁਰੂ ਨਾਨਕ ਦੇਵ ਸਾਹਿਬ ਦਾ ਓਟ ਆਸਰਾ ਲਹੋ। ਸੁਣ ਭੂਪਤ ਪਾਏ ਆਨੰਦ। ਇਸ ਤਰ੍ਹਾਂ ਜਦੋਂ ਰਾਜੇ ਰਾਮ ਸਿੰਘ ਨੇ ਸੁਣਿਆ ਕਿ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸਭ ਸ਼ਕਤੀਆਂ ਤੋਂ ਉੱਪਰ ਹਨ, ਤਾਂ ਬੜਾ ਆਨੰਦਿਤ ਹੋਇਆ। ਤੀਨ ਬੰਦਨਾ ਦਵੇ ਕਰ ਬੰਦ। ਦੋਵੇਂ ਹੱਥ ਜੋੜ ਕੇ ਨੌਵੇਂ ਸਤਿਗੁਰਾਂ ਨੂੰ ਨਮਸਕਾਰ ਕੀਤੀ। ਧਰ ਨਿਸ਼ਚੈ ਗਮਨਿਓ ਨਿਜ ਡੇਰੇ। ਭਰੋਸਾ ਰੱਖ ਕੇ ਆਪਣੇ ਡੇਰੇ ਗਿਆ ਵੀ ਗੁਰੂ ਸਾਹਿਬ ਜੀ ਕਿਰਪਾ ਕਰਨਗੇ। ਜਾਣੇ ਕਰਹਿ ਕਾਜ ਗੁਰ ਮੇਰੇ। ਇਹ ਜਾਣਦੇ ਨੇ ਵੀ ਰਾਜਾ ਜਾਣ ਗਿਆ ਵੀ ਗੁਰੂ ਨਾਨਕ ਦੇਵ ਸਾਹਿਬ ਆ ਵੀ ਗੁਰੂ ਤੇਗ ਬਹਾਦਰ ਸਾਹਿਬ ਰਾਹੀਂ ਮੇਰੇ ਕਾਰਜ ਸਵਾਰ ਦੇਣਗੇ। ਦੁਰਲਭ ਹੋਤੀ ਵਿਸਾਲ। ਨਹੀਂ ਤੇ ਰਾਮ ਸਿੰਘ ਕਹਿੰਦਾ ਮੇਰੇ ਲਈ ਤਾਂ ਬੜਾ ਦੁਰਲਭ, ਬੜਾ ਔਖਾ ਹੀ ਸੀ ਇੱਥੇ ਏਡੀ ਦੂਰ ਆਉਣਾ। ਕਿਸਨੇ ਵਿਜੈ ਲਈ ਕਿਸ ਕਾਲ। ਕਿਹੜਾ ਕੋਈ ਸਮਾਂ ਹੈ ਜਿਹੜਾ ਇੱਥੇ ਆਇਆ ਹੋਵੇ ਤੇ ਜਿੱਤ ਕੇ ਗਿਆ ਹੋਵੇ, ਸਗੋਂ ਮਰ ਕੇ ਹੀ ਗਏ ਹਨ ਸਾਰੇ। ਚਿਤਵਤ ਜਬ ਜਾਮਨ ਹੋਈ। ਇਸ ਤਰ੍ਹਾਂ ਇੱਧਰ ਤਾਂ ਰਾਮ ਸਿੰਘ ਮਹਾਰਾਜ ਸਾਹਿਬ ਦੇ ਬਚਨਾਂ ਦੇ ਭਰੋਸਾ ਰੱਖ ਕੇ ਤੇ ਕਈ ਤਰ੍ਹਾਂ ਦੀਆਂ ਸੋਚਾਂ ਸੋਚਦਾ ਵੀ ਗੁਰੂ ਸਾਹਿਬ ਕਿਰਪਾ ਕਰਨਗੇ, ਕਿਉਂਕਿ ਜਿਹੜਾ ਵੀ ਪਹਿਲਾਂ ਅੱਗੇ ਆਇਆ ਇੰਨੇ ਦਿਨ ਕੱਢਿਆ ਹੀ ਨਹੀਂ, ਜਿੰਨੇ ਦਿਨ ਮੈਂ ਕੱਢ ਗਿਆ ਮੇਰੀ ਫੌਜ ਕੱਢ ਗਈ ਆ। ਤੇ ਇਹਦਾ ਸੋਚਾਂ ਸੋਚਦਿਆਂ ਨੂੰ ਰਾਤ ਦਾ ਸਮਾਂ ਹੋ ਆਇਆ। ਨਿਜ ਨਿਜ ਥਾਨ ਥਿਰੇ ਸਭ ਕੋਈ। ਸਾਰੇ ਆਪੋ ਆਪਣੇ ਥਾਵਾਂ ਤੇ ਬਿਰਾਜਮਾਨ ਹੋ ਗਏ। ਜਿਹੜੇ ਪਹਿਰੇਦਾਰ ਸਨ ਉਹ ਸਾਵਧਾਨ ਹੋ ਕੇ ਪਹਿਰਾ ਦਿੰਦੇ ਨੇ। ਗਇਓ ਕਾਮ ਰੂਪਤ ਰਣਵਾਸ। ਉਧਰ ਅਸਾਮ ਦਾ ਰਾਜਾ ਜਿਹੜਾ ਇਹ ਵੀ ਆਪਣੇ ਰਣਵਾਸ ਦੇ ਵਿੱਚ ਗਿਆ, ਜਿੱਥੇ ਮਹੱਲ ਵਿੱਚ ਰਾਣੀਆਂ ਰਹਿੰਦੀਆਂ ਨੇ, ਅਨਕ ਇਸਤਰੀਆਂ ਜਹਾਂ ਬਿਲਾਸ। ਜਿੱਥੇ ਅਨੇਕਾਂ ਹੀ ਇਹਦੀਆਂ ਇਸਤਰੀਆਂ ਰਾਣੀਆਂ ਹਨ, ਕਈ ਤਰ੍ਹਾਂ ਦੇ ਬਿਲਾਸ ਕਰਦਾ ਏ। ਰੁਚਿਰ ਪ੍ਰਯੰਕ ਸੈਨ ਕੋ ਕੀਨ। ਅਸਾਮ ਦਾ ਰਾਜਾ ਸੋਹਣਾ ਪਲੰਗਾ ਵਿਛਾਈ ਹੋਈ ਹੈ, ਉੱਤੇ ਸੁਖ ਕਰਨ ਦੇ ਲਈ ਸੌਣ ਦੇ ਲਈ ਪਹੁੰਚਿਆ ਜਦੋਂ। ਸੇਵ ਰਾਣੀ ਬੈਸਨ ਵੀ। ਕਹਿੰਦੇ ਵੀ ਰਾਣੀਆਂ ਇਸ ਦੀਆਂ ਸੇਵਾ ਵਿੱਚ ਹਾਜ਼ਰ ਨੇ, ਰਾਜੇ ਦੀ ਸੇਵਾ ਕਰ ਰਹੀ ਹੈ। ਜਿਹੜੀ ਮੁੱਖ ਰਾਣੀ ਆਪ ਅੱਗੇ ਹੋ ਕੇ ਪੀਤੰਬਰ ਅਰ ਸਿਰ ਦਸਤਾਰ। ਆ ਪੀਲੇ ਰੰਗ ਦੀ ਪੋਸ਼ਾਕ ਪਾਈ ਸੀ ਇਸ ਰਾਜੇ ਨੇ, ਤੇ ਸਿਰ ਤੇ ਜਿਹੜੀ ਪੱਗ ਬੰਨੀ ਹੋਈ ਸੀ। ਮੈਂ ਪਾਲਕ ਨੇ ਰੱਖੀ ਉਤਾਰ। ਰਾਜੇ ਨੇ ਉਹ ਚੋਲਾ ਵੀ ਆਪਣਾ ਲਾ ਕੇ ਰੱਖ ਦਿੱਤਾ ਹੈ ਤੇ ਆਪਣੀ ਪੱਗ ਵੀ ਲਾ ਕੇ ਰੱਖ ਦਿੱਤੀ ਹੈ। ਖੰਜਰ ਇੱਕ ਦ੍ਰਿਪ ਪਾਸ ਰਖੰਤਾ। ਆ ਇੱਕ ਖੰਜਰ ਰਾਜਾ ਆਪਣੇ ਕੋਲ ਅਸਾਮ ਦਾ ਰੱਖਦਾ ਹੁੰਦਾ ਸੀ ਕਮਰ ਕੱਸੇ ਵਿੱਚ। ਬਸਤਰਨ ਬਿਖੈ ਰਖਿਓ ਦੁਤਵੰਤਾ। ਆ ਬੜਾ ਸੋਹਣਾ ਤਿੱਖਾ ਖੰਜਰ, ਉਹ ਵੀ ਉਹਨੇ ਬਸਤਰਾਂ ਦੇ ਵਿੱਚ ਹੀ ਰੱਖਤਾ। ਐਵੇਂ ਹੀ ਲੋਕ ਕਰਦੇ ਹੁੰਦੇ ਸੀ, ਵੱਡੇ ਵੱਡੇ ਸ਼ਸਤਰ ਧਾਰੀ, ਸਿਰ ਤੋਂ ਦਸਤਾਰ ਪੱਗ ਲਾ ਕੇ ਵੀ ਪੱਗਾਂ ਦਸਤਾਰਾਂ ਬੰਨ੍ਹਦੇ ਰਹੇ ਰਾਜੇ ਲੋਕ। ਆਮ ਲੋਕਾਂ ਨੂੰ ਨਹੀਂ ਸੀ ਬੰਨਣ ਦਿੰਦੇ, ਇਹ ਰਾਜੇ ਲੋਕ ਪੱਗਾਂ ਬੰਨ੍ਹਦੇ ਰਹੇ, ਸੂਰਬੀਰ ਯੋਧੇ ਬੰਨ੍ਹਦੇ ਰਹੇ। ਇਸੇ ਕਰਕੇ ਦਸਤਾਰ ਸੂਰਬੀਰਾਂ ਨੂੰ ਮਹਾਰਾਜ ਨੇ ਬਖਸ਼ੀ ਹੈ। ਪਰ ਪਹਿਲੇ ਲੋਕ ਐਵੇਂ ਲਾ ਕੇ ਸੁੱਟ ਦਿੰਦੇ ਸਨ, ਸ਼ਸਤਰ ਵੀ ਲਾ ਕੇ ਲਾਂਬੇ ਰੱਖ ਦਿੰਦੇ। ਮਹਾਰਾਜ ਨੇ ਕਿਹਾ ਵੀ ਦਸਤਾਰ ਸਜਾ ਕੇ ਸਿੱਖ ਨੇ ਆਰਾਮ ਕਰਨਾ, ਤਿਆਰ ਹੋ ਕੇ ਹੀ ਰਹਿਣਾ ਹੈ, ਸ਼ਸਤਰਾਂ ਦਾ ਵੀ ਵਸਾਹ ਨਹੀਂ ਕਰਨਾ। ਸਤਿਗੁਰਾਂ ਨੇ ਸਾਵਧਾਨਤਾ ਬਖਸ਼ੀ ਹੈ। ਕਈ ਲੋਕ ਹਾਲਾਂ ਵੀ ਐਵੇਂ ਕਰਦੇ ਆ, ਕੋਈ ਕੰਮ ਤੋਂ ਆਉਂਦੇ ਆ, ਕਿਤੇ ਬਾਹਰ ਵਿਆਹ ਸ਼ਾਦੀ ਤੋਂ, ਕਿਤੇ ਡਿਊਟੀ ਤੋਂ, ਪੱਗ ਬੰਨ੍ਹ ਕੇ ਗਏ ਹੁੰਦੇ ਆ, ਆਉਂਦੇ ਨੇ ਤੇ ਹੱਥਾਂ ਦੇ ਨਾਲ ਫੜ ਕੇ ਲਾ ਕੇ ਵਗਾ ਕੇ ਮਾਰਦੇ ਨੇ, ਕਹਿੰਦੇ ਵੀ ਸਿਰ ਦੁਖਦਾ। ਇਸ ਤਰ੍ਹਾਂ ਦੀ ਨਿਰਾਦਰੀ ਹਾਲਾਂ ਵੀ ਬਹੁਤ ਲੋਕ ਕਰਦੇ ਆ। ਪਰ ਮਰਿਆਦਾ ਜਿਹੜੀ ਹੈ ਉਹ ਹਰ ਸਮੇਂ ਸਾਵਧਾਨ ਦੀ ਹੈ।
ਤੇ ਜਿਹੜਾ ਸੂਰਬੀਰ ਸਿੱਖ ਹੈ ਗੁਰੂ ਦਾ, ਉਹ ਰਾਤ ਦੇ ਸਮੇਂ ਵੀ ਆਪਣੀ ਦਸਤਾਰ ਨਹੀਂ ਵਧਾਉਂਦਾ। ਸਾਧ ਸੰਗਤ ਜੀ, ਉਹ ਰਾਤ ਵੀ ਤਿਆਰ ਬਰ ਤਿਆਰ ਰਹਿੰਦੇ ਨੇ। ਇੱਕ ਕੇਸ ਵਾਹੁਣ ਵਾਸਤੇ, ਕੰਘਾ ਕਰਨ ਦੇ ਲਈ ਦਿਨ ਵਿੱਚ 2 ਵਾਰ, ਕੇਸਾਂ ਨੂੰ ਹਵਾ ਲਵਾਉਣ ਦੇ ਲਈ ਹੀ ਕੇਵਲ ਦਸਤਾਰ ਉਤਾਰੀ ਜਾਂਦੀ ਹੈ ਜਦੋਂ ਕੇਸ ਇਸ਼ਨਾਨ ਕਰਨਾ ਹੋਵੇ। ਨਹੀਂ ਤਾਂ ਸਿੰਘ ਤਿਆਰ ਬਰ ਤਿਆਰ ਰਹਿੰਦੇ ਨੇ ਰਾਤ ਦੇ ਸਮੇਂ ਵੀ। ਇਹ ਸ਼ਸਤਰ ਧਾਰੀ ਤੇ ਤਿਆਰ ਬਰ ਤਿਆਰ ਗੁਰਾਂ ਨੇ ਸਾਨੂੰ ਧਰਮ ਬਖਸ਼ਿਆ। ਸੋ ਰਹੋ ਵਿਚਾਰ। ਇੱਥੇ ਅਸਾਮ ਦੇ ਰਾਜੇ ਦੀ ਗੱਲ ਚੱਲ ਰਹੀ ਵੀ ਰਾਤ ਨੂੰ ਉਹਨੇ ਆਪਣੀ ਪੋਸ਼ਾਕ ਪੀਲੇ ਰੰਗ ਦੀ ਲਾਹਤੀ, ਪੱਗ ਵੀ ਲਾ ਕੇ ਰੱਖਤੀ, ਟੋਪੀ ਜੇ ਆਂਗ, ਜਿਵੇਂ ਹੁਣ ਵੀ ਕਈ ਸਿੱਖ ਕਹਿਣ ਵਾਲੇ ਆਪਣੇ ਆਪ ਨੂੰ ਕਰਦੇ ਆ। ਸ਼ਸਤਰ ਵੀ, ਖੰਜਰ ਵੀ ਲਾ ਕੇ ਕੱਪੜਿਆਂ ਦੇ ਵਿੱਚ ਰੱਖ ਦਿੱਤਾ। ਰਤਨ ਜਰਾਉ ਮੁਸ਼ਟ ਗਹਿਨ ਕੀ। ਤੇ ਉਸ ਵੇਲੇ ਫਿਰ ਜਦੋਂ ਸਾਰਾ ਕੁਝ ਲਾ ਕੇ ਰੱਖਿਆ, ਜਿਹਦੇ ਰਤਨ ਜਰਾਉ ਮੁਸ਼ਟ ਗਹਿਨ ਕੀ, ਗਹਿਣਿਆਂ ਦੀ ਕਹਿੰਦੇ ਵੀ ਜਿਸ ਦੀ ਮੁੱਠੀ ਜੜੀ ਹੋਈ, ਸੋਨੇ ਦਾ ਕੰਮ ਕੀਤਾ, ਉੱਤੇ ਹੀਰਿਆਂ ਦੇ ਨਗ ਲੱਗੇ ਹੋਏ ਹਨ ਜੋ ਮੁੱਠਾ ਹੈ। ਅਪਰ ਭੂਖਨ ਸ਼ੋਭਾ ਤਨ ਕੀ। ਹੋਰ ਵੀ ਸਰੀਰ ਦੀ ਸ਼ੋਭਾ ਵਧਾਉਣ ਵਾਲੇ ਜਿਹੜੇ ਗਹਿਣੇ ਸਨ, ਉਹ ਵੀ ਰਾਜੇ ਉਤਾਰ ਕੇ ਰੱਖਤੇ ਅਸਾਮ ਦੇ ਨੇ। ਸੁੰਦਰ ਚੌਂਕੀ ਪਰ ਟਿਕ ਧਾਰੇ। ਬੜੀ ਸੋਹਣੀ ਚੌਂਕੀ ਹੈ, ਉਹਦੇ ਉੱਤੇ ਆਪਣੇ ਪਾਸ ਰੱਖੇ। ਸੇਜਾ ਪਰ ਭੂਪਤ ਚੜ ਫਿਰੇ। ਤੇ ਇਹਨੇ ਨੂੰ ਫਿਰ ਜਿਹੜਾ ਰਾਜਾ ਸੀ ਅਸਾਮ ਦਾ, ਆਪਣੀ ਸੇਜਾ ਦੇ ਚੜ ਕੇ ਤੇ ਲੰਮੇ ਪੈ ਗਿਆ। ਕਰ ਦੇਵੀ ਕਾ ਮੱਖਿਆ ਨਮੋ। ਤੇ ਸੌਣ ਤੋਂ ਪਹਿਲਾਂ ਕਾਮਖਿਆ ਦੇਵੀ ਨੂੰ ਨਮਸਕਾਰ ਕੀਤੀ, ਉਹਦਾ ਆਰਾਧਨ ਕੀਤਾ। ਭਗਤ ਸੀ ਉਹਦਾ ਰਾਜਾ, ਇਸ ਕਰਕੇ ਉਹਨੂੰ ਚੇਤੇ ਕਰਕੇ ਸੁੱਤਾ ਹੈ। ਭਇਓ ਨੀਂਦ ਬਸ ਪਰਤੇ ਸਮੋ। ਤੇ ਉਸ ਵੇਲੇ ਮੰਜੇ ਤੇ ਪਿਆ ਹੈ, ਥੋੜੇ ਸਮੇਂ 'ਚ ਨੀਂਦ ਬਸ ਹੋ ਗਿਆ। ਜਦੋਂ ਨਿਸਮੈ ਸ਼ਸਤਰ ਬਸਤਰ ਨਿਰਪਕੇਰੇ। ਰਾਤ ਦੇ ਸਮੇਂ ਐਸੀ ਫਿਰ ਮਹਾਰਾਜ ਨੇ ਕਲਾ ਵਰਤਾਈ ਇਹਨੂੰ ਦੱਸਣ ਲਈ। ਰਾਤ ਦੇ ਸਮੇਂ ਜਿੰਨੇ ਵੀ ਸ਼ਸਤਰ ਬਸਤਰ ਸਨ ਰਾਜੇ ਦੇ, ਸਰਬ ਅਨਾਏ ਗੁਰੂ ਤਿਸ ਬੇਰੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਹ ਗੁਪਤ ਸ਼ਕਤੀ ਦੇ ਨਾਲ, ਭਾਵ ਇਹ ਹੈ ਕਿ ਆਤਮਿਕ ਸ਼ਕਤੀ ਨਾਲ ਇਹਦੇ ਸ਼ਸਤਰ ਬਸਤਰ ਸਾਰੇ ਆਪਣੇ ਕੋ ਮੰਗਾ ਲਏ ਨੇ। ਕਿਉਂਕਿ ਕਲੇ ਮੇਟਣ ਵਾਸਤੇ ਇਹ ਰਾਜੇ ਨੂੰ ਹੁਣ ਪ੍ਰਤਾਪ ਤਾਂ ਵਿਖਾਉਣਾ ਸੀ ਨਾ ਸਤਿਗੁਰਾਂ। ਜੇ ਇਹਨੂੰ ਪ੍ਰਤਾਪ ਕੁਝ ਵਿਖਾਉਣਗੇ ਤਾਂ ਹੀ ਤਾਂ ਸ਼ਰਨ ਜਾਵੇਗਾ, ਤਾਂ ਹੀ ਤਾਂ ਕਲੇ ਮਿਟੇਗੀ। ਜੇ ਪ੍ਰਤਾਪ ਹੀ ਨਾ ਕਿਸੇ ਨੂੰ ਪਤਾ ਹੋਵੇ ਕਿਸੇ ਦਾ, ਉਹ ਕਿਵੇਂ ਉਹਦੀ ਸ਼ਰਨ ਪਵੇਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪਣੀ ਆਤਮਿਕ ਸ਼ਕਤੀ ਦੇ ਨਾਲ ਇਹਦੇ ਸ਼ਸਤਰ ਬਸਤਰ ਜਿਹੜੇ ਲਾ ਕੇ ਰੱਖੇ ਉਹ ਮੰਗਾ ਲਏ। ਦੇਵੀ ਦੇਵ ਨ ਕਿਨੋ ਹਟਾਏ। ਆ ਕਹਿੰਦੇ ਇਹਨੂੰ ਬੜਾ ਭਰੋਸਾ ਸੀ ਵੀ ਕਮਖਿਆ ਦੇਵੀ ਉਹਦੀਆਂ ਸ਼ਕਤੀਆਂ ਇਹ ਮੇਰੀ ਰੱਖਿਆ ਕਰਦੀ, ਪਰ ਮਹਾਰਾਜ ਅੱਗੇ ਕੀ ਚੱਲਣਾ ਸੀ। ਬਲ ਕਿਸੇ ਦੇਵੀ ਦੇਵਤੇ ਨੇ ਉਹ ਵਸਤੂਆਂ ਖੜਦਿਆਂ ਹੋਇਆਂ ਰੋਕਿਆ ਨਹੀਂ ਮਹਾਰਾਜ ਦੇ ਆਤਮਿਕ ਬਲ ਨੂੰ। ਸਗਰੇ ਸਤਗੁਰ ਕੇ ਟਿਕਿਆ। ਸਾਰੇ ਹੀ ਜਿਹੜੇ ਹਨ ਇਹਦੇ ਸ਼ਸਤਰ ਬਸਤਰ ਰਾਤ ਨੂੰ ਲਾ ਕੇ ਰੱਖੇ, ਗੁਰੂ ਤੇਗ ਬਹਾਦਰ ਸਾਹਿਬ ਦੇ ਪਾਸ ਆ ਗਏ। ਭਈ ਪ੍ਰਾਤ ਨਿਰਪ ਖੁੱਲੇ ਬਿਲੋਚਨ। ਸਵੇਰ ਹੋਈ ਤਾਂ ਜਦੋਂ ਰਾਜੇ ਦੀਆਂ ਅੱਖਾਂ ਖੁੱਲੀਆਂ, ਮੈਂ ਦੇਖੇ ਚਿਤ ਸੋਚਤ ਸੋਚਨ। ਆਪਣੇ ਸ਼ਸਤਰ ਬਸਤਰ ਵੇਖਣ ਲੱਗਾ, ਜਦੋਂ ਵੇਖਿਆ ਵੀ ਇੱਥੇ ਚੌਂਕੀ ਤੇ ਰੱਖੇ ਸੀ, ਬਹੁਤ ਚਿੰਤਾ ਵਿੱਚ ਆ ਕੇ ਸੋਚਣ ਲੱਗ ਪਿਆ ਵੀ ਇਹ ਬਣੀ ਕੀ ਮੇਰੇ ਨਾਲ ਗੱਲ। ਮੈਂ ਪਾਵਤ ਬਿਸਮਾਵਤ ਮਹਾ। ਆ ਫਿਰ ਸੱਜੇ ਖੱਬੇ ਵੇਖਿਆ ਵੀ ਕਿਤੇ ਡਿੱਗੇ ਨਾ ਹੋਣ, ਜਾਂ ਕਿਸੇ ਰਾਣੀ ਨੂੰ ਪੁੱਛਿਆ ਵੀ ਤੈਂ ਕਿ ਨਹੀਂ ਸੰਭਾਲੇ। ਸਾਰਿਆਂ ਜਦੋਂ ਕਿਹਾ ਵੀ ਅਸੀਂ ਤਾਂ ਵੇਖਿਆ ਹੀ ਕੁਝ ਨਹੀਂ ਹੈ। ਤੇ ਉਸ ਵੇਲੇ ਰਾਜਾ ਅਸਾਮ ਦਾ ਬੜਾ ਹੈਰਾਨ ਹੋਇਆ। ਹੇ ਦੇਵੀ ਹੈ ਕੌਤਕ ਕਹਾਂ। ਉਸ ਵੇਲੇ ਆਪਣੀ ਦੇਵੀ ਨੂੰ ਆਰਾਧਦਾ ਹੈ, ਹੇ ਕਮਖਿਆ ਦੇਵੀ ਇਹ ਕੀ ਕੌਤਕ ਹੋਇਆ ਹੈ ਭਾਰੀ। ਅਜ ਚਿੰਤਾ ਤੁਰ ਨਰਪਤ ਹੋਆ। ਆ ਇਸ ਤਰ੍ਹਾਂ ਚਿੰਤਾ ਦੇ ਸਹਿਤ ਅਸਾਮ ਦਾ ਰਾਜਾ ਹੋਇਆ ਵੀ ਮੇਰਾ ਸ਼ਸਤਰ ਵੀ ਕੋਈ ਲੱਭ ਨਹੀਂ ਰਿਹਾ ਤੇ ਬਸਤਰ ਵੀ ਨਹੀਂ ਦਿਖ ਰਹੇ ਜਿਹੜੇ ਰਾਤ ਲਾ ਕੇ ਰੱਖੇ ਸਨ। ਐਸੋ ਬਿਗਨ ਨ ਕਬਹੂ ਜੋ। ਕਹਿੰਦਾ ਇਹੋ ਜਿਹਾ ਵਿਗਣ ਤਾਂ ਮੈਂ ਕਦੀ ਵੇਖਿਆ ਨਹੀਂ ਆਪਣੀ ਜ਼ਿੰਦਗੀ 'ਚ ਜਿਹੜਾ ਅੱਜ ਪਿਆ ਹੈ। ਨਿਤ ਦੇਵੀ ਮੇਰੀ ਰਖਵਾਰੀ। ਨੇਤੀ ਕਮਖਿਆ ਦੇਵੀ ਮੇਰੀ ਰੱਖਿਆ ਕਰਨ ਵਾਲੀ ਹੋਈ ਹੈ। ਆਨ ਸਕਹਿ ਕੋ ਬਿਗਨ ਬਿਗਨ ਪਸਾਰੀ। ਕਹਿੰਦੇ ਵੀ ਆਨ ਸਕਹਿ ਕੋ ਬਿਗਨ ਪਸਾਰੀ। ਇਹੋ ਜਿਹਾ ਕੋਈ ਨਹੀਂ ਵੀ ਜਿਹੜਾ ਆ ਕੇ ਕੋਈ ਬਿਗਨ ਇੱਥੇ ਮੇਰੇ ਉੱਤੇ ਮੇਰੇ ਮਹਿਲਾਂ ਦੇ ਵਿੱਚ ਮੈਨੂੰ ਲੱਗ ਸਕੇ। ਰਾਤ ਦਿਨ ਦੇਵੀ ਸਾਡੀ ਰੱਖਿਆ ਕਰਦੀ ਹੈ। ਦੇਵੀ ਕੋ ਬਰ ਮਿਟ ਗਏ। ਤੇ ਜਾਂ ਸੋਚਦਾ ਰਾਣੀਆਂ ਨੂੰ ਕਹਿੰਦਾ ਏ ਵੀ ਇਹ ਪਟਰਾਣੀ ਕਿਤੇ ਦੇਵੀ ਦਾ ਸਾਨੂੰ ਦਿੱਤਾ ਹੋਇਆ ਵਰਕ ਨਹੀਂ ਮਿਟ ਗਿਆ, ਜਿਹੜਾ ਸਾਡਾ ਸਮਾਨ ਹੀ ਗੁਪਤ ਹੋ ਗਿਆ। ਅਸ ਕੌਤਕ ਮੇਰੇ ਟਿਕ ਭਏ। ਆ ਮੇਰੇ ਕੋਲ ਇਹੋ ਜਿਹਾ ਕੌਤਕ ਹੋਇਆ ਵੀ ਮੇਰੇ ਰਾਤ ਲਾ ਕੇ ਰੱਖੀ ਦਸਤਾਰ ਮੇਰੀ, ਮੇਰਾ ਚੋਲਾ, ਮੇਰੇ ਸ਼ਸਤਰ ਗਹਿਣੇ ਕੁਝ ਵੀ ਨਹੀਂ ਲੱਭ ਰਿਹਾ ਇੱਥੋਂ। ਬਹੁ 14 ਚਹੁ ਦਿਸ਼
ਸੁਵਧਾਨ। ਫੇਰ 4 ਸਫੇਰੇ ਕਹਿੰਦਾ ਵੀ ਯੋਧੇ ਸੂਰਬੀਰ ਸਾਵਧਾਨ ਹੋ ਕੇ ਪਹਿਰੇ ਤੇ ਜਾਗਦੇ ਰਹਿੰਦੇ ਹਨ। ਜੇ ਮੈਂ ਸੁੱਤਾ ਵੀ ਆ ਤਾਂ ਕਿਸ ਬਿਦ ਕੋਈ ਨ ਪਹੁੰਚੈ ਆਨ। ਕਿਸੇ ਤਰ੍ਹਾਂ ਵੀ ਢਲਿਆਈ ਨਹੀਂ ਹੈ ਵੀ ਅੰਦਰ ਕੋਈ ਆ ਕੇ ਪਹੁੰਚੇ, ਬਾਹਰੋਂ ਆਵੇ ਆ ਕੇ ਤੇ ਸਮਾਨ ਲੈ ਜਾਵੇ, ਇਦਾਂ ਵੀ ਨਹੀਂ ਹੋ ਸਕਦਾ। ਜੰਤਰ ਮੰਤਰ ਕੀ ਰਚਿਆ ਮੇਰੀ। ਫਿਰ ਜੰਤਰ ਮੰਤਰਾਂ ਦੀ ਵੀ ਰੱਖਿਆ। ਇੱਕ ਤਾਂ ਸੂਰਬੀਰ ਸਾਵਧਾਨ ਨੇ, ਸਿਕਿਉਰਿਟੀ ਭਾਵ ਕੇ ਬਾਹਰ ਸਖਤ ਹੈ, ਪਹਿਰੇ ਸਖਤ ਨੇ, ਤੇ ਇੱਕ ਤਾਂ ਨਹੀਂ ਕੋਈ ਆ ਸਕਦਾ। ਦੂਸਰਾ ਰਾਜਾ ਕਹਿੰਦਾ ਵੀ ਜੰਤਰਾਂ ਮੰਤਰ ਦੇ ਅਸੀਂ ਰੱਖਿਆ ਕੀਤੀ ਹੋਈ ਹੈ। ਜੰਤਰ ਮੰਤਰ ਜਾਣਦੇ ਆ ਵੀ ਕੋਈ ਸਾਡੇ ਮਹਿਲਾਂ ਤੀਕ ਪਹੁੰਚ ਹੀ ਨਹੀਂ ਸਕਦਾ ਚੋਰੀ ਕਰਨ ਵਾਸਤੇ। ਕੋਈ ਨ ਆਏ ਸਕੇ ਮਮ ਨੇੜੇ। ਕੋਈ ਮੇਰੇ ਨੇੜੇ ਹੀ ਨਹੀਂ ਪਹੁੰਚ ਸਕਦਾ। ਇਹੋ ਜਿਹੀਆਂ ਸਾਡੇ ਕੋਲ ਸ਼ਕਤੀਆਂ ਹਨ। ਮਹਾ ਸ਼ਕਤ ਜੁਤ ਜਿਸਨੇ ਕੀ। ਕਹਿੰਦੇ ਵੀ ਜਿੰਨੇ ਵੀ ਇਦਾਂ ਕੀਤਾ ਨਾ ਵੀ ਇਹ ਸ਼ਸਤਰ ਬਸਤਰ ਇੱਥੋਂ ਲੈ ਗਿਆ, ਉਹ ਜਾਂ ਤਾਂ ਕੋਈ ਬਹੁਤ ਵੱਡੀਆਂ ਸ਼ਕਤੀਆਂ ਦਾ ਮਾਲਕ ਹੀ ਹੋਊਗਾ, ਨਹੀਂ ਤਾਂ ਆਮ ਬੰਦੇ ਦਾ ਤੇ ਇੱਥੇ ਆਉਣਾ ਬੜਾ ਔਖਾ ਏ। ਸ਼ਬਦ ਬਾਈ ਪਟ ਆ ਜੁਦ ਲੀਨ। ਜਿਹਨੇ ਸਾਰੇ ਹੀ ਸਾਡੇ ਮੰਤਰ ਜੰਤਰ ਸ਼ਕਤੀਆਂ ਨੂੰ ਦਬਾ ਦਿੱਤਾ ਤੇ ਮੇਰੇ ਕੱਪੜੇ ਮੇਰੇ ਸ਼ਸਤਰ ਲੈ ਗਿਆ, ਉਹ ਕੋਈ ਮਹਾਨ ਸ਼ਕਤੀ ਵਾਲਾ ਹੀ ਹੋਵੇਗਾ। ਫੇਰ ਦਰਸ਼ਨਾਨ ਨ੍ਰਿਪ ਬੈਠਿਓ ਜਬ। ਇਸ ਤਰ੍ਹਾਂ ਸੋਚਾਂ ਸੋਚ ਕੇ ਇਸ਼ਨਾਨ ਕਰਕੇ ਜਦੋਂ ਰਾਜਾ ਬੈਠਾ ਏ, ਨ੍ਰਿਪ ਜਨਨੀ ਆਈ ਚਲ ਤਬ। ਰਾਜੇ ਦੀ ਮਾਂ ਆਈ ਇਹ ਗੱਲ ਸੁਣ ਕੇ ਵੀ ਰਾਜਾ ਬੜੀ ਚਿੰਤਾ ਵਿੱਚ ਹੈ ਵੀ ਰਾਤ ਨੂੰ ਸਮਾਨ ਸਾਰਾ ਇਹਦਾ ਗਾਇਬ ਹੋ ਗਿਆ। ਸੁਤ ਕੋ ਅਤ ਦੀਨ ਸੁਤ ਸ਼ਾਹੂ। ਆ ਕੇ ਆਪਣੇ ਪੁੱਤਰ ਰਾਜੇ ਅਸਾਮ ਦੇ ਨੂੰ ਉਹਦੀ ਮਾਂ ਨੇ ਬੜਾ ਉਤਸ਼ਾਹ ਦਿੱਤਾ, ਹੱਲਾ ਸ਼ੇਰੀ ਦਿੱਤੀ, ਕਹਿਣ ਲੱਗੀ ਪੁੱਤਰਾ ਐਵੇਂ ਕਾਤੋਂ ਘਾਬਰਦਾ ਹੈ? ਸੋਚੋ ਨਰਪਤ ਉਰ ਮਾਹੂ। ਤੂੰ ਰਾਜਾ ਹੈ ਇਸ ਦੇਸ਼ ਦਾ, ਚਿੰਤਾ ਕਿਉਂ ਕਰਦਾ? ਸੋਚ ਨਾ ਕਿਸੇ ਤਰ੍ਹਾਂ ਦੀ ਕਰ ਵਿੱਚ ਦਿਲ ਦੇ। ਮੈਂ ਹੋ ਭਗਤ ਚੰਡ ਜਗ ਮਾਤ। ਜੋ ਵੀ ਗੱਲ ਹੈ ਮੈਂ ਪਤਾ ਕਰ ਲੂੰ, ਕਿਉਂਕਿ ਜੋ ਜਗਤ ਮਾਤਾ ਚੰਡਕਾ ਹੈ ਨਾ, ਅਸਾਮ ਦੇ ਰਾਜੇ ਦੀ ਮਾਤਾ ਕਹਿੰਦੀ ਵੀ ਮੈਂ ਉਹਦੀ ਬਹੁਤ ਵੱਡੀ ਭਗਤਣੀ ਹਾਂ। ਪੂਜਨ ਕਰੋ ਸਕਲ ਬਿਰਤਾਂਤ। ਮੈਂ ਆਪਣੀ ਦੇਵੀ ਨੂੰ ਹੀ ਪ੍ਰਸੰਨ ਕਰਕੇ ਸਾਰਾ ਬਿਰਤਾਂਤ ਪੁੱਛ ਲੂੰ ਵੀ ਇਹ ਗੱਲ ਕੀ ਬਣੀ ਹੈ। ਨਿਚਰਿਤਰ ਕੋ ਭੇਦ ਤੇ ਬਤਾਏ। ਮੈਂ ਜਦੋਂ ਵੀ ਕੋਈ ਗੱਲ ਹੁੰਦੀ ਹੈ ਦੇਵੀ ਕੋ ਸ਼ਕਤੀ ਨੂੰ ਪੂਜਦੀ ਹੈ, ਉਹ ਮੈਨੂੰ ਸਾਰਾ ਕੁਝ ਪ੍ਰਗਟ ਕਰਕੇ ਵਿਖਾ ਦਿੰਦੀ। ਤੇ ਅਸਾਮ ਦੇ ਰਾਜੇ ਦੀ ਮਾਤਾ ਇਹਨੂੰ ਕਹਿੰਦੀ ਵੀ ਮੈਂ ਚੰਡਕਾ ਦੇਵੀ ਕੋ ਪੁੱਛਾਂਗੀ ਉਹ ਰਾਤ ਸਮੇਂ ਕੀ ਹੋਇਆ, ਕੌਣ ਆਇਆ, ਸ਼ਸਤਰ ਬਸਤਰ ਕਿੱਥੇ ਗਏ, ਇਹ ਸਾਰਾ ਭੇਦ ਸਾਨੂੰ ਦੱਸ ਦੇ ਦੀ ਖੋਲ ਕੇ। ਹੋਏ ਅੰਤ ਕੋ ਆਪ ਸਹਾਏ। ਤੇ ਫਿਰ ਆਪ ਸਾਡੀ ਅਖੀਰ ਨੂੰ ਸਹਾਇਤਾ ਵੀ ਕਰੇਗੀ, ਮਦਦ ਵੀ ਕਰੇਗੀ, ਜਿਹੜਾ ਸਾਡਾ ਨੁਕਸਾਨ ਕਰਨਾ ਚਾਹੁੰਦਾ ਏ। ਸਦਾ ਕੁਸ਼ਲ ਆਪਣੀ ਤੂੰ ਜਾਣ। ਇਸ ਕਰਕੇ हे ਪੁੱਤਰ ਮੈਂ ਦੇਵੀ ਦੀ ਭਗਤਣੀ ਐ, ਦੇਵੀ ਚੰਡਕਾ ਸਾਡੀ ਰੱਖਿਅਕ ਹੈ, ਤੂੰ ਆਪਣੀ ਕੁਸ਼ਲ ਜਾਣ, ਤੇਰਾ ਕੋਈ ਨੁਕਸਾਨ ਨਹੀਂ ਹੋਣ ਦਿੰਦੀ ਮੈਂ। ਰਾਖੀ ਹਮਰੀ ਸ਼ਕਤ ਮਹਾਨ। ਮਹਾਨ ਸ਼ਕਤੀ ਪਰਮੇਸ਼ਰ ਦੀ ਸਾਡੀ ਰੱਖਿਆ ਕਰਨ ਵਾਲੀ ਹੈ। ਤਿਮ ਕਹਿ ਕਰ ਨ੍ਰਿਪ ਜਨਨੀ ਗਈ। ਇਸ ਤਰ੍ਹਾਂ ਰਾਜੇ ਨੂੰ ਹੌਸਲਾ ਦੇ ਕੇ ਜਿਹੜੀ ਇਹਦੀ ਮਾਤਾ ਸੀ ਉਹ ਚਲੀ ਗਈ। ਉਸੇ ਵੇਲੇ ਕਰ ਇਸ਼ਨਾਨ ਤਨ ਪਾਵਨ ਭਈ। ਇਸ਼ਨਾਨ ਕੀਤਾ, ਪਵਿੱਤਰ ਸਰੀਰ ਕਰਕੇ ਹੋਈ, ਕੱਪੜੇ ਨਵੇਂ ਪਹਿਨੇ ਇਸ ਮਾਤਾ ਨੇ। ਦੇਵੀ ਕੇ ਮੰਦਿਰ ਚਲਿਆ। ਜਿੱਥੇ ਦੇਵੀ ਦਾ ਮੰਦਿਰ ਸੀ ਉੱਥੇ ਆ ਗਈ ਹੈ ਉਸੇ ਵੇਲੇ। ਪੂਜਨ ਕੋ ਸਮਾਜ ਸਭ ਲਿਆਏ। ਤੇ ਜੋ ਵੀ ਦੇਵੀ ਦੀ ਪੂਜਣ ਦੀ ਸਮਗਰੀ ਸੀ ਉਹ ਸਾਰੀ ਨਾਲ ਹੀ ਲੈ ਕੇ ਆਈ ਹੈ। ਧੂਪ ਤੁਖਾਏ ਆਰਤੀ ਕਰੀ। ਪਹਿਲਾਂ ਧੂਪ ਤੁਖਾਇਆ, ਸੁਗੰਧੀਆਂ ਕੀਤੀਆਂ, ਆਰਤੀ ਉਤਾਰੀ ਇਸਨੇ ਆ ਕੇ। ਉਸ ਮੰਜਲ ਕੀ ਬਰਖਾ ਚਰੀ। ਤੇ ਆ ਕਰਕੇ ਚੰਡਕਾ ਦੇ ਉਸ ਦੇਵੀ ਦੇ ਮੰਦਿਰ ਦੇ ਵਿੱਚ ਪੂਜਾ ਕਰਦੇ ਆ, ਬੁੱਕ ਭਰ ਭਰ ਕੇ ਫੁੱਲਾਂ ਦੀ ਵਰਖਾ ਕੀਤੀ ਜਿਵੇਂ ਝੜੀ ਲੱਗ ਜਾਵੇ। ਸਰ ਪ੍ਰਕਾਰ ਕਿਰਿਆ ਕਰ ਸਾਰੀ। ਸਾਰੀ ਤਰ੍ਹਾਂ ਦੀ ਜੋ ਵੀ ਕਿਰਿਆ ਮਰਿਆਦਾ ਹੈ ਸੀ ਇਹਦੀ, ਜੋ ਵੀ ਨਿਤ ਦੇਵੀ ਪੂਜਣ ਸਮੇਂ ਕਰਦੀ ਉਹ ਮਰਿਆਦਾ ਨਿਭਾ ਕੇ ਇਸਨੇ। ਮੁਕਤੇ ਉਸਤ ਮੰਤਰ ਉਚਾਰੀ। ਆ ਜੋ ਅਸਾਮ ਦਾ ਰਾਜਾ ਹੈ ਇਹਦੀ ਮਾਤਾ ਆਪਣੇ ਮੁਖ ਤੋਂ ਉਸਤਤੀ ਦੇ ਮੰਤਰ ਉਚਾਰਦੀ ਹੈ, ਦੇਵੀ ਦੀ ਮਹਿਮਾ ਦੇ ਬਚਨ ਕਹਿਣ ਲੱਗੀ। ਸਭ ਕੋ ਦੀਨ ਸਦੂਰ ਹਟਾਏ। ਤੇ ਜਦੋਂ ਦੇਵੀ ਦੀ ਵਡਿਆਈ ਦੇ ਮੰਤਰ ਪੜਨ ਲੱਗੀ ਹੈ ਨਾ ਅਰਦਾਸਾਂ ਦੇ ਰੂਪ ਚ, ਤਾਂ ਜਿਹੜੇ ਨਾਲ ਸੰਗੀ ਸਾਥੀ ਆਏ ਸੀ ਉਹਨਾਂ ਨੂੰ ਹਟਾਤਾ ਵੀ ਤੁਸੀਂ ਸਾਰੇ ਕਹਿੰਦੇ ਹਟ ਜਾਓ, ਮੰਦਿਰ ਚੋਂ ਬਾਹਰ ਚਲੇ ਜਾਓ, ਦੂਰ ਚਲੇ ਜਾਓ। ਬੈਠੀ ਆਪ ਧਿਆਨ ਕੋ ਲਾਏ। ਆਪ ਆਪਣੀ ਦੇਵੀ ਦਾ ਧਿਆਨ ਲਾ ਕੇ ਅਸਾਮ ਦੇ ਰਾਜੇ ਦੀ ਮਾਂ ਬੈਠ ਗਈ ਮੰਦਿਰ ਵਿੱਚ। ਤਬੇ ਭਵਨ ਤੇ ਬਾਨੀ ਭਈ। ਜਦੋਂ ਇਹਨੇ ਕੁਝ ਸਮਾਂ ਮੰਤਰ ਪੜ੍ਹੇ, ਜਦੋਂ ਉਸਤਤ ਕੀਤੀ, ਤਾਂ ਉਸ ਵੇਲੇ ਕਹਿੰਦੇ ਮੰਦਿਰ ਵਿੱਚੋਂ ਇਹਨੂੰ ਇੱਕ ਆਵਾਜ਼ ਸੁਣਾਈ ਦਿੱਤੀ ਹੈ। ਰਾਣੀ ਨਿਸਮਹਿ ਜਿਮ ਥਈ। ਕਹਿਣ ਲੱਗੀ ਹੇ ਮਹਾਰਾਣੀ ਤੂੰ ਸੁਣਨਾ ਕਰ, ਜਿਵੇਂ ਰਾਤ ਦੇ ਸਮੇਂ ਹੋਇਆ ਤੂੰ ਉਹ ਜਾਣਨਾ ਚਾਹੁੰਦੀ ਹੈ ਨਾ,
ਤਾਂ ਮੰਦਰ ਵਿੱਚੋਂ ਆਵਾਜ਼ ਆਈ ਵੀ ਤੈਨੂੰ ਸਾਰਾ ਕੁਝ ਮੈਂ ਪ੍ਰਤੱਖ ਕਰਾ ਦਿੰਨੀ ਤੀਨ ਐ। ਲੋਕ ਪਤ ਕੋ ਅਵਤਾਰ ਤਿੰਨਾਂ ਲੋਕਾਂ ਦਾ ਮਾਲਕ ਹੈ, ਜੋ ਉਹਦਾ ਸਰੂਪ ਜੋ ਆਏ ਹਨ। ਸ੍ਰੀ ਨਾਨਕ ਜਸ ਜਗਤ ਮਝਾਰ ਜੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜਿਨ੍ਹਾਂ ਦਾ ਜਸ ਸਾਰੇ ਜਗਤ ਦੇ ਵਿੱਚ ਹੈ। ਇੱਥੇ ਦੇਵੀ ਆਪ ਗੁਰੂ ਸਾਹਿਬ ਨੂੰ ਤਿੰਨਾਂ ਲੋਕਾਂ ਦਾ ਮਾਲਕ ਕਹਿ ਰਹੀ ਹੈ, ਤੇ ਉਸ ਰਾਜੇ ਦੀ ਜਿਹੜੀ ਮਾਂ ਹੈ ਉਹ ਇਹ ਸਾਰੀ ਗੱਲ ਸੁਣ ਰਹੀ ਹੈ ਕਿ ਤਿੰਨਾਂ ਲੋਕਾਂ ਦਾ ਜੋ ਮਾਲਕ ਪਰਮੇਸ਼ਰ ਰੂਪ ਗੁਰੂ ਨਾਨਕ ਦੇਵ ਸਾਹਿਬ ਹੈ, ਜਿਨ੍ਹਾਂ ਦੀ ਵਡਿਆਈ ਸਾਰੇ ਜਗਤ ਵਿੱਚ ਹੁੰਦੀ ਤਿਸ ਹੈ। ਗਾਦੀ ਗੁਰ ਤੇਗ ਬਹਾਦਰ ਉਹਨਾਂ ਦੀ ਗੱਦੀ ਦੇ 9ਵੇਂ ਥਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਬਿਰਾਜਮਾਨ ਹਨ। ਜਹਾਂ ਸਿਮਰਿਐ ਤਿਸ ਤਲ ਹਾਦਰ ਜਿੱਥੇ ਵੀ ਕੋਈ ਉਹਨਾਂ ਨੂੰ ਉਹਨਾਂ ਦਾ ਸੇਵਕ ਚੇਤੇ ਕਰਦਾ, ਉੱਥੇ ਹੀ ਹਾਜ਼ਰ ਹੋ ਜਾਂਦੇ ਨੇ ਮਦਦ ਕਰਨ ਵਾਸਤੇ। ਭਗਤ ਰੂਪ ਆਪਨੋ ਬਪ ਧਾਰੇ ਉਹਨਾਂ ਨੇ ਤਾਂ ਦੇਵੀ ਦੇ ਮੰਦਰੋਂ ਆਵਾਜ਼ ਆਈ ਹੈ, ਰਾਣੀ ਭਗਤੀ ਨੇ ਜਿਵੇਂ ਆਪਣਾ ਸਰੂਪ ਧਾਰਿਆ ਹੋਵੇ, ਭਗਤੀਓ ਹੀ ਕਰੀ ਜਾਂਦੇ, ਜਿੱਥੇ ਜਾਂਦੇ ਚੌਂਕੜਾ ਮਾਰ ਕੇ ਹੀ ਬਹਿ ਜਾਂਦੇ ਹਨ। ਨਮੋ ਗੁਰੂ ਜਗਤ ਜਿਨ ਤਾਰਿਓ ਬਸ 9ਵੇਂ ਗੁਰੂ ਜਗਤ ਜਿਨ ਤਾਰਿਓ, 9ਵੇਂ ਸਰੂਪ ਗੁਰੂ ਨਾਨਕ ਦੇਵ ਸਾਹਿਬ ਜੀ ਦੇ, ਜਿਨ੍ਹਾਂ ਨੇ ਜਗਤ ਦੀ ਕਲਿਆਣ ਕੀਤੀ, ਅਨੇਕਾਂ ਹੀ ਜੀਵਾਂ ਨੂੰ ਤਾਰਿਆ ਜੋ ਹੈ। ਸ਼ਰਧਾ ਧਰ ਸ਼ਰਣੀ ਪਰੇ ਜਿਹੜਾ ਵੀ ਸ਼ਰਧਾ ਰੱਖ ਕੇ ਉਹਨਾਂ ਦੀ ਚਰਨ ਸ਼ਰਨ ਪੈਂਦਾ ਏ, ਤੇ ਸਹਾਇਤਾ ਸਭ ਥਲ ਕਰੈ ਆ ਉਹਦੀ ਸਹਾਇਤਾ ਹਰ ਥਾਂ ਤੇ ਆਪ ਫਿਰ 9ਵੇਂ ਸਤਿਗੁਰੂ ਜੀ ਕਰਦੇ ਹਨ। ਨਿਰਪਤ ਜੋਧਪੁਰ ਸੇਵਕ ਭਇਓ ਤੇ ਇਹ ਹੁਣ ਤੈਨੂੰ ਦੇਵੀ ਕਹਿੰਦੀ ਦੱਸਦੀ ਐ ਵੀ ਜਿਹੜਾ ਜੈਪੁਰ ਦਾ ਰਾਜਾ ਹੈ ਨਾ ਰਾਮ ਸਿੰਘ, ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਪੈ ਗਿਆ, ਉਹਨਾਂ ਦਾ ਸਿੱਖ ਬਣ ਗਿਆ ਹੈ। ਬਿਨਤੀ ਪੰਥ ਸੰਗ ਨਿਜ ਲਾਇਓ ਉਹਨੇ ਬੇਨਤੀਆਂ ਕਰ ਕਰਕੇ ਵੀ ਮਹਾਰਾਜ ਮੇਰੀ ਮਦਦ ਕਰੋ, ਆਪਣੇ ਨਾਲ ਲੈ ਕੇ ਇੱਥੇ ਆਇਆ ਹੈ ਉਹਨਾਂ ਨੂੰ। ਤੁਮ ਤੇ ਤਿਸਤੇ ਚਿੰਤਾ ਨਾਹੀ ਪਰ ਹਾਂ ਤੈਨੂੰ ਦੱਸ ਦਿੰਨੀ ਆ ਦੇਵੀ ਉਸ ਰਾਜੇ ਦੀ ਮਾਂ ਨੂੰ ਕਹਿੰਦੀ ਵੀ ਤੁਮ ਕੋ ਤਿਸ ਤੇ ਚਿੰਤਾ ਨਹੀਂ, ਤੁਹਾਨੂੰ ਚਿੰਤਾ ਕਰਨ ਦੀ ਨਹੀਂ ਲੋੜ, ਗੁਰੂ ਤੇਗ ਬਹਾਦਰ ਸਾਹਿਬ ਤੋਂ ਸਾਂਝੇ ਨੇ ਸਾਰਿਆਂ ਦੇ, ਡਰਨ ਦੀ ਲੋੜ ਨਹੀਂ ਹੈ। ਕੁਛ ਸੰਸੇ ਨਾ ਕਰੋ ਮਨ ਤੇ ਮਾਹੀ ਮਨ ਦੇ ਵਿੱਚ ਵੀ ਇਹ ਮਹਾਰਾਣੀ ਤੂੰ ਕੋਈ ਸੰਸਾ ਨਾ ਕਰ। ਤੁਮ ਪੀ ਤਿਸ ਕੀ ਸ਼ਰਨ ਪਰ ਸਿਧਾਰੋ ਇਹ ਗੱਲ ਹੈ ਵੀ ਜੇ ਆਪਣਾ ਬਚਾਅ ਚਾਹੁੰਦੇ ਆ ਤਾਂ ਤੁਸੀਂ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਜਾਓ, ਜਿਵੇਂ ਜੈਪੁਰ ਦਾ ਰਾਜਾ ਉਹਨਾਂ ਦੀ ਸ਼ਰਨ ਵਿੱਚ ਚਲੇ ਗਿਆ ਹੈ। ਇੱਥੇ ਹੁਣ ਦੇਵੀ ਵੇਖ ਲਓ, ਸਾਧ ਸੰਗਤ ਆਪ ਕਹਿ ਰਹੀ ਹੈ ਵੀ ਜੇ ਤੁਸੀਂ ਆਪਣਾ ਭਲਾ ਚਾਹੁੰਦੇ ਹੋ, ਜੇ ਤੁਹਾਨੂੰ ਹੈ ਵੀ ਕੋਈ ਰਾਜ ਭਾਗ ਦਾ ਨੁਕਸਾਨ ਨਾ ਹੋਵੇ, ਤਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਚਲੇ ਜਾਵੋ। ਮਿਲ ਕਰ ਆਪਨੋ ਕਾਜ ਸੁਧਾਰੋ ਉਹਨਾਂ ਨਾਲ ਮਿਲ ਕੇ ਆਪਣਾ ਕਾਰਜ ਸੁਧਾਰਨਾ ਕਰੋ, ਤੁਹਾਡੇ ਕੰਮ ਸਵਾਰਨਗੇ। ਰਾਜਾ ਟਲ ਨਹਿ ਮਿਟੇ ਤੁਮਾਰੋ ਤੇ ਜੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਜਾਓਗੇ, ਉਹ ਤੁਹਾਡੇ ਤੇ ਖੁਸ਼ ਹੋ ਗਏ, ਤੁਹਾਡਾ ਰਾਜ ਇਦਾਂ ਹੀ ਟਲ ਰਹੂਗਾ, ਕਦੀ ਵੀ ਨਾਸ਼ ਨਹੀਂ ਹੋਵੇਗਾ। ਮੇਰੋ ਕਹਿਓ ਸਾਚ ਨਿਰਧਾਰੋ ਇਸ ਤਰ੍ਹਾਂ ਉਹ ਦੇਵੀ ਦੇ ਮੰਦਰ ਵਿੱਚੋਂ ਜਿਹਦੀ ਪੂਜਾ ਕਰਨ ਵਾਸਤੇ ਮਹਾਰਾਣੀ ਗਈ ਆ, ਆਵਾਜ਼ ਆਈ ਵੀ ਮੇਰਾ ਕਿਹਾ ਸੱਚਾ ਹੈਰ ਮਹਾਰਾਣੀ, ਤੂੰ ਨਿਸ਼ਚੈ ਕਰ ਲੈ, ਮੇਰੀ ਗੱਲ ਕਹੀ ਹੋਈ ਸੱਚੀ ਮੰਨ ਲੈ ਦਿਲ ਵਿੱਚ। ਰਾਜਾ ਰਾਣੀ ਸਭ ਪਰਿਵਾਰ ਆਪਣੇ ਪੁੱਤਰ, ਜਿਹੜਾ ਤੇਰਾ ਰਾਜਾ ਪੁੱਤਰ ਹੈ, ਉਹਦੇ ਘਰੋਂ ਜਿਹੜੀ ਰਾਣੀ ਹੈ, ਹੋਰ ਸਾਰਾ ਪਰਿਵਾਰ ਜਿਹੜਾ ਹੈ ਲੈ ਤੂੰ ਕੇ ਪੀ ਜਾਹੋ ਸੰਗ ਤਿਨ ਧਾਰ ਤੇ ਹੇ ਮਹਾਰਾਣੀ ਤੂੰ ਵੀ ਨਾਲ ਉਹਨਾਂ ਦੇ, ਕਹਿੰਦੇ ਵੀ ਆਪਣੇ ਦਿਲ ਦੇ ਵਿੱਚ ਸ਼ਰਧਾ ਰੱਖ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਵਿੱਚ ਜਾ ਮੇਰਾ ਬਚਨ ਆਪਣੇ ਮਨ ਵਿੱਚ ਧਾਰਨ ਕਰਕੇ ਸਾਰਾ ਟੱਬਰ ਲੈ ਕੇ 9ਵੇਂ ਸਤਿਗੁਰਾਂ ਦੀ ਸ਼ਰਨ ਪੈ ਜਾ, ਜੇ ਭਲਾ ਚਾਹੁੰਦੇ ਆ ਤਾਂ। ਸ਼ਰਧਾ ਧਰ ਦਰਸ਼ ਹੋਗੇ ਜਬੈ ਤੇ ਜਦੋਂ ਸ਼ਰਧਾ ਰੱਖ ਕੇ ਦੇਵੀ ਨੇ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰੋਗੇ, ਸਕਲ ਕਾਜ ਸਿਧ ਹੋਵੇਂ ਤਬੈ ਤੁਹਾਡੇ ਸਾਰੇ ਹੀ ਕਾਰਜ ਸਿੱਧ ਹੋ ਜਾਣਗੇ, ਫਿਰ ਕੋਈ ਤੁਹਾਨੂੰ ਡਰ ਭੈ ਖਤਰਾ ਨਹੀਂ ਰਹੇਗਾ। ਸ੍ਰੀ ਗੁਰ ਕਰਹਿ ਕਿਰਪਾ ਸੋ ਕਿਰਪਾਲੇ ਗੁਰੂ ਮਹਾਰਾਜ ਬੜੇ ਕਿਰਪਾਲੂ ਨੇ, ਸ਼ਰਨ ਆਇਆ ਜਾਣ ਕੇ ਤੁਹਾਡੇ ਤੇ ਕਿਰਪਾ ਕਰ ਦੇਣਗੇ। ਸਗਰੇ ਬਿਗਨ ਬਿਨਾਸ਼ਨ ਵਾਲੇ ਉਹ ਸਾਰੇ ਵਿਗਣਾ ਦੇ ਨਾਸ਼ ਕਰਨ ਹਾਰੇ ਹਨ ਗੁਰੂ ਨਾਨਕ ਦੇਵ ਸਾਹਿਬ। ਨਿਰਪ ਜਨਨੀ ਦੇਵੀ ਤੇ ਸੁਨ ਕੈ ਜਦੋਂ ਧਿਆਨ ਵਿੱਚ ਉਸ ਰਾਜੇ ਦੀ ਮਾਂ ਨੇ ਇਹ ਸਾਰੇ ਹੀ ਬਚਨ ਉਸ ਮੰਦਰ ਦੇ ਵਿੱਚੋਂ ਭਵਨ ਵਿੱਚੋਂ ਸੁਣੇ ਹਨ ਕੰਨਾਂ ਦੇ ਰਾਹੀਂ, ਬੰਧਨ ਕਰੀ ਬਾਕ ਸਭ ਮਨ ਕੈ ਸਾਰੇ ਹੀ ਉਹ ਆਪਣੀ ਦੇਵੀ ਮਾਂ ਦੇ ਨੇ ਬਚਨ ਸੱਚ ਕਰਕੇ ਮੰਨ
ਕੇ ਤੇ ਬੰਦਨਾ ਕੀਤੀ ਵੀ ਜਿਵੇਂ ਤੁਹਾਡਾ ਹੁਕਮ ਹੋਵੇ ਉਵੇਂ ਕਰਾਂਗੇ। ਉਠ ਕਰ ਮਹਿਪਾਲ ਟਿਕ ਆਈ, ਉੱਠ ਕੇ ਮੰਦਰ ਤੋਂ ਆਪਣੇ ਪੁੱਤਰ ਰਾਜੇ ਦੇ ਕੋਲ ਆਈ ਹੈ। ਸਕਲ ਵਾਰਤਾ ਕੋ ਸਮਝਾਈ, ਸਾਰੀ ਗੱਲ ਆ ਕੇ ਨੇ ਸਮਝਾ ਦਿੱਤੀ ਵੀ ਇਹ ਸ਼ਕਤੀਆਂ ਸਾਡੀਆਂ ਕੰਮ ਤਾਈਓ ਨਹੀਂ ਸੀ ਕਰ ਰਹੀਆਂ, ਇਹ ਤਾਂ ਆਪ ਗੁਰੂ ਨਾਨਕ ਦਾ ਰੂਪ ਉਹਨਾਂ ਦੇ ਵੱਲੋਂ ਆਇਆ ਹੋਇਆ ਏ। ਸ੍ਰੀ ਨਾਨਕ ਪਰਸ਼ੋਤਮ ਆਏ, ਆਏ ਮਹਾਰਾਣੀ ਆਪਣੇ ਪੁੱਤਰ ਨੂੰ ਦੱਸਦੀ ਹੈ ਰਾਜੇ ਨੂੰ ਵੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੋ ਪਰਸ਼ੋਤਮ ਸਭ ਤੋਂ ਉੱਤਮ ਹਨ ਪੁਰਖਾਂ ਦੇ ਵਿੱਚ ਪਰਮੇਸ਼ਰ ਦਾ ਰੂਪ, ਸਰਬ ਦੇਸ ਸਿੱਖੀ ਬਿਰਥਾਈ, ਉਹ ਵੀ ਹੈ ਪੁੱਤਰ ਰਾਜਨ ਆਪਣੇ ਇਸ ਕਾਮ ਰੂਪ ਦੇਸ਼ ਵਿੱਚ ਆਏ ਸੀ। ਇੱਥੇ ਗੁਰੂ ਨਾਨਕ ਦੇਵ ਸਾਹਿਬ ਨੇ ਸਿੱਖੀ ਦਾ ਸਾਰੇ ਹੀ ਸਾਡੇ ਦੇਸ਼ ਵਿੱਚ ਬੜਾ ਵਿਸਥਾਰ ਕੀਤਾ। ਜੀਤੇ ਸਿੱਧ ਬਾਦ ਕੋ ਕਰੈ, ਵੀ ਵੱਡੇ ਵੱਡੇ ਸਿੱਧੀਆਂ ਵਾਲੇ ਜਿਹੜੇ ਸਿੱਧ ਲੋਕ ਸਨ ਉਹਨਾਂ ਦੇ ਨਾਲ ਚਰਚਾ ਕਰਕੇ ਗੁਰੂ ਨਾਨਕ ਦੇਵ ਸਾਹਿਬ ਨੇ ਉਹ ਵੀ ਜਿੱਤੇ ਸਾਰੇ। ਅਪਰ ਅਜਮਤੀ ਕੇ ਮਦ ਹਰੇ, ਹੋਰ ਵੀ ਬੜੀਆਂ ਸ਼ਕਤੀਆਂ ਵਾਲੇ ਜਿਹੜੇ ਲੋਕ ਸਨ ਉਹ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਅੱਗੇ ਉਹਨਾਂ ਦਾ ਹੰਕਾਰ ਨਾਸ ਹੋ ਗਿਆ। ਜਨ ਕੇ ਸਮਤਾ ਕਰੀ ਨ ਕਾਹੂ, ਜਿਸ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਪੁੱਤਰ ਕਿਸੇ ਨੇ ਬਰਾਬਰੀ ਨਹੀਂ ਨਾ ਕੀਤੀ ਕਦੀ ਵੀ। ਵਿਚਰੇ ਅਖਿਲ ਜਗਤ ਕੇ ਮਾਹੂ, ਸਮੂਹ ਜਗਤ ਵਿੱਚ ਵਿਚਰਦੇ ਰਹੇ ਨਿਰਭੈਤਾ ਦੇ ਨਾਲ। ਇਸ ਗਾਦੀ ਗੁਰ ਤੇਗ ਬਹਾਦਰ, ਉਹਨਾਂ ਦੀ ਗੁਰਤਾ ਗੱਦੀ ਤੇ ਗੁਰੂ ਤੇਗ ਬਹਾਦਰ ਸਾਹਿਬ ਬਿਰਾਜਮਾਨ ਹਨ। ਰਾਮ ਸਿੰਘ ਕਰ ਬਿਨਤੀ ਸਾਦਰ, ਤੇ ਰਾਮ ਸਿੰਘ ਜੈਪੁਰ ਦਾ ਰਾਜਾ ਬੇਨਤੀਆਂ ਕਰਕੇ ਸਤਿਕਾਰ ਨਾਲ ਉਹਨਾਂ ਨੂੰ ਨਾਲ ਲੈ ਆਇਆ ਮਦਦ ਲੈਣ ਵਾਸਤੇ। ਆਪਣੇ ਸੰਗ ਤਿਨਹੁ ਕੋ ਅੰਨ, ਇਸੇ ਕਰਕੇ ਰਾਣੀ ਕਹਿੰਦੀ ਪੁੱਤਰ ਆਪਣਾ ਜ਼ੋਰ ਨਹੀਂ ਚੱਲਿਆ ਮੰਤਰਾਂ ਦਾ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਗੱਦੀ ਦੇ ਵਾਰਿਸ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੇਵਕ ਬਣ ਕੇ ਮਹਾਰਾਜ ਦਾ ਆਪਣੇ ਨਾਲ ਹੀ ਜੈਪੁਰ ਦਾ ਰਾਜਾ ਲੈ ਆਇਆ ਏ। ਜਿਸ ਤੇ ਹਮਰੋ ਬਲ ਸਭ ਹਨ, ਇਸੇ ਕਰਕੇ ਸਾਡਾ ਸਾਰਾ ਹੀ ਜਿਹੜਾ ਬਲ ਹੈ ਸਾਡੀ ਤਾਕਤ ਨਾਸ ਹੋ ਗਈ ਉਹਨਾਂ ਅੱਗੇ। ਤਿਨੋ ਬਸਤਰ ਸ਼ਸਤਰ ਮੰਗਵਾਏ, ਤੇ ਜਿਹੜੇ ਰਾਤ ਤੇਰੇ ਵਸਤਰ ਸ਼ਸਤਰ ਇੱਕਦਮ ਆਲੋਪ ਹੋਏ ਨਾ ਇਹ ਵੀ ਉਹ ਗੁਰੂ ਤੇਗ ਬਹਾਦਰ ਸਾਹਿਬ ਨੇ ਮੰਗਾਏ ਨੇ ਆਪਣੇ ਆਤਮਿਕ ਬਲ ਦੇ ਨਾਲ। ਮਿਲਨ ਹੇਤ ਦੇਵੀ ਤੇ ਫਰਮਾਏ, ਹੇ ਪੁੱਤਰ ਜਿਸ ਦੇਵੀ ਦੀ ਮੈਂ ਪੂਜਾ ਕਰਦੀ ਰਹੀ ਮੇਰੇ ਵਡੇਰੇ ਕਰਦੇ ਰਹੇ ਤੂੰ ਕਰਦਾ ਹੈ, ਉਹ ਦੇਵੀ ਦਾ ਹੁਕਮ ਹੈ ਵੀ ਜੇ ਆਪਣਾ ਭਲਾ ਚਾਹੁੰਦੇ ਹੋ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲੋ ਜਾ ਕੇ। ਕਿਰਪਾ ਕਰੇਂਗੇ ਸ਼ਰਣੀ ਪਰੋ, ਜੇ ਸ਼ਰਨ ਵਿੱਚ ਪਾਓਗੇ ਤਾਂ ਮਹਾਰਾਜ ਤੁਹਾਡੇ ਤੇ ਕਿਰਪਾ ਕਰਨਗੇ। ਅਬ ਚਲ ਰਾਜ ਆਪਨੋ ਕਰੋ, ਤੇ ਫੇਰ ਜਿਹੜਾ ਤੁਹਾਡਾ ਰਾਜ ਹੁਣ ਡਾਵਾਂ ਡੋਲ ਹੁੰਦਾ ਫਿਰਦਾ ਹੈ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਤਾਂ ਅਬ ਚਲ ਰਾਜ ਇੱਥੇ ਕਰਦੇ ਰਹੋ। ਸੁਣ ਆਇਸ ਕਾ ਮੱਖਿਆ ਕੇਰੀ, ਇਸ ਤਰ੍ਹਾਂ ਕਮਖਿਆ ਦੇਵੀ ਦੀ ਆਗਿਆ ਜਦੋਂ ਰਾਜੇ ਨੇ ਸੁਣੀ ਆਪਣੀ ਮਾਤਾ ਦੇ ਰਾਹੀਂ, ਤਿਆਰੀ ਕਰ ਮਹਿਪਾਲ ਕਨੇਰੀ, ਉਸੇ ਤਰ੍ਹਾਂ ਬਹੁਤ ਤਗੜੀ ਤਿਆਰੀ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਿਲਣ ਵਾਸਤੇ। ਸਕਲ ਕੁਟੰਬ ਸੰਗ ਨਿਜ ਲੀਨ, ਸਾਰਾ ਹੀ ਪਰਿਵਾਰ ਤੇ ਰਾਣੀਆਂ ਵੀ ਨਾਲ ਲੈ ਰਹੀਆਂ, ਮਹਾਰਾਣੀ ਆਪਣੀ ਮਾਂ ਨੂੰ ਵੀ ਨਾਲ ਲੈ ਲਿਆ। ਗਮਨਿਓ ਤਬ ਮਹਿਪਾਲ ਪਰਬੀਨ, ਆ ਜਿਹੜਾ ਬੜਾ ਪ੍ਰਵੀਨ ਰਾਜ ਭਾਗ ਕਰਨ ਵਿੱਚ ਬੜਾ ਚਤੁਰ ਰਾਜਾ ਸੀ ਅਸਾਮ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਰਨ ਵੱਲ ਗਵਣਿਆ ਚੱਲਿਆ ਹੈ। ਪਹੁੰਚਿਓ ਬ੍ਰਹਮਪੁੱਤਰ ਤਟ ਜਾਏ, ਬ੍ਰਹਮਪੁੱਤਰ ਨਦੀ ਦੇ ਕਿਨਾਰੇ ਤੇ ਆਣ ਪਹੁੰਚਾਏ। ਸੁੰਦਰ ਦ੍ਰਿੜ ਨੌਕਾ ਮਗਵਾਈ, ਬੜੀ ਸੋਹਣੀ ਤੇ ਵੱਡੀ ਮਜ਼ਬੂਤ ਬੇੜੀ ਮਗਾਈ ਹੈ ਜਿਸ 'ਚ ਸਵਾਰ ਹੋ ਕੇ ਗੁਰਾਂ ਕੋ ਜਾਣਾ ਹੈ। ਭਇਓ ਅਰੂਡਨ ਜਲ ਪਰ ਚਲੇ, ਅਸਵਾਰ ਹੋਏ ਨੇ ਮਲਾਹ ਨੇ ਫਿਰ ਉਸ ਵੇਲੇ ਚੱਪੂ ਠੇਲਿਆ ਚਲਾਇਆ ਤਾਂ ਜਲ ਦੇ ਉੱਤੇ ਬੇੜੀ ਚੱਲਣ ਲੱਗ ਪਈ। ਮਹਿਪਤ ਲਇਓ ਪਾਇਨ ਭਲੀ, ਬੜੀਆਂ ਵਧੀਆ ਵਧੀਆ ਭੇਟਾਵਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਲਈ ਅਸਾਮ ਦਾ ਰਾਜਾ ਲੈ ਕੇ ਆਇਆ। ਦਿਵਸ ਬਤੀਤੇ ਉਤਰਤ ਪਾਰ, ਆ ਸਾਰਾ ਦਿਨ ਕਹਿੰਦੇ ਲੰਘ ਗਿਆ ਕਿਉਂਕਿ ਨਦੀ ਜਿਹੜੀ ਸੀ ਬਹੁਤ ਵੱਡੇ ਆਕਾਰ ਦੀ ਆ, ਪਾਰ ਉਤਰਦਿਆਂ ਪਹੁੰਚਿਓ ਸੰਧਿਆ ਸਮੇਂ ਉਰਾਰ, ਸੰਧਿਆ ਦੇ ਸਮੇਂ ਉਰਾਰ ਉੱਥੇ ਪਹੁੰਚ ਗਿਆ ਰਾਜਾ ਜਿੱਥੇ ਧੋਬੜੀ ਸਾਹਿਬ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਬਿਰਾਜਮਾਨ ਹਨ। ਉੱਚ ਦਮਦਮੇ ਗੁਰੂ ਬਿਰਾਜੇ, ਉੱਚੇ ਦਮਦਮੇ ਉੱਚੇ ਥਾਂ ਤੇ ਰਾਮ ਸਿੰਘ ਦੀਆਂ ਫੌਜਾਂ ਤੋਂ ਦੂਰ ਹਟਵੇਂ ਗੁਰੂ ਤੇਗ ਬਹਾਦਰ ਸਾਹਿਬ ਬਿਰਾਜਮਾਨ ਹਨ। ਲਸ਼ਕਰ ਨਿਕਟ ਸੁਨਤ ਬਜ ਬਾਜੇ, ਤੇ ਜਿਹੜਾ ਰਾਮ ਸਿੰਘ ਰਾਜਾ ਉਹਦੀਆਂ ਫੌਜਾਂ ਵੀ ਥੋੜੀ ਦੂਰ ਹੀ ਉੱਥੇ ਠਹਿਰੀਆਂ ਨੇ। ਉਹ ਫੌਜ ਦੇ ਵਿੱਚ ਜੋ ਵੀ ਸਾਜੋ ਸਮਾਨ ਨਗਾਰੇ ਵੱਜਦੇ ਉਹਨਾਂ ਦੀ ਆਵਾਜ਼ ਵੀ ਅਸਾਮ ਦੇ ਰਾਜੇ ਨੇ ਸੁਣੀ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਬਿਰਾਜਮਾਨ ਨੇ ਗੁਰਾਂ ਦੀ ਸ਼ਰਨ ਲੈਣ ਵਾਸਤੇ ਆਇਆ ਏ। ਜਿਵੇਂ ਗੁਰੂ ਦਾ ਸਿੱਖ ਬਣਦਾ ਨੌਵੇਂ ਪਾਤਸ਼ਾਹ ਦਾ ਇਹਦੇ ਕਪਾਟ ਮਹਾਰਾਜ ਖੋਲ੍ਹਦੇ ਨੇ ਜਿਹੜੇ ਦੇਵੀ ਦੀ ਭਗਤੀ ਕਰਕੇ ਨਹੀਂ ਸੀ ਖੁੱਲੇ।
ਉਹ ਪਾਤਸ਼ਾਹ ਕਿਰਪਾ ਕਰਕੇ ਦੋਹਾਂ ਰਾਜਿਆਂ ਦੀ ਜਿਵੇਂ ਸੰਧੀ ਕਰਾਉਣਗੇ ਸਾਧ ਸੰਗਤ, ਦੋਹਾਂ ਰਾਜਿਆਂ ਦਾ ਮੇਲ ਕਰਾ ਕੇ ਨਾਵੇਂ ਪਾਤਸ਼ਾਹ ਜਿਸ ਪ੍ਰਕਾਰ ਦੇ ਨਾਲ ਬਖਸ਼ਿਸ਼ਾਂ ਕਰਦੇ ਹਨ, ਇਹ ਕਥਾ ਪਾਉਣ ਵਾਲੇ ਸਮੇਂ ਵਿੱਚ ਸਰਵਣ ਕਰਾਂਗੇ। ਸੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਮਹਾਨ ਸ਼ਕਤੀ ਹੈ, ਸਭ ਤੋਂ ਉੱਤਮ ਸ਼ਕਤੀ ਹੈ। ਇਹ ਆਪ ਜਿਹੜਾ ਹੈ ਪ੍ਰਸੰਗ ਦੇਵੀ ਨੇ ਕਿਹਾ ਵੀ ਉਹਨਾਂ ਦੀ ਸ਼ਰਨ ਜਾਓ ਜੇ ਆਪਣੀ ਤੁਸੀਂ ਕਲਿਆਣ ਚਾਹੁੰਦੇ ਹੋ। ਅੱਜ ਦਾ ਜੋ ਪਾਵਨ ਪਵਿੱਤਰ ਦਿਹਾੜਾ ਹੈ, ਕਹਿ ਸਕਦੇ ਹਾਂ ਵੀ ਸਭ ਜਿੰਨੇ ਵੀ ਰਬਾਬੀ ਰਾਗੀ ਨੇ ਉਹਨਾਂ ਦਾ ਪਤਾਮਾ ਕਹਿ ਲਓ, ਉਹਨਾਂ ਦਾ ਵੱਡਾ ਬਜ਼ੁਰਗ ਧੰਨ ਗੁਰੂ ਨਾਨਕ ਦੇਵ ਸਾਹਿਬ ਦਾ ਪਿਆਰਾ ਸਿੱਖ, ਜਿਹੜਾ ਅੱਜ ਤੱਕ ਵੀ ਆਤਮਿਕ ਗਿਆਨੀਆਂ ਵਾਸਤੇ ਮਹਾਰਾਜ ਦੇ ਨਾਲ ਹੀ ਸੇਵਾ ਕਰ ਰਿਹਾ ਹੈ, ਭਾਵ ਹੈ ਭਾਈ ਮਰਦਾਨਾ ਜੀ, ਭਾਈ ਸਾਹਿਬ ਭਾਈ ਮਰਦਾਨਾ ਜੀ। ਉਹਨਾਂ ਦਾ ਅੱਜ ਪਰਲੋਕ ਗਮਨ ਦਾ ਦਿਹਾੜਾ ਹੈ। ਅੱਜ ਦੇ ਦਿਨ ਖੁਰਮ ਦਰਿਆ ਦੇ ਕਿਨਾਰੇ ਤੇ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜੋਤੀ ਜੋਤ ਸਮਾਏ ਸਨ। ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੀਆਂ ਬੇਅੰਤ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਸਾਧ ਸੰਗਤ ਉਮਰ ਦੇ ਵਿੱਚ ਕੋਈ 8-9 ਸਾਲ ਭਾਵੇਂ ਵੱਡੇ ਹੀ ਸਨ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲੋਂ, ਪਰ ਗੁਰੂ ਸਾਹਿਬ ਦਾ ਬਚਨ ਸਤ ਕਰਕੇ ਕਮਾਇਆ। ਜੇ ਕਿਤੇ ਜਾਂਦੇ ਵੀ ਰਹੇ ਨਾ ਤਾਂ ਉਹ ਵੀ ਗੁਰੂ ਸਾਹਿਬ ਦੀ ਰਜਾ ਹੀ ਹੁੰਦੀ ਸੀ। ਕੌਡੇ ਰਾਖਸ਼ ਵਰਗਿਆਂ ਦਾ ਉਧਾਰ ਕਰਨ ਵਾਸਤੇ ਮਹਾਰਾਜ ਆਪ ਹੀ ਭੇਜਦੇ ਸਨ। ਆਪ ਹੀ ਗਰੀਬ ਨਿਵਾਜ ਸਾਹਿਬ ਜੀ, ਉਹ ਜਿਹੜੇ ਜਾਦੂਗਰਨੀਆਂ ਜਿਵੇਂ ਜਿਨ੍ਹਾਂ ਨੇ ਭੇਡੂ ਬਣਾਇਆ ਸੀ ਭਾਈ ਮਰਦਾਨਾ ਜੀ ਨੂੰ, ਅਸਲ 'ਚ ਮਹਾਰਾਜ ਦੀ ਆਗਿਆ ਤੋਂ ਬਾਹਰ ਨਹੀਂ ਸੀ, ਸਤਿਗੁਰੂ ਆਪ ਹੀ ਭੇਜ ਕੇ ਤੇ ਕਈਆਂ ਦਾ ਭਲਾ ਕਰਦੇ ਸਨ। ਭਾਈ ਮਰਦਾਨਾ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੀ ਹਜ਼ੂਰੀ ਵਿੱਚ ਰਹਿੰਦਿਆਂ ਹੋਇਆਂ ਸਰੀਰ ਕਰਕੇ 54 ਵਰੇ ਕੀਰਤਨ ਸਤਿਗੁਰਾਂ ਦੇ ਸਨਮੁਖ ਕੀਤਾ, ਤੇ ਜੋਤ ਕਰਕੇ ਤਾਂ ਗੁਰੂ ਨਾਨਕ ਦੇ ਨਾਲ ਅੱਜ ਵੀ ਕੀਰਤਨ ਭਾਈ ਮਰਦਾਨਾ ਹੀ ਕਰ ਰਿਹਾ ਹੈ। ਜਿੱਥੇ ਵੀ ਗੁਰਬਾਣੀ ਦੀ ਮਹਿਮਾ ਹੋ ਰਹੀ ਹੈ, ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਗਾਈ ਜਾ ਰਹੀ ਹੈ ਤੇ ਕੀਰਤਨ ਹੋ ਰਿਹਾ ਹੈ, ਸਮਝੋ ਵੀ ਇਹ ਗੁਰੂ ਨਾਨਕ ਤੇ ਭਾਈ ਮਰਦਾਨਾ ਜੀ ਆਪ ਹੀ ਰੱਬ ਦੀ ਵਡਿਆਈ ਸਾਨੂੰ ਕਰ ਕਰਾ ਕੇ ਸਾਡੀ ਕਲਿਆਣ ਕਰਨ ਵਾਸਤੇ ਕੌਤਕ ਕਰ ਰਹੇ ਨੇ। ਸੇਵਾ ਕਰਦਿਆਂ ਕਰਦਿਆਂ ਐਸਾ ਗੁਰੂ ਸਾਹਿਬ ਤੇ ਭਰੋਸਾ ਵੱਧ ਗਿਆ। ਇੱਕ ਦਿਨ ਕਹਿ ਦਿੱਤਾ ਸੀ, ਕਹਿਣ ਲੱਗੇ ਮਹਾਰਾਜ ਤੇਰਾ ਤੇ ਮੇਰਾ ਕੋਈ ਫਰਕ ਨਹੀਂ ਹੈ। ਕਹਿੰਦੇ ਮੈਂ ਤੇਰਾ ਡੂਮ ਹੈ, ਤੂੰ ਖੁਦਾ ਦਾ ਡੂਮ ਹੈ, ਤੇ ਹੇ ਬਾਬਾ ਤੈਂ ਖੁਦਾਏ ਦੇਖਿਆ ਹੈ, ਖੁਦਾਏ ਪਾਇਆ ਏ, ਤੇਰਾ ਕਹਿਆ ਖੁਦਾਏ ਕਰਦਾ ਏ, ਤੇ ਮੈਨੂੰ ਆਪਣੇ ਚਰਨਾਂ ਤੋਂ ਵਿਛੋੜੀ ਨਹੀਂ ਇੱਥੇ ਉੱਥੇ। ਭਾਵ ਕਿ ਹੇ ਗੁਰੂ ਨਾਨਕ ਦੇਵ ਸਾਹਿਬ ਤੇਰਾ ਬਚਨ ਪਰਮੇਸ਼ਰ ਮੰਨਦਾ, ਤੂੰ ਦਰਸ਼ਨ ਕੀਤੇ ਹੈ, ਤੂੰ ਖੁਦਾ ਨੂੰ ਪਾਇਆ ਏ, ਤੂੰ ਰੱਬ ਨੂੰ ਪ੍ਰਾਪਤ ਕੀਤਾ, ਤੇ ਮੈਨੂੰ ਵੀ ਆਪਣੇ ਚਰਨਾਂ ਦੇ ਨਾਲੋਂ ਨਾ ਇਸ ਲੋਕ ਦੇ ਵਿੱਚ ਨਾ ਉਸ ਲੋਕ ਦੇ ਵਿੱਚ ਵਿਛੋੜੀ ਨਾ, ਆਪਣੇ ਚਰਨਾਂ ਦੇ ਨਾਲ ਹੀ ਲਾ ਕੇ ਰੱਖੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਜੇ ਕਿਹਾ ਮਰਦਾਨਿਆ ਖਖੜੀਆਂ ਖਾਲਾ, ਭਾਵੇਂ ਕੌਤਕ ਕੀਤਾ ਕੁਝ ਹਾਸੇ ਮਖੌਲ ਦਾ, ਫਿਰ ਮਹਾਰਾਜ ਦੇ ਕਹਿਣ ਤੇ ਕੌੜੇ ਅੱਕ ਵੀ ਸਾਧ ਸੰਗਤ ਖਾਦੇ। ਮਰਦਾਨਾ ਕਹਿੰਦੇ ਨੇ ਸੂਰਮੇ ਨੂੰ, ਮਰਦਾਨਾ ਮਰਦ ਸੂਰਮਾ, ਤੇ ਸੂਰਮਾ ਕਿਵੇਂ ਬਣਿਆ ਜਾਂਦਾ? ਗੁਰੂ ਦਾ ਬਚਨ ਮੰਨ ਕੇ, ਤੇ ਭਾਈ ਮਰਦਾਨੇ ਨੇ ਬਚਨ ਮੰਨਿਆ, ਸੂਰਮੇ ਬਣੇ। ਜੇ ਅੱਕਾਂ ਦੀਆਂ ਖਖੜੀਆਂ ਖਾਣ ਨੂੰ ਕਿਹਾ ਉਹ ਵੀ ਖਾਧੀਆਂ। ਸਤਿਗੁਰੂ ਮਹਾਰਾਜ ਨੇ ਜੋ ਹੁਕਮ ਕੀਤਾ ਸਤ ਕਰਕੇ ਮੰਨਿਆ। ਇਹ ਤਾਈਓ ਤਾਂ ਸਤਿਗੁਰੂ ਸਾਹਿਬ ਨੇ ਆਪਣੀ ਤੇ ਭਾਈ ਮਰਦਾਨੇ ਦੀ ਏਕਤਾ ਜਣਾਉਂਦਿਆਂ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਬਿਹਾਗੜੇ ਰਾਗ ਦੀ ਵਾਰ ਵਿੱਚ ਜਿੱਥੇ ਸ਼ਲੋਕ ਮਹੱਲਾ ਪਹਿਲਾ ਮਹਾਰਾਜ ਨੇ ਲਿਖਣਾ ਸੀ, ਉੱਥੇ ਲਿਖਦਾ ਸ਼ਲੋਕ ਮਰਦਾਨਾ ਪਹਿਲਾ, ਵੀ ਜਿੱਥੇ ਪਹਿਲਾ ਭਾਵ ਗੁਰੂ ਨਾਨਕ ਰਹੇਗਾ ਮਰਦਾਨਾ ਉਹਦੇ ਨਾਲ ਹੀ ਰਹੇਗਾ। ਸਤਿਗੁਰਾਂ ਨੇ ਗੁਰਬਾਣੀ ਦੇ 3 ਸ਼ਲੋਕ ਉਚਾਰੇ ਉੱਥੇ, ਜੇ ਉਹਨਾਂ ਦਾ ਸਿਰ ਲੇਖ ਰੱਖਿਆ ਸ਼ਲੋਕ ਮਰਦਾਨਾ ਪਹਿਲਾ। ਪਹਿਲਾ ਤੋਂ ਭਾਵ ਹੈ ਗੁਰੂ ਨਾਨਕ ਦੇਵ ਸਾਹਿਬ ਆਪ ਉਚਾਰੇ ਨੇ ਤੇ ਭਾਈ ਮਰਦਾਨੇ ਨੂੰ ਸਰੂਪਾਓ ਦੇ ਰਹੇ ਹਨ। ਆਪਣੇ ਸਿੱਖ ਨੂੰ ਆਪਣੇ ਬਰਾਬਰ ਬਿਠਾ ਕੇ ਆਪਣਾ ਹੀ ਸਰੂਪ ਬਣਾ ਲਿਆ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਆਪਣੇ ਵਰਗਾ ਹੀ ਕਰ ਲਿਆ। ਤੇ ਜਦੋਂ ਅੰਤਮ ਸਮਾਂ ਆਇਆ, ਉਸ ਵੇਲੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਬੇਨਤੀ ਕੀਤੀ, ਪਾਤਸ਼ਾਹ ਮੇਰਾ ਅਕਾਲ ਚਲਾਣੇ ਦਾ ਸਮਾਂ ਆਇਆ,
ਮਹਾਰਾਜ ਸਾਹਿਬ ਜੀ ਨੇ ਪਹਿਲਾਂ ਆਪ ਹੀ ਦੱਸਿਆ, ਮਰਦਾਨੇ ਹੁਣ ਤੇਰੀ ਉਮਰ ਥੋੜੀ ਰਹਿ ਗਈ ਹੈ, 10 ਤੇਰੀ ਕਬਰ ਬਣਾਈਏ। ਤੇ ਹੱਥ ਜੋੜੇ ਕਹਿਣ ਲੱਗੇ, ਮਹਾਰਾਜ ਇੱਕ ਕਬਰ ਚੋਂ ਨਿਕਲਣ ਲੱਗਾ ਹੈ, ਹੁਣ ਦੂਸਰੀ ਕਬਰ 'ਚ ਪਾਉਣਾ ਹੈ। ਸਾਹਿਬ ਫਿਰ ਪਰਖਣ ਲਈ ਕਹਿਣ ਲੱਗੇ, ਮਰਦਾਨਿਆਂ ਸਾਡਾ ਚਿੱਤ ਕਰਦਾ ਵੀ ਤੇਰੀ ਸਮਾਧ ਬਣਾ ਕੇ ਉਹਦੀ ਪੂਜਾ ਕਰਾਈਏ। ਤੇ ਕਹਿਣ ਲੱਗਾ, ਸੱਚੇ ਪਾਤਸ਼ਾਹ ਇੰਨਾ ਚਿਰ ਹੋ ਗਿਆ ਤੇਰੇ ਚਰਨਾਂ 'ਚ, ਹੁਣ ਇਹ ਕਬਰਾਂ ਸਮਾਧਾਂ ਦੇ ਵਿੱਚ ਨਾ ਮੈਨੂੰ ਪਾਈ, ਮੈਨੂੰ ਆਪਣੇ ਚਰਨਾਂ ਦੇ ਵਿੱਚ ਪਾ ਕਰਕੇ ਆਪਣੇ ਸਰੂਪ ਦੇ ਵਿੱਚ ਹੀ ਹੁਣ ਮੇਲ ਲਵੀਂ। ਇੰਨੀ ਸੇਵਾ ਕਰਾ ਕੇ ਮਹਾਰਾਜ ਹਾਲੇ ਵੀ ਕਬਰਾਂ ਵਿੱਚ ਸਾਨੂੰ ਸਮਾਧਾਂ 'ਚ ਪਾਉਣਾ ਏ। ਪਰਖ ਕੀਤੀ, ਮਹਾਰਾਜ ਸਾਹਿਬ ਨੇ ਬਚਨ ਸੁਣਿਆ ਤੇ ਭਾਈ ਮਰਦਾਨੇ ਨੂੰ ਛਾਤੀ ਨਾਲ ਲਾ ਲਿਆ। ਜਦੋਂ ਛਾਤੀ ਨਾਲ ਲਾਇਆ ਤਾਂ ਉਸ ਵੇਲੇ ਇਹ ਵੀ ਨਾਲ ਕਹਿਤਾ, ਕਹਿਣ ਲੱਗਾ, ਮਹਾਰਾਜ ਤੁਹਾਡੀ ਪਹੁੰਚ ਹੈ, ਜਿੱਥੇ ਤੁਸੀਂ ਪਹੁੰਚੇ ਹੋ ਨਾ ਜਿਸ ਘਰ 'ਚ, ਮੈਨੂੰ ਮਹਾਰਾਜ ਉਸ ਘਰ ਦੇ ਵਿੱਚ ਲੈ ਜਾਓ, ਆਪਣੇ ਨਾਲ ਪਹੁੰਚਾ ਦਿਓ। ਤਾਂ ਗੁਰੂ ਸਾਹਿਬ ਕਹਿੰਦੇ, ਮਰਦਾਨਿਆਂ ਤੈਨੂੰ ਚੇਤਾ ਭੁੱਲ ਗਿਆ ਪਰ ਮੈਨੂੰ ਨਹੀਂ ਭੁੱਲਿਆ। ਕਹਿੰਦੇ ਸਾਨੂੰ ਅੱਜ ਵੀ ਚੇਤਾ ਹੈ ਵੀ ਜਦੋਂ ਮੇਰੀ ਉਮਰ ਹੋਏਗੀ 3 ਸਾਲ ਦੀ, ਤੇਰੀ ਉਮਰ 9-10 ਸਾਲ ਦੀ ਮਰਦਾਨਿਆਂ, ਤੇ ਤੂੰ ਸਾਡੇ ਘਰੇ ਆਇਆ ਸਾਂ, ਮਿੱਠੀ ਆਵਾਜ਼ ਵਿੱਚ ਗਾਉਂਦਾ ਸਾਂ, ਤੇ ਮਿੱਠੀ ਆਵਾਜ਼ ਵਿੱਚ ਗਾ ਕਰਕੇ ਤੇ ਮੇਰੀ ਮਾਂ ਦੇ ਕੋਲੋਂ, ਮੇਰੀ ਮਾਤਾ ਦੇ ਕੋਲੋਂ ਆਟਾ ਮੰਗ ਕੇ ਲੈ ਕੇ ਗਿਆ। ਤੇ ਮੇਰੀ ਮਾਤਾ ਨੇ ਜਦੋਂ ਤੇਰੀ ਝੋਲੀ ਦੇ ਵਿੱਚ ਮਰਦਾਨੇ ਆਟਾ ਪਾਇਆ ਤੇ ਤੂੰ ਉਸੇ ਤਰ੍ਹਾਂ ਗਾਉਂਦਾ ਹੋਇਆ ਆਪਣੇ ਘਰ ਨੂੰ ਤੁਰ ਪਿਆ। ਤੇਰੀ ਆਵਾਜ਼ ਸਾਨੂੰ ਬੜੀ ਮਿੱਠੀ ਲੱਗੀ। 3 ਵਰ੍ਹਿਆਂ ਦੀ ਉਮਰ, ਤੂੰ ਅੱਗੇ ਅੱਗੇ ਆਪਣੇ ਘਰ ਨੂੰ ਜਾ ਰਿਹਾ ਸੀ ਤੇ ਮੈਂ ਵੀ ਤੇਰੇ ਮਗਰ ਹੀ ਹੋ ਤੁਰਿਆ। ਤੇ ਚਲਦਿਆਂ ਚਲਦਿਆਂ ਜਦੋਂ ਤੇਰਾ ਮਰਦਾਨਿਆਂ ਘਰ ਆਇਆ, ਤੇਰਾ ਘਰ ਜਿਹੜਾ ਸੀ ਉਹ ਰਸਤੇ ਦੇ ਨਾਲੋਂ ਉੱਚਾ ਸੀ, ਉੱਚਾ ਬਣਿਆ। ਤੂੰ ਤਾਂ ਵੱਡੀ ਉਮਰ ਦਾ ਛਾਲ ਮਾਰ ਕੇ ਤੇ ਆਪਣੇ ਘਰ ਦੇ ਵਿੱਚ ਵੜ ਗਿਆ ਤੇ ਤੇਰੇ ਮਗਰ ਤੇਰੀ ਮਿੱਠੀ ਆਵਾਜ਼ ਸੁਣਦਿਆਂ ਸੁਣਦਿਆਂ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ, ਜਦੋਂ ਮੈਂ ਆਇਆ ਤਾਂ ਉਮਰ ਛੋਟੀ ਸੀ, 2-4 ਰਾਂ ਚੜ੍ਹਨ ਲੱਗਾ ਤੇ ਫਿਰ ਰਿੜ ਕੇ ਡਿੱਗ ਪਿਆ। ਇੰਨੇ ਨੂੰ ਤੇਰਾ ਬਾਪੂ ਆਇਆ ਖੜਕਾ ਸੁਣ ਕੇ, ਤੇ ਉਹਨੇ ਕਿਹਾ ਸੀ, ਉਹ ਮਰਦਾਨਿਆਂ ਆ ਪਟਵਾਰੀਆਂ ਦੇ ਤੂੰ ਮੁੰਡੇ ਨੂੰ ਕਿੱਥੇ ਨਾਲ ਲੈ ਆਇਆ? ਜੇ ਤੈਨੂੰ ਪਤਾ ਨਹੀਂ ਮੈਤੇ ਕਾਲੂ ਪਟਵਾਰੀ ਦਾ ਸੁਭਾਅ ਬੜਾ ਚੰਦਰਾ ਏ, ਉਹ ਤਾਂ ਸਾਨੂੰ ਮਰਾਸੀਆਂ ਨੂੰ ਮਾਰ ਦੇਵੇਗਾ। ਤੂੰ ਉਹ ਬੇਦੀਆਂ ਦੀ ਕੁੱਲ ਦੇ ਭੂਖਣ ਗੁਰੂ ਨਾਨਕ ਨੂੰ ਨਾਲ ਲੈ ਕੇ ਆਇਆ ਏ, ਤੈਨੂੰ ਪਟਵਾਰੀ ਛੱਡੇਗਾ ਨਹੀਂ, ਜਾ ਇਹਨੂੰ ਇਹਦੇ ਘਰ ਦੇ ਵਿੱਚ ਛੱਡ ਕੇ ਆ। ਤਾਂ ਗੁਰੂ ਸਾਹਿਬ ਕਹਿੰਦੇ, ਮਰਦਾਨਿਆਂ ਫਿਰ ਉਸ ਵੇਲੇ ਤੂੰ ਆਪਣੇ ਬਾਪੂ ਦਾ ਹੁਕਮ ਸੁਣ ਕੇ ਤੇ ਮੈਨੂੰ ਉਂਗਲੇ ਲਾਇਆ, ਮੈਂ ਤੇਰੀ ਫੜੀ ਉਂਗਲ ਤੇ ਆਪਣੇ ਘਰ ਤੋਂ ਲੈ ਕੇ ਆਇਆ। ਜਦੋਂ ਮੇਰੇ ਘਰੇ ਆਇਆ ਤੇ ਦਰਵਾਜ਼ੇ ਦੇ ਅੰਦਰ ਵਾੜ ਕੇ ਮੈਨੂੰ ਕਿਹਾ ਸੀ ਵੀ ਹੁਣ ਤੈਨੂੰ ਮੈਂ ਤੇਰੇ ਘਰ ਦੇ ਵਿੱਚ ਛੱਡ ਚੱਲਿਆ, ਮੇਰੇ ਮਗਰ ਨਾ ਹੀ ਆਪਣੇ ਘਰ ਦੇ ਵਿੱਚ ਰਹੀ। ਧੰਨ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ, ਜਦੋਂ ਮੈਂ 3 ਸਾਲ ਦਾ ਸੀ ਮਰਦਾਨਿਆਂ, ਤੂੰ ਉਂਗਲ ਲਾ ਕੇ ਮੈਨੂੰ ਮੇਰੇ ਘਰੇ ਛੱਡ ਕੇ ਗਿਆ। ਕਹਿੰਦੇ ਵੀ ਉਹ ਤੇਰਾ ਅਹਿਸਾਨ ਆ ਮੇਰੇ ਤੇ। ਅੱਜ ਕਹਿੰਦੇ ਵੀ ਮੈਂ ਤੈਨੂੰ ਉਂਗਲ ਲਾ ਕੇ ਤੇਰੇ ਘਰ ਛੱਡ ਕੇ ਆਵਾਂਗਾ, ਜਿੱਥੋਂ ਤੂੰ ਕਦੀ ਵਾਪਸ ਨਹੀਂ ਆਵੇਂਗਾ। ਭਾਵ ਕਿ ਪਰਮੇਸ਼ਰ ਦੇ ਸਰੂਪ ਵਿੱਚ, ਸੱਚਖੰਡ ਵਿੱਚ ਤੈਨੂੰ ਆਪਣੇ ਸਰੂਪ ਵਿੱਚ ਅਭੇਦ ਕਰ ਲਵਾਂਗੇ। ਇਹ ਗੁਰੂ ਨਾਨਕ ਸਾਹਿਬ ਨੇ ਬਚਨ ਕਿਹਾ। ਤੇ ਕਹਿ ਕੇ ਕਹਿੰਦੇ, ਮਰਦਾਨਿਆਂ ਹੁਣ ਦੱਸ ਤੇਰੇ ਸਾਹ ਕਿੰਨੇ ਰਹਿ ਗਏ ਹੈ? ਕਹਿੰਦਾ, ਮਹਾਰਾਜ 9 ਸਵਾਸ ਮੇਰੇ ਆਉਣੇ ਬਾਕੀ ਰਹਿ ਗਏ ਹੈ। ਭਾਈ ਬਾਲਾ ਨੇੜੇ ਸੀ। ਮਹਾਰਾਜ ਕਹਿੰਦੇ, ਗਿਣੀ ਜਾਈ। ਮਰਦਾਨੇ ਨੇ ਜੋ ਕਿਹਾ, ਇਹ 9 ਹੀ ਸਵਾਸ ਲੈਂਦਾ। ਭਾਈ ਬਾਲਾ ਜੀ ਗਿਣਦੇ ਰਹੇ। ਉਸੇ ਤਰ੍ਹਾਂ ਕਿਉਂਕਿ ਆਤਮਿਕ ਦਰਸ਼ੀ ਹੋ ਗਏ ਸਨ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ। ਜਦੋਂ 9 ਸਵਾਸ ਗਿਣੇ ਪੂਰੇ ਹੋਏ ਤਾਂ ਵੇਖ ਕੇ ਭਾਈ ਬਾਲਾ ਕਹਿੰਦਾ, ਮਹਾਰਾਜ ਮਰਦਾਨਾ ਪੂਰਾ ਹੋ ਗਿਆ, ਪੂਰਨ ਹੋ ਗਿਆ, ਭਾਵ ਕਿ ਤੁਹਾਡੇ ਸਰੂਪ ਦੇ ਵਿੱਚ ਅਭੇਦ ਹੋ ਗਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਨਾਲ ਜੋਤੀ ਜੋਤ ਰਲੀ ਸੰਪੂਰਨ ਥੀਆ। ਰਾਮ ਸੰਪੂਰਨ ਪੂਰਨ ਗੁਰੂ ਨਾਨਕ ਦਾ ਰੂਪ ਹੋ ਕੇ ਭਾਈ ਮਰਦਾਨਾ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸਰੀਰ ਤਿਆਗ ਕੇ ਅਭੇਦ ਹੋ ਗਿਆ। ਕਹਿਣ ਨੂੰ 54 ਵਰ੍ਹੇ ਕੀਰਤਨ ਕੀਤਾ, ਪਰ ਸਤਿਗੁਰੂ ਮਹਾਰਾਜ ਸਾਹਿਬ ਦੇ ਨਾਲ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਹਜ਼ੂਰੀ 'ਚ ਅੱਜ ਵੀ ਭਾਈ ਮਰਦਾਨਾ ਹੀ ਕੀਰਤਨ ਕਰ ਰਿਹਾ ਏ। ਤਾਨ ਸੇਨ ਵਰਗੇ ਜਿਹੜੇ ਵੱਡੇ ਵੱਡੇ ਗਵਈਏ ਸਨ, ਉਹ ਵੀ ਭਾਈ ਮਰਦਾਨੇ ਦੇ ਪੋਤਾ ਸ਼ਾਗਿਰਦ ਸਨ। ਭਾਈ ਮਰਦਾਨੇ ਦੇ ਸ਼ਾਗਿਰਦ ਸੀ ਤਾਨ ਸੈਨ ਗਵਈਆ, ਜਿਹੜਾ ਰਾਜ
ਦਰਬਾਰ ਦੇ ਵਿੱਚ ਆਪਣੀ ਕਲਾ ਦੇ ਜੋਹਰ ਵਿਖਾਉਂਦਾ ਰਿਹਾ। ਗੁਰੂ ਸਾਹਿਬ ਮਹਾਰਾਜ ਸਾਹਿਬ ਜੀ ਨੇ ਆਪਣੇ ਹੱਥੀਂ ਭਾਈ ਸਾਹਿਬ ਦਾ ਦਾਹ ਸੰਸਕਾਰ ਕੀਤਾ। ਸਾਰੀ ਮਰਿਆਦਾ ਨਿਭਾ ਕਰਕੇ ਪੁੱਤਰ ਸਜਾਦੇ ਰਜਾਦੇ ਨੂੰ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ਾਂ ਦੇ ਨਾਲ ਨਵਾਜ ਕੇ ਕੀਰਤਨ ਦੀ ਦਾਤ ਅੱਗੇ ਬਖਸ਼ੀ, ਜੋ ਅੱਜ ਤੀਕਰ ਵੀ ਪੀੜ੍ਹੀਆਂ ਤਾਈਂ ਭਾਈ ਮਰਦਾਨੇ ਦੀ ਕੁੱਲ ਵਿੱਚ ਵੀ ਸਾਂਭੀ ਹੋਈ ਹੈ ਤੇ ਉਹਦੀ ਕਲਾ ਅੱਜ ਸਿੱਖਾਂ ਦੇ ਵਿੱਚ ਵੀ ਗੁਰੂ ਸਾਹਿਬ ਨੇ ਵਰਤਾਈ ਹੋਈ ਹੈ। ਐਸੇ ਭਾਈ ਮਰਦਾਨਾ ਸਾਹਿਬ ਜੀ ਜਿਨ੍ਹਾਂ ਨੂੰ ਮਹਾਰਾਜ ਨੇ ਕਿਹਾ, ਮਰਦਾਨਿਆ ਤੇਰਾ ਮੇਰਾ ਕਾਈ ਅੰਤਰ ਨਹੀਂ, ਤੇਰਾ ਤੇ ਮੇਰਾ ਕੋਈ ਅੰਤਰ ਨਹੀਂ ਹੈ, ਤੂੰ ਤੇ ਮੈਂ ਇੱਕੋ ਹੀ ਰੂਪ ਹਾਂ। ਉਹ ਭਾਈ ਸਾਹਿਬ ਜੀ ਦਾ ਅਕਾਲ ਚਲਾਣਾ ਦਿਹਾੜਾ ਹੈ। ਭਾਈ ਮਰਦਾਨਾ ਜੀ ਦੇ ਚਰਨਾਂ ਤੇ ਨਮਸਕਾਰ ਕਰਦਿਆਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਦੀ ਮੁਆਫੀ ਬਖਸ਼ਣੀ ਗੁਰੂ ਸਾਹਿਬ ਤੇ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਦਿਵਸ ਬਤੀਤਿਓ ਉਤਰਤ ਪਾਰ, ਪਹੁੰਚਿਓ ਸੰਧਿਆ